ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਬੇਨਤੀ ਹੈ ਕਿ ਆਪਣੇ ਆਪਣੇ ਜਿਹੜੇ ਮਾਈਕ ਨੇ ਨਾ ਹੁਣ ਮਿਊਟ ਤੇ ਥੋੜੀ ਦੇਰ ਲਈ ਕਰ ਲਓ। ਤੇ ਵੈਸੇ ਤੇ ਸਵਾਲ ਇਦਾਂ ਵੀ ਸੋਚਿਆ ਸੀ ਕਿ ਆਪ ਜੀ ਸਾਰਿਆਂ ਕੋ ਇੱਕ ਇੱਕ ਸਵਾਲ ਜਿਹੜਾ ਸੀ ਉਹ ਲਿਆ ਜਾਵੇਗਾ, ਪਰ ਇਹ ਸੋਚਦੇ ਹਾਂ ਪਹਿਲਾਂ ਹੀ ਆਪਣੀ ਬਾਤ ਕਹਿ ਦਈਏ, ਫਿਰ ਆਪ ਜੀ ਦੇ ਕਾਫੀ ਸਵਾਲਾਂ ਦੇ ਜਵਾਬ ਜਿਹੜੇ ਉਹ ਪਹਿਲਾਂ ਹੀ ਉਹਦੇ ਵਿੱਚ ਹੀ ਦਿੱਤੇ ਜਾਣੇ ਨੇ, ਤੇ ਜੇ ਉਸ ਤੋਂ ਬਾਅਦ ਵੀ ਕੋਈ ਸਵਾਲ ਬਚੇਗਾ ਤੇ ਆਪ ਜੀ ਬਾਅਦ ਵਿੱਚ ਕਰ ਲਿਓ। ਤੇ ਸਭ ਤੋਂ ਪਹਿਲਾਂ ਤੇ ਜਿਹੜੀ ਮੀਟਿੰਗ ਹੈ ਇਹ ਬਹੁਤ ਜ਼ਰੂਰੀ ਹੈ। ਜੋ ਹੀ ਗੱਲ ਆਪ ਜੀ ਨੂੰ ਜਿਹੜੀਆਂ ਬਾਤਾਂ ਸਾਹਿਬ ਦੀਆਂ ਕਹਿਣ ਜਾ ਰਹੇ ਹਾਂ ਉਹ ਥੋੜ੍ਹਾ ਜਿਹਾ ਧਿਆਨ ਨਾਲ ਵਿਚਾਰ ਲੈਣੀਆਂ, ਸਮਝ ਲੈਣੀਆਂ। ਇਹਨੂੰ ਐਵੇਂ ਇੱਕ ਮੀਟਿੰਗ ਜਾਣ ਕੇ ਜਾਂ ਉੱਦਾਂ ਜਿਵੇਂ ਅੱਜ ਕੱਲ੍ਹ ਸਾਡੇ ਸਾਰਿਆਂ ਦੇ ਸੁਭਾਅ ਹੋ ਗਏ ਨਾ ਕਿ ਕੱਚੇ ਜੇ ਨੇ, ਇੱਥੇ ਗੱਲ ਸੁਣੀਏ ਅਗਲੇ ਦਿਨ ਭੁੱਲ ਜਾਂਦੇ ਹਾਂ। ਜਿਹੜੀ ਅੱਜ ਬਹੁਤ ਜ਼ਰੂਰੀ ਗੱਲ ਲੱਗਦੀ ਹੈ ਹਫ਼ਤੇ ਨੂੰ ਬਾਅਦ 'ਚ ਅਸੀਂ ਉਹਦੀ ਜ਼ਰੂਰਤ ਨੂੰ ਜਿਹੜਾ ਇਹ ਸਮਝਦੇ ਨਹੀਂ, ਉਹਦੀ ਇੰਪੋਰਟੈਂਸ ਨੂੰ ਜਿਹੜਾ ਹੈ ਉਹਦੀ ਵੈਲਿਊ ਨੂੰ ਗਵਾ ਦਿੰਦੇ ਹਾਂ। ਪਰ ਜਿਹੜੀ ਬਾਤ ਕਹਿਣ ਜਾ ਰਹੇ ਹਾਂ ਉਹਨੂੰ ਇੱਦਾਂ ਨਹੀਂ ਕਰਿਓ, ਕਿਰਪਾ ਕਰਿਓ ਕਿ ਥੋੜ੍ਹਾ ਜਿਹਾ ਸੰਭਾਲ ਕੇ ਰੱਖਿਓ, ਹਿਰਦੇ ਦੇ ਵਿੱਚ ਸੰਭਾਲ ਕੇ ਰੱਖਿਓ, ਆਪਣੀ ਬੁੱਧ ਮੱਤ 'ਚ ਸੰਭਾਲ ਕੇ ਰੱਖਿਓ। ਸਭ ਤੋਂ ਪਹਿਲਾਂ ਤੇ ਜਿਹਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ ਕਿ ਗੁਰੂ ਪਿਤਾ ਦੇ ਮੁਖਾਰਵਿੰਦ ਤੋਂ ਉਚਾਰਨ ਹੋਈ, ਗੁਰੂ ਪਿਤਾ ਦੇ ਸਾਹਿਬ ਨੇ ਕਿਸੇ ਲਿਪੀ ਨੂੰ ਚੁਣਿਆ, ਕਿਸੇ ਭਾਸ਼ਾ ਨੂੰ ਚੁਣਿਆ, ਕੁਝ ਅੱਖਰਾਂ ਨੂੰ ਚੁਣਿਆ। ਹਾਲਾਂਕਿ ਉਸ ਸਮੇਂ ਸੰਸਾਰ ਦੇ ਵਿੱਚ ਕਾਫੀ ਅੱਖਰ ਹੋਰ ਵੀ ਸੀ, ਲਿਪੀਆਂ ਸੀ, ਭਾਸ਼ਾਵਾਂ ਸੀ। ਸੰਸਕ੍ਰਿਤ ਉਸ ਸਮੇਂ ਦੀ ਬਹੁਤ ਪ੍ਰਚਲਿਤ ਭਾਸ਼ਾ ਸੀ, ਫਾਰਸੀ ਸੀ, ਕਾਫੀ ਸੋਹਣੀਆਂ ਭਾਸ਼ਾਵਾਂ ਸੀ ਜਿਹੜੀਆਂ ਉਸ ਸਮੇਂ ਮੌਜੂਦ ਸੀ। ਗੁਰੂ ਨਾਨਕ ਪਿਤਾ ਨੇ ਪਹਿਲੇ ਘਰ ਦੇ ਵਿੱਚ ਉਦਾਸੀਆਂ ਕਰ ਕਰਕੇ ਜਿਹੜੀ ਬਾਣੀ ਦੀ ਇਕੱਤਰਤਾ ਕੀਤੀ ਉਹ ਵੀ ਸਾਰੀ ਗੁਰਮੁਖੀ ਭਾਸ਼ਾ 'ਚ ਨਹੀਂ ਸੀ ਮਿਲਦੀ। ਉਹ ਕੁਝ ਜਿਹੜੇ ਨੇ ਉਹ ਭਗਤ ਕਬੀਰ ਜੀ ਦੇ ਜਾਂ ਕੁਝ ਜਿਹੜੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਜਿਹੜੀਆਂ ਲਿਖਤਾਂ ਸੀ। ਪਰ ਸਵਾਲ ਖੜਾ ਹੁੰਦਾ ਹੈ ਕਿ ਪੰਜਵੇਂ ਪਿਤਾ ਨੇ ਉਹਨਾਂ ਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਹੀ ਕਿਉਂ ਦਰਜ ਕੀਤਾ। ਪੰਜਵੇਂ ਪਿਤਾ ਦੀ ਜਿਹੜੀ ਸਿਆਣਪ ਹੈ, ਜਿਹੜੀ ਉਹਨਾਂ ਦੀ ਦੂਰ ਅੰਦੇਸ਼ੀ ਹੈ, ਜਿਹੜਾ ਉਹਨਾਂ ਦਾ ਰੰਗ ਹੈ ਉਹ ਕਿਹੋ ਜਿਹਾ ਹੋਏਗਾ ਕਿ ਉਹਨਾਂ ਨੇ ਇਸੇ ਭਾਸ਼ਾ ਨੂੰ, ਇਹਨਾਂ ਅੱਖਰਾਂ ਨੂੰ, ਇਹਨਾਂ ਰੰਗਾਂ ਨੂੰ ਚੁਣਿਆ। ਇਹ ਵੀ ਜਾਣਦੇ ਸੀ ਕਿ ਕੱਲ੍ਹ ਨੂੰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾਉਣਾ, ਤੇ ਇਹ ਭਾਸ਼ਾ, ਇਹ ਅੱਖਰ ਜਿਹੜੇ ਨੇ ਉਹ ਸਤਿਗੁਰੂ ਦਾ ਇੱਕ ਸਵਰੂਪ ਬਣਨੇ ਨੇ। ਇਹ ਸਵਾਲ ਇੱਕ ਛੋਟਾ ਜਿਹਾ ਕਦੀ ਬਹਿ ਕੇ ਆਪਣੇ ਮਨ ਨਾਲ ਚੰਗੀ ਤਰ੍ਹਾਂ ਵਿਚਾਰਿਓ, ਤੇ ਫਿਰ ਵਿਚਾਰ ਕੇ ਵੇਖਿਓ ਕਿ ਤੱਤੀਆਂ ਤਵੀਆਂ ਤੇ ਬਹਿਣ ਵਾਲੇ ਪਾਤਸ਼ਾਹ ਨੇ ਜੋ ਉਹ ਰੰਗ ਚੁਣਿਆ, ਜੋ ਉਹ ਖੇਡ ਚੁਣੀ, ਅਸੀਂ ਉਸ ਸਾਹਿਬ ਦੇ ਉਸ ਸਵਰੂਪ ਨੂੰ ਤੇ ਉਹਨਾਂ ਮਾਣ ਸਤਿਕਾਰ ਕੀ ਦੇਣਾ ਹੈ, ਕੀ ਅਸੀਂ ਉਹਦੀ ਜਿਹੜੀ ਭਾਸ਼ਾ ਜਾਂ ਜਿਹੜੀ ਉਹਨੇ ਲਿਪੀ ਚੁਣੀ ਕੀ ਉਹਨੂੰ ਉਹਨਾਂ ਮਾਣ ਸਤਿਕਾਰ ਦਿੱਤਾ। ਹੁਣ ਵੇਖੋ ਕਿੱਡੀਆਂ ਸੋਹਣੀ ਬਾਤ ਹੈ ਨਾ, ਗੁਰੂ ਅੰਗਦ ਪਾਤਸ਼ਾਹ ਜੀ ਨੇ ਗੁਰਮੁਖੀ ਲਿਪੀ ਜਿਹੜੀ ਉਹ ਸਿਖਾਉਂਦੇ ਸੀ। ਉਹ ਆਪ ਉਹਨਾਂ ਨੇ ਆਪਣੇ ਕਹਿ ਲਓ ਕਿ ਜੀਵਨ ਕਾਲ ਦੇ ਵਿੱਚ ਜਿਹੜਾ ਹੈ ਉਹ ਸਿਖਾਉਣੀ ਆਰੰਭ ਕੀਤੀ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਲਓ ਤੇ ਬਾਬਾ ਜੈਤਾ ਜੀ ਜਿਹੜੇ ਸੀਸ ਗੁਰੂ ਮਹਾਰਾਜ ਦਾ ਦਿੱਲੀੋਂ ਲੈ ਕੇ ਜਾਂਦੇ ਨੇ, ਉਹ ਜਦੋਂ ਬੰਗਾਲ ਦੌਰੇ ਤੇ ਸੀ ਤੇ ਉਹ ਉਹਨਾਂ ਦੀ ਗੋਦ 'ਚ ਬਹਿ ਕੇ ਇਹੋ ਹੀ ਲੈਂਗੁਏਜ ਜਿਹੜੀ ਸੀ ਇਹ ਸਿੱਖਦੇ ਸੀ, ਜਿਹੜੀ ਅੱਜ ਆਪ ਜੀ ਦੇ ਬੱਚੇ ਸਿੱਖਦੇ ਨੇ। ਜਦੋਂ ਹੀ ਇੱਥੇ ਇਸ ਦੇਸ਼ 'ਚ ਇਹਨਾਂ ਦੇਸ਼ਾਂ 'ਚ ਆਉਂਦੇ ਆ ਨਾ ਤੇ ਉਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਪੰਜਾਬੀ ਪੜ੍ਹ ਤੇ ਲੈਂਦੇ, ਥੋੜ੍ਹੀ ਬਹੁਤੀ ਲਿਖ ਵੀ ਲੈਂਦੇ, ਬੋਲ ਵੀ ਲੈਂਦੇ, ਪਰ ਜਿਹੜਾ ਰੰਗ ਹੈ, ਜਿਹੜਾ ਉਹ ਕਸ਼ਿਸ਼ ਹੈ ਜਾਂ ਜਿਹੜਾ ਉਹ ਪ੍ਰੇਮ ਹੈ, ਜਿਹੜੀ ਮੁਹੱਬਤ ਹੈ ਉਹ ਨਹੀਂ ਹੈ। ਪ੍ਰਾਇਮਰੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਹੈ ਉਹ ਪ੍ਰਾਇਮਰੀ
ਵਾਹਿਗੁਰੂ। ਇਹ ਸਾਡੇ ਕੁਝ ਪਰਿਵਾਰ ਨੂੰ ਬੇਨਤੀ ਹੈ ਕਿ ਆਪ ਭਾਂਡੇ ਜੇ ਖੜਕਾਉਣੇ ਬੰਦ ਕਰਿਓ ਮਾੜੇ ਜੇ। ਜਦੋਂ ਹੀ ਇਹਨਾਂ ਦੇਸ਼ਾਂ 'ਚ ਆ ਕੇ ਦੇਖਿਆ ਤੇ ਬੱਚੇ ਜਿਹੜੇ ਨੇ ਉਹ ਆਪਸ 'ਚ ਜਦੋਂ ਗੱਲ ਕਰਦੇ ਨੇ ਉਦੋਂ ਇੰਗਲਿਸ਼ ਹੀ ਬੋਲਦੇ ਨੇ। ਕਈ ਘਰਾਂ ਦੇ ਵਿੱਚ ਤੇ ਇਹ ਵੀ ਦੇਖਿਆ ਕਿ ਉਹ ਮਾਤਾ ਪਿਤਾ ਨਾਲ ਵੀ ਇੰਗਲਿਸ਼ ਹੀ ਬੋਲਦੇ ਨੇ। ਉੱਦਾਂ ਉਹਨਾਂ ਨੂੰ ਪੰਜਾਬੀ ਸਿੱਖੀ ਹੈ ਉਹਨਾਂ ਨੇ, ਫਿਰ ਜਿਹੜੀ ਸਿੱਖੀ ਹੈ ਉਹ ਬਹੁਤ ਥੋੜੀ ਹੈ, ਬਹੁਤ ਨਾ ਮਾਤਰ ਜੀ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਤੁਸੀਂ ਇਹ ਸੋਚ ਕੇ ਦੇਖੋ ਕਿ ਅੱਜ ਤੇ ਬੱਚੇ ਜਿਹੜੇ ਨੇ ਉਹ ਆਪ ਜੀ ਨਾਲ ਪੰਜਾਬੀ ਬੋਲ ਲੈਂਦੇ, ਕੱਲ ਨੂੰ ਉਹਨਾਂ ਦੇ ਵਿਆਹ ਹੋਣੇ ਨੇ। ਅੱਜ ਆਪ ਜੀ ਦੇ ਬੱਚਿਆਂ ਨੇ ਆਪ ਜੀ ਦੇ ਨਾਲ ਲੱਗ ਕੇ ਪੰਜਾਬੀ ਬੋਲਣੀ ਸਿੱਖ ਲਈ ਤੇ ਉਹ ਵੀ ਅੱਧੀ ਅਧੂਰੀ, ਉਹ ਵੀ ਕੋਈ ਪੂਰੀ ਨਹੀਂ। ਉਹ ਵੀ ਬਸ ਇਦਾਂ ਦੀ ਏ ਕਿ ਡੈਡੀ ਖਾਂਦੀ ਏ, ਮੰਮੀ ਜਾਂਦਾ ਏ, ਦਾਦੀ ਬੋਲਦਾ ਏ, ਦਾਦਾ ਜਿਹੜਾ ਦੌੜਦੀ ਏ, ਇਦਾਂ ਦੀ ਸਿੱਖੀ। ਪਰ ਕੱਲ ਨੂੰ ਜਦੋਂ ਉਹਨਾਂ ਦੇ ਵਿਆਹ ਹੋਣਗੇ ਕਿ ਅਗਲੀ ਜਨਰੇਸ਼ਨ ਤੇ ਉਤੋਂ ਅਗਲੀ ਜਨਰੇਸ਼ਨ ਤੱਕ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀ ਉਹ ਪੰਜਾਬੀ ਬਚੇਗੀ? ਇਹ ਕੁਝ ਸਵਾਲ ਨੇ ਜਿਹੜੇ ਕਦੀ ਪੁੱਛਿਆ ਕਰੋ ਆਪਣੇ ਆਪ ਨੂੰ ਕਿ ਕਿਵੇਂ ਚੱਲੇਗਾ ਇਹ ਕਾਰਜ। ਇਹ ਕਮਰਦੀਪ ਖਾਲਸਾ ਜੀ ਆ ਜਿਹੜਾ ਜੀ ਖਾਲਸਾ ਰਿਕਾਰਡਿੰਗ ਵਾਲਾ ਕਾਰਜ ਹੈ ਨਾ, ਇਹ ਬੰਦ ਕਰਿਓ। ਸਾਨੂੰ ਦਿਖਦਾ ਹੀ ਨਹੀਂ ਜੀ ਕਿੱਥੇ ਨੇ, ਜਾਂ ਸਾਨੂੰ ਇੱਥੋਂ ਚੇਂਜ ਕਰ ਲੈਣ ਦਿਓ ਕਿੱਦਾਂ ਹੈ। ਠੀਕ ਹੈ ਜੀ, ਆਪ ਜੀ ਦੇ ਵਿਊ ਤੇ ਜਾ ਕੇ ਗੈਲਰੀ ਤੇ ਕਰ ਲਓ। ਠੀਕ ਹੈ, ਹੋ ਗਿਆ। ਠੀਕ ਹੈ। ਬਾਕੀ ਜਿਹੜੀ ਦੂਜੀ ਬਾਤ ਹੈ ਕਿ ਜੇ ਗੁਰਮੁਖੀ ਸਿੱਖਣੀ ਹੈ, ਜਿਸ ਗੁਰੂ ਦੇ ਨਾਲ ਅਸੀਂ ਜੁੜਨਾ ਚਾਹੁੰਦੇ ਹਾਂ, ਉਹ ਇੱਕ ਬਾਤ ਨਹੀਂ ਹੈ। ਦੇਖੋ ਆਪ ਜੀ ਨੇ ਪੰਜਾਬੀ ਸਕੂਲਾਂ ਦੇ ਵਿੱਚ ਜੋ ਆਸੇ-ਪਾਸੇ ਚੱਲਦੇ ਨੇ ਨਾ, ਇਹ ਸਕੂਲ ਉੱਦਾਂ ਦਾ ਨਹੀਂ ਹੈ। ਪਹਿਲੀ ਬਾਤ, ਆਪ ਜੀ ਇੱਦਾਂ ਮਤ ਸੋਚਿਓ ਕਿ ਜਿਵੇਂ ਅਸੀਂ ਆਮ ਸਕੂਲਾਂ 'ਚ ਬੱਚੇ ਪੜ੍ਹਾਉਂਦੇ ਹਾਂ, ਇੱਦਾਂ ਨਹੀਂ ਹੈ। ਜੇ ਸਾਡੀ ਪੁੱਛੋ ਤੇ ਸਾਡੀ ਮਤ ਅਨੁਸਾਰ ਆਪ ਜੀ ਨੂੰ ਤੇ ਆਪ ਜੀ ਬੱਚਿਆਂ ਨੂੰ ਗੁਰੂ ਮਹਾਰਾਜ ਨੇ ਚੁਣਿਆ ਹੈ ਕਿਸੇ ਸੇਵਾ ਵਾਸਤੇ, ਕੋਈ ਨਵਾਂ ਰੰਗ ਲਿਆਉਣ ਵਾਸਤੇ, ਕੋਈ ਗੁਰਮੁਖੀ ਦਾ ਉਹ ਲੈਵਲ ਸੈੱਟ ਕਰਨ ਵਾਸਤੇ ਜਿਹੜਾ ਸਾਡੇ ਪਰਿਵਾਰਾਂ 'ਚ ਨਹੀਂ ਹੈ। ਜੇ ਗੁਰਮਿੱਤਾ ਦੀ ਬਾਣੀ ਨੂੰ ਇਹਦੇ 'ਚ ਫਿਰ ਇੱਕ ਚੀਜ਼ ਹੋਰ ਰਹਿਣੀ ਹੈ ਕਿ ਇਹਦੇ 'ਚ ਆਪ ਜੀ ਦੀ ਜਿਹੜੀ ਸਾਡੀ ਆਸੇ-ਪਾਸੇ ਦੀ ਸਮਾਜਿਕ ਮੱਤ ਹੈ ਨਾ, ਇਹ ਨਹੀਂ ਚੱਲੇਗੀ। ਇਹਦੇ 'ਚ ਸਿਰਫ ਸੇਵਾ ਭਾਵਨਾ ਚੱਲੇਗੀ। ਵੇਖੋ ਸੇਵਾ ਦੇ ਰੰਗ ਦੇ ਵਿੱਚ ਕਦੀ ਸੇਵਾ ਜਿਹੜੀ ਕੁਦਰਤ ਹੁੰਦੀ ਨਾ, ਉਹਨੂੰ ਕਿਸੇ ਦੀ ਮੁਹਤਾਜੀ ਨਹੀਂ ਹੁੰਦੀ। ਉਹਦੀ ਨਾ ਸਾਡੀ ਕੋਈ ਮੁਹਤਾਜੀ ਹੈ, ਨਾ ਆਪ ਜੀ ਦੀ, ਨਾ ਆਪ ਜੀ ਦੇ ਬੱਚਿਆਂ ਦੀ। ਉਹਨੇ ਚੁਣ ਹੀ ਲੈਣਾ ਕਿਸੇ ਨਾ ਕਿਸੇ ਰਸਤੇ ਨੂੰ। ਜੇ ਗੁਰੂ ਨਾਨਕ ਮਹਾਰਾਜ ਨੇ ਆਪਣੀ ਉਸ ਗੁਰਮੁਖੀ ਦੇ ਰੰਗ ਨੂੰ ਪਸਾਰਨਾ ਹੈ, ਉਹਦਾ ਇੱਕ ਲੈਵਲ ਲੈ ਕੇ ਜਾਣਾ ਹੈ ਨਾ, ਤੇ ਉਹ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਦਾ ਹਿੱਸਾ ਬਣਾਂਗੇ। ਪਰ ਇਹ ਹੈ ਕਿ ਭਾਗਾਂ ਵਾਲੇ ਆ ਕਿ ਸਤਿਗੁਰੂ ਨੇ ਚੁਣਿਆ ਹੈ। ਅੱਜ ਅਸੀਂ ਪੰਜਾਬੀ ਲੈਂਗੁਏਜ ਦੀ ਉਨੀ ਅਹਿਮੀਅਤ ਹੀ ਨਹੀਂ ਜਾਣਦੇ। ਸਾਨੂੰ ਲੱਗਦਾ ਹੀ ਨਹੀਂ, ਕਦੀ ਨਹੀਂ ਸਵਾਲ ਪੁੱਛਦੇ ਕਿ ਪੰਜਵੇਂ ਪਾਤਸ਼ਾਹ ਨੇ ਇਹੋ ਕਿਉਂ ਚੁਣਿਆ। ਆਪ ਜੀ ਦੇ ਬੱਚਿਆਂ ਨੂੰ ਜੇ ਚੁਣਿਆ ਹੈ ਕੁਦਰਤ ਨੇ, ਤੇ ਫਿਰ ਆਪ ਜੀ ਨੂੰ ਵੀ ਚੁਣਿਆ ਹੈ, ਕਿਉਂਕਿ ਆਪ ਜੀ ਨੇ ਵੀ ਨਾਲ ਹੀ ਉਨੀ ਮਿਹਨਤ ਕਰਨੀ ਹੈ। ਤੇ ਇਹਦਾ ਅਸਰ ਜਿਹੜਾ ਹੈ ਉਹ ਇਸ ਜਨਰੇਸ਼ਨ 'ਚ ਤੇ ਬਹੁਤ ਥੋੜਾ ਮਿਲੇਗਾ, ਪਰ ਅਗਲੀ ਜਨਰੇਸ਼ਨ ਤੇ ਉਹ ਤੋਂ ਅਗਲੀ ਆਉਣ ਵਾਲੀਆਂ ਪੀੜ੍ਹੀਆਂ 'ਚ ਬਹੁਤ ਜ਼ਿਆਦਾ ਮਿਲੇਗਾ। ਤੇ ਇਹ ਕੋਈ ਸਿਰਫ ਇੰਨਾ ਹੀ ਨਹੀਂ ਕਿ ਆਪ ਜੀ ਦੇ ਬੱਚੇ ਜਿਹੜੇ ਨੇ ਉਹ ਸਿਰਫ ਅਖਬਾਰ ਪੜ੍ਹ ਲੈਣ ਜਾਂ ਪੰਜਾਬੀ 'ਚ ਗੱਲ ਕਰ ਲੈਣ। ਉਹਨਾਂ ਦਾ ਇੱਕ ਰੰਗ ਹੈ ਕਿ ਉਹ ਗੁਰੂ ਪਿਤਾ ਨਾਲ ਬਹਿ ਸਕਣ। ਉਹਨਾਂ ਦੇ ਅੰਦਰ ਇੱਕ ਉਹ ਵਿਦਵਤਾ ਹੈ ਕਿ ਜਿਹੜੀ ਉਹ ਕੋਈ ਵੀ ਦੁਨੀਆ ਦਾ ਵਿਦਵਾਨ ਜਿਹੜਾ ਹੈ ਉਹਨਾਂ ਨਾਲ ਬਾਤ ਕਰਨ ਤੇ ਵੀ ਜਿਹੜਾ ਹੈ ਉਹਨੂੰ ਮਤਲਬ ਕਹਿ ਲਓ ਕਿ ਇੱਕ ਸਾਹਮਣੇ ਦਿਖੇ ਕਿ ਕੋਈ ਵਿਦਵਾਨ ਹੈ ਗੁਰੂ ਪਿਤਾ ਦਾ। ਵਾਕਈ ਜਿਹੜਾ ਸਿੱਖ ਵਿਦਵਤਾ 'ਚ ਹੁੰਦਾ ਹੈ ਉਹ ਇਹ ਬੈਠਾ ਸਾਹਮਣੇ। ਤੇ ਫਿਰ ਗੁਰਮੁਖੀ ਗੁਰੂ ਪਿਤਾ ਦੇ ਨਾਲ ਜਿਹੜਾ ਹੈ ਉਹ ਬਹਿਣਾ ਹੋਵੇ ਤੇ ਇੱਕ ਚੀਜ਼ ਨਹੀਂ ਹੈ, ਇਹ ਸਮਝ ਲੈਣਾ ਬਾਤ ਨੂੰ। ਸਿਰਫ ਇੱਕ ਲਿਪੀ ਨਹੀਂ ਹੈ ਕਿ ਪੰਜਾਬੀ ਲੈਂਗੁਏਜ ਹੈ ਬਸ। ਉਹਦੇ 'ਚ ਬੇਅੰਤ ਚੀਜ਼ਾਂ ਨੇ। ਇੱਕ ਉਹਦੇ 'ਚ ਵੇਖੋ ਕਿ ਭਾਸ਼ਾ ਦਾ ਰੰਗ ਆ ਜਾਂਦਾ, ਉਹਦੀ ਗ੍ਰਾਮਰ ਆ ਜਾਂਦੀ। ਫਿਰ ਉਹ ਕੱਲੀ ਉਹ ਹੀ ਨਹੀਂ ਹੈ, ਉਹਦੇ 'ਚ ਕਾਵਿਆ ਸ਼ੈਲੀ ਵੀ ਹੈ ਹਨਾ, ਉਹਦੇ 'ਚ ਰਾਗ ਤੇ ਤਾਲ ਵੀ ਹੈ ਹਨਾ, ਉਹਦੇ 'ਚ ਧੁਨੀਆਂ ਵੀ ਨੇ, ਉਹਦੇ 'ਚ ਕਲਚਰ ਵੀ ਹੈ, ਉਹਦੇ 'ਚ ਇਲਾਕਾਈ ਤੇ ਭਾਸ਼ਾਈ ਦੀਆਂ ਜਿਹੜੀਆਂ ਉਪ ਭਾਸ਼ਾਵਾਂ ਨੇ ਉਹ ਵੀ ਨੇ। ਹੁਣ ਤੁਸੀਂ ਧਨੀ ਸ਼ਬਦ ਦੇ ਗੁਰਬਾਣੀ ਪਿਤਾ ਦੇ ਕਈ ਥਾਵਾਂ ਤੇ ਉਹ ਧਨੀ ਸ਼ਬਦ ਵਰਤ ਲੈਂਦੇ, ਤੇ ਧਨੀ ਤੇ ਪੰਜਾਬੀ 'ਚ ਜਾ ਕੇ ਲੱਭੋਗੇ ਤੇ ਮਿਲਣਾ ਨਹੀਂ ਉਹਦਾ ਅਰਥ। ਉਹਦਾ ਜਾ ਕੇ ਗੁਜਰਾਤ ਬੜੌਦੇ ਦੇ ਇਲਾਕਾਈ ਬੋਲੀ ਦੇ ਵਿੱਚ ਜਾ ਕੇ ਅਰਥ ਲੱਭਾਂਗੇ ਤੇ ਧਨੀ ਦਾ ਅਰਥ ਜਿਹੜਾ ਹੈ ਉਹ ਪਤੀ ਪਤਨੀ ਮਿਲੇਗਾ।
ਪਤੀ ਮਿਲੇਗਾ ਤੇ ਧਨ ਦਾ ਜਿਹੜਾ ਇਹ ਪਤਨੀ ਮਿਲੇਗਾ, ਔਰਤ ਮਿਲੇਗਾ। ਪੰਜਾਬੀ ਦੇ ਵਿੱਚ ਉਹਦਾ ਅਰਥ ਨਹੀਂ ਮਿਲੇਗਾ। ਪੰਜਾਬੀ 'ਚ ਤੇ ਉਹਦਾ ਅਰਥ ਹੈ ਅਮੀਰ, ਧਨੀ ਦਾ ਮਤਲਬ ਹੈ ਅਮੀਰ। ਬੇਅੰਤ ਇਲਾਕਾਈ ਬੋਲੀਆਂ ਨੇ ਜਿਹੜੀਆਂ ਉਹ ਸਿੱਖਣੀਆਂ ਪੈਣਗੀਆਂ, ਉਹਦੇ 'ਚ ਸਮਾਂ ਲੱਗੇਗਾ। ਫਿਰ ਸਿਰਫ ਇੰਨਾ ਹੀ ਨਹੀਂ ਹੈ, ਬੱਚਿਆਂ ਦੀ ਬੜੇ ਰੰਗਾਂ ਤੋਂ ਜਿਹੜੀ ਹੈ, ਸਿਰਫ ਉਹਨੂੰ ਇਹ ਮਤ ਸੋਚਣਾ ਕਿ ਉਹਨਾਂ ਨੂੰ ਜਿਹੜਾ ਇਹ ਭਾਸ਼ਾ ਸਿਖਾਈ ਜਾ ਰਹੀ ਹੈ। ਉਹਨਾਂ ਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਨੇ ਉਹ ਵੀ ਇੰਪਰੂਵ ਕੀਤੀਆਂ ਜਾ ਰਹੀਆਂ ਨੇ। ਜਿਵੇਂ ਸਭ ਤੋਂ ਪਹਿਲਾਂ ਆਪ ਜੀ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਜਾਂ ਜਿਨ੍ਹਾਂ ਨੇ ਸ਼ੁਰੂ ਤੋਂ ਜਾਣਿਆ ਹੈ, ਉਹਨਾਂ ਨੂੰ ਪਤਾ ਹੈ ਇਮੈਜੀਨੇਸ਼ਨ ਜਿਹੜੀ ਹੀ ਉਹ ਬੱਚਿਆਂ ਦੀ ਪੂਰ ਹੀ ਬਹੁਤ ਜ਼ਿਆਦਾ। ਉਹਨਾਂ ਨੂੰ ਕੋਈ ਇੱਕ ਟੌਪਿਕ ਦੇ ਦਿੱਤਾ ਜਾਂਦਾ ਸੀ ਤੇ ਉਹ ਕੁਝ ਨਹੀਂ ਕਰ ਪਾਉਂਦੇ, ਇੱਕ ਲਾਈਨ ਨਹੀਂ ਉਹਦੇ ਤੇ ਬਸ ਸੋਚੀ ਪਈ ਰਹਿੰਦੇ ਸੀ ਇਹਦਾ ਕੀ ਕਰੀਏ, ਕਨਫਿਊਜ਼ ਹੋ ਜਾਂਦੇ ਹੈ ਨਾ। ਅੱਜ ਉਹੀ ਆਪ ਜੀ ਦੇ ਬੱਚੇ ਨੇ, ਉਹਨਾਂ ਨੂੰ ਇੱਕ ਟੌਪਿਕ ਦਿਓ, ਝੱਟ ਉਸੇ ਵੇਲੇ ਜਿਹੜਾ ਇਹ 2 ਪੇਜਾਂ ਦਾ 3 ਪੇਜਾਂ ਦਾ ਜੋ ਮਰਜ਼ੀ ਲਿਖਾ ਲਓ ਉਹਨਾਂ ਕੋਲ। ਫਿਰ ਜਿਹੜਾ ਕਈ ਵਾਰ ਕਈ ਪੇਰੈਂਟਸ ਦੀ ਸ਼ਿਕਾਇਤ ਆਉਂਦੀ ਹੈ ਕਿ ਰਿਪੀਟ ਬਹੁਤ ਕਰ ਰਹੇ ਆ। ਜਿੱਦਾਂ ਰਿਪੀਟ ਇਸ ਕਰਕੇ ਨਹੀਂ ਕਰ ਰਹੇ, ਜਿਹੜਾ ਇੱਥੋਂ ਦਾ ਸਿਸਟਮ ਹੈ ਨਾ, ਜਿਹੜਾ ਇਹ ਅਮਰੀਕਾ ਕੈਨੇਡਾ ਦਾ ਸਿਸਟਮ ਹੈ, ਇਹ ਦੇਸ਼ ਦੇ ਹਿੱਤ 'ਚ ਤੇ ਬਹੁਤ ਹੈ ਕਿ ਇੱਕ ਸਿਸਟਮ ਤੇ ਬੋਝ ਨਾ ਪਵੇ, ਸਿਸਟਮ ਫਰੀ ਰਵੇ। ਉਹਦੇ 'ਚ ਇੱਕ ਬੜੀ ਸੋਹਣੀ ਇਹਨਾਂ ਨੇ ਚੀਜ਼ ਰੱਖੀ ਹੈ ਕਿ ਬੱਚਿਆਂ ਨੂੰ ਸ਼ੁਰੂ ਤੋਂ ਜਿਹੜਾ ਹੈ ਨਾ ਉਹ ਬਹੁਤ ਈਜ਼ੀ ਜੀ ਐਜੂਕੇਸ਼ਨ ਦੇਣੀ। ਤੇ ਉਹਦੇ 'ਚ ਕੀ ਹੁੰਦਾ ਕਿ ਬੱਚਿਆਂ ਨੂੰ ਥੋੜਾ ਥੋੜਾ ਦੇਈ ਜਾਣਾ, ਬੱਚਿਆਂ ਨੇ ਕਰੀ ਜਾਣਾ, ਨਾਲੋਂ ਨਾਲ ਭੁੱਲਦੇ ਜਾਣਾ। ਤੇ ਜਦੋਂ ਬੱਚੇ 12ਵੀਂ ਕਰਕੇ ਕਾਲਜਾਂ 'ਚ ਜਾਂਦੇ ਨੇ ਤੇ ਉਦੋਂ ਇੱਕਦਮ ਸਟੱਡੀ ਹਾਰਡ ਹੋ ਜਾਂਦੀ। ਤੇ ਫਿਰ ਬਹੁਤੇ ਜਿਹੜੇ ਨੇ ਨਾ ਉਹ ਆਪ ਜੀ ਨੇ ਵੇਖਿਆ 6 ਮਹੀਨੇ ਲਾ ਕੇ, 7 ਮਹੀਨੇ ਲਾ ਕੇ, ਕੋਈ 10 ਮਹੀਨੇ ਲਾ ਕੇ ਉਹ ਵਾਪਸ ਆ ਜਾਂਦੇ ਤੇ ਵਾਪਸ ਉਹ ਕਮਿਊਨਿਟੀ ਕਾਲਜ ਤੋਂ ਫਿਰ ਸਿੱਖ ਲੈਂਦੇ, ਕੋਈ ਸਕਿੱਲ ਦੀ ਜਿਹੜੀਆਂ ਜੌਬਸ ਨੇ ਉਹਨਾਂ ਵੱਲ ਤੁਰੇ ਜਾਂਦੇ। ਤੇ ਉਹਦੇ 'ਚ ਹੀ ਜਦੋਂ ਜੌਬ ਮਿਲਦੀ ਤੇ ਬਹੁਤ ਖੁਸ਼ ਰਹਿੰਦੇ। ਉਹ ਕਦੀ ਇਹ ਨਹੀਂ ਡਿਮਾਂਡ ਕਰਦੇ ਕਿ ਸਾਨੂੰ ਜਿਹੜੀ ਵੱਡੀ ਜੌਬ ਮਿਲੇ। ਤੇ ਜਿਨ੍ਹਾਂ ਨੇ ਉੱਤੇ ਵੱਡੀਆਂ ਜੌਬਾਂ ਸਾਂਭਣੀਆਂ ਹੈ, ਜਿਨ੍ਹਾਂ ਨੇ ਦੇਸ਼ ਚਲਾਉਣੇ ਨੇ, ਉਹਨਾਂ ਵਾਸਤੇ ਉਹਨਾਂ ਨੇ ਪਹਿਲਾਂ ਹੀ ਆਪਣੇ ਪ੍ਰਾਈਵੇਟ ਉਹੋ ਜਿਹੇ ਸਕੂਲ ਰੱਖੇ ਨੇ। ਐਲਨ ਮਸਕ ਨੇ ਵੇਖੋ ਆਪਣੇ 2 ਬੱਚੇ ਪੜ੍ਹਾਉਣੇ, ਉਹਦੇ ਵਾਸਤੇ ਸਪੈਸ਼ਲ ਸਕੂਲ ਖੋਲ੍ਹਤਾ ਉਹਨੇ। ਤੇ ਜਿਹੜਾ ਸਾਡੇ 'ਚੋਂ ਮੀਡੀਅਮ ਕਲਾਸ 'ਚੋਂ ਜਿਹੜਾ ਇਹ ਕਿਤੇ ਨਾ ਕਿਤੇ ਸਟਰਗਲ ਕਰਕੇ ਕੋਈ ਬੱਚਾ ਗੋਡ ਗਿਫਟਡ ਅੱਗੇ ਜਾਂਦਾ ਹੈ, ਉਹ ਵੀ ਅੱਗੇ ਜਾ ਕੇ ਉਹ ਕਲਾਸ 'ਚ ਜਿਹੜਾ ਇਨਵੋਲਵ ਹੋ ਜਾਂਦਾ। ਪਰ ਉਹਦੇ ਚੱਕਰ ਹੁਣ ਇੰਡੀਆ ਇਹੋ ਪ੍ਰੋਬਲਮ ਹੈ ਕਿ ਹਰ ਬੱਚਾ ਜਿਹੜਾ ਹੈ ਉਹ ਕੋਈ MBA ਕਰਨ ਡਿਆ, ਕੋਈ ਇੰਜੀਨੀਅਰਿੰਗ ਕਰਨ ਡਿਆ, ਕੋਈ ਪੋਸਟ ਗ੍ਰੈਜੂਏਸ਼ਨ ਕਰਨ ਡਿਆ। ਹੁਣ ਜਿਹਨੇ ਪੋਸਟ ਗ੍ਰੈਜੂਏਸ਼ਨ ਕਰ ਲਈ ਉਹਨੇ ਰੇਹੜੀ ਤੇ ਲਾਉਣੀ ਨਹੀਂ, ਨਾ ਉਹਨੇ ਫਰਿੱਜਾਂ ਠੀਕ ਕਰਨੀਆਂ, ਨਾ ਉਹਨੇ AC ਠੀਕ ਕਰਨਾ, ਨਾ ਉਹਨੇ ਟਰੱਕ ਚਲਾਉਣਾ। ਉਹਨੇ ਕਹਿਣਾ ਮੈਨੂੰ ਜੌਬ ਦਿਓ। ਤੇ ਬੇਰੁਜ਼ਗਾਰੀ ਦੀ ਜਿਹੜੀ ਤਾਦਾਦ ਹੈ ਉਹ ਵੱਧਦੀ ਜਾਣੀ ਤੇ ਸਿਸਟਮ ਤੇ ਬੋਝ ਪੈਂਦਾ ਜਾਣਾ। ਹੁਣ ਉਹਨਾਂ ਨੇ ਵੀ ਆਪਣਾ ਐਜੂਕੇਸ਼ਨ ਸਿਸਟਮ ਚੇਂਜ ਕਰਤਾ। ਹੁਣ ਉਹਨਾਂ ਨੇ ਸ਼ੁਰੂ ਕਰਤਾ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ। ਇਹ ਸੇਮ ਸਿਸਟਮ ਉਹਨਾਂ ਨੇ ਫੋਲੋ ਕਰ ਲਿਆ ਕਿਉਂਕਿ ਸਿਸਟਮ ਤੇ ਬੋਝ ਪੈਣ ਡਿਆ। ਪਰ ਚਲੋ ਇਹ ਡੈਮੋਕ੍ਰੈਟਿਕ ਸਿਸਟਮ ਚਲਾਉਣ ਵਾਸਤੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਨੂੰ ਸਹੀ ਲੱਗਦੇ ਉਹ ਤਰੀਕੇ ਤੇ ਅਪਣਾਏ ਨੇ। ਪਰ ਉਹਦੇ 'ਚ ਇੱਕ ਦਿੱਕਤ ਆ ਰਹੀ ਹੈ ਕਿ ਜਿਹੜੇ ਸਾਡੇ ਬੱਚੇ ਨੇ ਇਹਨਾਂ ਦੀ ਮੈਮਰੀ ਜਿਹੜੀ ਹੈ ਉਹ ਬਹੁਤ ਸ਼ਾਰਟ ਟਰਮ ਹੁੰਦੀ ਜਾਣ ਦੀ। ਅੱਜ ਚੀਜ਼ ਪੜ੍ਹਾਓ ਕੱਲ੍ਹ ਭੁੱਲ ਜਾਂਦੀ, ਪਰਸੋਂ ਭੁੱਲ ਜਾਂਦੀ। ਤੇ ਜਦੋਂ ਬੱਚਿਆਂ ਨੂੰ ਬਾਰ-ਬਾਰ ਲਿਖਣ ਤੇ ਕਿਹਾ ਜਾਂਦਾ ਹੈ, ਬਾਰ-ਬਾਰ ਰਿਪੀਟ ਕਰਨ ਤੇ ਕੁਝ ਚੀਜ਼ਾਂ ਕਿਹਾ ਜਾਂਦਾ ਹੈ, ਉਹ ਸਿਰਫ ਇਹ ਮਤ ਕਿਉਂ ਕਿ ਉਹਨਾਂ ਨੂੰ ਇਹ ਕਰਕੇ ਕਿਹਾ ਜਾਂਦਾ ਕਿ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਡਏ ਆ ਜਾਂ ਪੜ੍ਹਾਉਣ ਨੂੰ ਕੁਝ ਨਹੀਂ ਹੈਗਾ। ਉਹ ਸਿਰਫ ਇਹ ਕਰਕੇ ਕਿ ਉਹਨਾਂ ਦੀ ਜਿਹੜੀ ਉਹ ਮੈਮਰੀ ਹੈ, ਉਹ ਯਾਦਾਸ਼ਤ ਉਹਨਾਂ ਦੀ ਜਿਹੜੀ ਹੈ ਉਹ ਜ਼ਿਆਦਾ ਵੱਧ ਸਕੇ, ਉਹ ਪੂਰੀ ਹੋ ਸਕੇ, ਹੈ ਨਾ। ਆਪ ਜੀ ਨੂੰ ਵੇਖਣ ਨੂੰ ਲੱਗੇਗਾ ਕਿ ਬਾਰ-ਬਾਰ ਰਿਪੀਟ ਕਿਉਂ ਕਰ ਰਹੇ ਆ, ਪਰ ਜਦੋਂ ਬੱਚਿਆਂ ਦਾ ਉਹ ਟੈਸਟ ਲਈਦਾ, ਬੱਚਿਆਂ ਨੂੰ ਪੁੱਛੀਦਾ, ਬੱਚੇ ਭੁੱਲ ਜਾਂਦੇ ਉਹ ਚੀਜ਼ ਨੂੰ। ਇਹ ਕਰਕੇ ਬੱਚਿਆਂ ਦੀ ਉਹ ਜਿਹੜੀ ਯਾਦਾਸ਼ਤ ਹੈ ਉਹਨੂੰ ਇੰਪਰੂਵ ਕਰਨ ਵਾਸਤੇ ਜਿਹੜਾ ਫਿਰ ਉਹ ਵੱਖਰੇ ਵੱਖਰੇ ਰੰਗਾਂ ਨੂੰ ਸਮਝ ਸਕਣ। ਇਹ ਕਰਕੇ ਟੀਚਰਾਂ ਨੇ ਆਪ ਜੀ ਨੂੰ ਜੇ ਯਾਦ ਹੋਏਗਾ ਕਿ ਘੱਲਿਆ ਹੋਏਗਾ ਕਿ ਉਹ ਜਾ ਕੇ ਨਾਨੀ ਨੂੰ ਪੁੱਛ ਕੇ ਆਇਓ, ਆਹ ਚੀਜ਼ ਫਲਾਣੇ ਨੂੰ ਮਾਮੇ ਨੂੰ ਪੁੱਛ ਕੇ ਆਇਓ, ਆਹ ਚੀਜ਼ ਇਹ ਏਜ ਦੇ ਬੰਦੇ ਨੂੰ ਪੁੱਛ ਕੇ ਆਇਓ। ਸਿਰਫ ਕਿ ਉਹਨਾਂ ਦਾ ਐਕਸਪੋਜ਼ਰ ਵਧੇ, ਉਹਨਾਂ ਨੂੰ ਵੱਖਰੀ ਵੱਖਰੀ ਜਿਹੜੀ ਸੋਚ ਹੈ, ਵੱਖਰੀ ਵੱਖਰੀ ਤਰੀਕਾਂ ਦੀ ਵਿਜ਼ਨ ਹੈ ਉਹ ਉਹਨਾਂ ਨੂੰ ਮਿਲੇ ਤਾਂ ਕਿ ਉਹਨਾਂ ਦੀ ਇਮੈਜੀਨੇਸ਼ਨ ਇੰਪਰੂਵ ਹੋਵੇ। ਇਹੋ ਜਿਹੀਆਂ ਬੇਅੰਤ ਚੀਜ਼ਾਂ ਨੇ ਜਿਹੜੀਆਂ ਇਸ ਸਕੂਲ ਜਾਂ ਇਹ ਕਲਾਸ ਦੇ ਵਿੱਚ ਕਰਾਈਆਂ ਜਾਣਗੀਆਂ, ਕਿਉਂਕਿ ਤਾਂ ਹੀ ਇੱਕ ਦਿਨ ਗੁਰੂ ਦੇ ਉਹਨਾਂ ਮਹਾਰੰਗਾਂ ਨੂੰ ਸਮਝਣਾ ਪਏਗਾ। ਕਿਉਂਕਿ ਉੱਥੇ ਤੇ ਸਾਰਾ ਕੁਝ ਰੰਗ ਹੈ, ਉੱਥੇ ਤੇ ਬੜੇ ਹੀ ਅਲੰਕਾਰ ਨੇ, ਉੱਥੇ ਤੇ ਵਿਅੰਗ ਨੇ, ਉੱਥੇ ਤੇ ਬਿਰਹਾ ਹੈ, ਉੱਥੇ ਤੇ ਬੇਅੰਤ ਚੀਜ਼ਾਂ ਨੇ, ਉੱਥੇ ਤੇ ਗੱਲ ਗੁਰੂ ਪਿਤਾ ਕਿਸੇ ਹੋਰ ਚੀਜ਼ ਦੀ ਕਰਦੇ ਨੇ, ਹੈ ਨਾ। ਹੁਣ ਆਪ ਜੀ ਗੁਰੂ ਨਾਨਕ ਪਿਤਾ ਦੇ ਕਿਤੇ ਸ਼ਬਦ ਪੜ੍ਹੋ, ਹੈ ਨਾ, ਕਿ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹੇ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਹੁਣ ਕਰਕ ਕਲੇਜੇ ਮਾਹੇ ਕੀ ਹੁੰਦੀ ਹੈ, ਬੱਚੇ ਨੂੰ ਕਿਵੇਂ ਸਮਝ ਆਏਗਾ।
ਫਿਰ ਉਹਦੇ 'ਚ ਕਲਚਰਲ ਦੀ ਬਹੁਤ ਐਜੂਕੇਸ਼ਨ ਹੈ। ਹੁਣ ਤੁਸੀਂ ਗੁਰੂ ਪਿਤਾ ਦੀ ਕਈ ਵਾਰ ਅਸੀਂ ਸਾਡੀ ਇੱਕ ਦਿੱਕਤ ਆਈ ਹੈ ਕਿ ਅਸੀਂ ਸਾਰਾ ਜਿਹੜਾ ਸਿੱਖ ਜਗਤ ਹੈ ਨਾ, ਇਹਦੇ 'ਚ ਅਸੀਂ ਇੱਕੋ ਹੀ ਚੀਜ਼ ਅਸੀਂ ਕਹਿੰਦੇ ਨਹੀਂ ਸਾਰਾ ਕੁਝ ਗੁਰਬਾਣੀ ਹੋਵੇ, ਗੁਰਬਾਣੀ ਤੋਂ ਬਾਹਰ ਨਹੀਂ, ਪਰ ਅਸੀਂ ਭੁੱਲ ਗਏ ਹਾਂ ਕਿ ਗੁਰਬਾਣੀ 'ਚ ਹੀ ਸਾਰਾ ਕੁਝ ਹੈ। ਹੁਣ ਤੁਸੀਂ ਸੋਚ ਕੇ ਵੇਖੋ, ਜਿਹੜੀਆਂ ਗੀਤ ਗਾਉਂਦੇ ਨੇ, ਵਿਆਹਾਂ ਤੇ ਗੀਤ ਗਾਏ ਜਾਂਦੇ, ਘੋੜੀਆਂ ਗਾਈਆਂ ਜਾਂਦੀਆਂ, ਕੀ ਗੁਰਬਾਣੀ 'ਚ ਉਹ ਸਿਰਲੇਖ ਨਹੀਂ ਮਿਲਣਗੇ? ਗੁਰਬਾਣੀ ਦੇ ਵਿੱਚ ਘੋੜੀਆਂ ਮਿਲਦੀਆਂ ਨੇ ਨਾ। ਆਪ ਜੀ ਜਿਨ੍ਹਾਂ ਗੀਤਾਂ ਦੀ, ਜਿਹੜੇ ਉਹ ਲੋਕ ਗੀਤ ਦੀ ਗੱਲ ਕਰਦੇ ਹੋ, ਸੋਹਲਾ ਗੁਰੂ ਮਹਾਰਾਜ ਦਾ ਕੀਰਤਨ, ਸੋਹਲਾ ਸਾਹਿਬ ਦਾ ਹੀ ਜਾਪ ਕਰੋ, ਉਹਦੇ 'ਚ ਹੀ ਆਪ ਜੀ ਨੂੰ ਉਹ ਕਲਚਰ ਦਾ ਜਿਹੜਾ ਹੈ ਉਹ ਰੰਗ ਮਿਲੇਗਾ। ਜੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਉਹ ਹੁੰਦਾ ਕੀ ਏ, ਤਾਂ ਸਮਝ ਕਿਵੇਂ ਪਾਉਣਗੇ? ਉਹਨਾਂ ਦੀ ਬੁੱਧ 'ਚ ਉਹ ਚੀਜ਼ ਨਹੀਂ ਹੋਏਗੀ ਤੇ ਪਕੜ ਕਿੱਦਾਂ ਕਰਨ ਪਾਉਣਗੇ? ਇਹ ਕਰਕੇ ਬੱਚਿਆਂ ਨੂੰ ਬੇਅੰਤ ਰੰਗ ਸਿਖਾਉਣੇ ਨੇ ਤੇ ਬੇਅੰਤ ਰੰਗਾਂ 'ਚੋਂ ਗੁਰਮੁਖੀ ਨਾਲ ਉਹਨਾਂ ਨੂੰ ਜੋੜਨਾ ਹੈ। ਇਹ ਕਰਕੇ ਆਪ ਜੀ ਸਾਰਿਆਂ ਦਾ ਸਾਥ ਚਾਹੀਦਾ, ਮਿਹਨਤ ਚਾਹੀਦੀ ਹੈ। ਹੋ ਸਕਦਾ ਹੈ ਕਈ ਵਾਰ ਆਪ ਜੀ ਜਿੱਦਾਂ ਦੂਜੇ ਸਕੂਲਾਂ 'ਚ ਹੁੰਦੇ ਆ, ਉਹਨਾਂ ਸਕੂਲਾਂ 'ਚ ਕਈ ਵਾਰ ਕੋਈ ਚੀਜ਼ ਆਪ ਜੀ ਨੂੰ ਲੱਗੇ ਕਿ ਆਹ ਤੇ ਲੋੜ ਨਹੀਂ ਹੈ ਕਿ ਉਹ ਸਿਖਾਉਣ ਦੇ, ਪਰ ਜੋ ਵੀ ਸਿਖਾਇਆ ਜਾ ਰਿਹਾ ਹੈ ਉਹ ਉਹਨਾਂ ਦੀ ਦੂਰਅੰਦੇਸ਼ੀ ਨਾ ਦੇਖਿਓ ਕਿ ਉਹਨਾਂ ਨੂੰ ਇੱਥੇ ਕੁ ਜੇ ਨਹੀਂ ਹੈ। ਸਾਡਾ ਨਹੀਂ ਮਕਸਦ ਕਿ ਉਹਨਾਂ ਨੂੰ ਸਿਰਫ ਪੰਜਾਬੀ ਸਿਖਾਉਣੀ ਹੈ। ਅਸੀਂ ਤੇ ਸੋਚਦੇ ਹਾਂ, ਪਹਿਲੀ ਗੱਲ ਤੁਹਾਨੂੰ ਪੰਜਾਬੀ ਸਿਖਾਉਣ ਵਾਲੇ ਟੀਚਰ ਨਹੀਂ ਮਿਲਦੇ। ਕਿੰਨੀ ਦਿੱਕਤ ਦੀ ਗੱਲ ਹੈ ਕਿ ਪੰਜਾਬੀ ਸਿਖਾਉਣ ਵਾਲੇ ਟੀਚਰ ਨਹੀਂ ਮਿਲਣਗੇ। ਕਮਾਲ ਦੀ ਬਾਤ ਹੈ ਕਿ ਜਿਸ ਲੈਂਗੁਏਜ ਨੂੰ ਅਸੀਂ ਦਿਲੋਂ ਜਾਨ ਨਾਲ ਮੁਹੱਬਤ ਕਰਦੇ ਹਾਂ, ਹੈ ਨਾ, ਜਿਹਨੂੰ ਅਸੀਂ ਕਹਿੰਦੇ ਆ ਇਹ ਮੇਰੇ ਗੁਰੂ ਨਾਨਕ ਨੇ ਬੋਲੀ ਹੈ, ਮੇਰੇ ਗੁਰੂ ਦੀ ਬੋਲੀ ਹੈ, ਮੇਰੇ ਗੁਰੂ ਦੀ ਗੁਰਮੁਖੀ ਹੈ, ਉਹਦੇ ਟੀਚਰ ਨਹੀਂ ਮਿਲਣਗੇ। ਫਿਰ ਦੂਜੀ ਬਾਤ ਜਿਹੜੀ ਫੀਸ ਦੀ ਜਿਹੜੀ ਮਾਇਆ ਦਾ, ਉਹ ਵੀ ਅਸੀਂ ਅਮਰਦੀਪ ਖਾਲਸਾ ਜੀ ਨੂੰ ਅਸੀਂ ਕਿਹਾ ਸੀ ਕਿ ਇਸ ਭਾਸ਼ਾ ਦੀ ਥੋੜ੍ਹੀ ਜਿਹੀ ਵੈਲਿਊ ਨੂੰ ਵਧਾਉਣ ਵਾਸਤੇ ਇੰਨੇ ਕੁ ਪੈਸੇ ਰੱਖੋ ਜਿੰਨੀਆਂ ਅਜੇ ਵੀ ਜਿਹੜੀਆਂ ਦੂਜੀਆਂ ਸੰਸਾਰ ਦੀਆਂ ਭਾਸ਼ਾਵਾਂ ਨੇ ਉਹਦੇ ਤੋਂ ਥੱਲੇ ਹੀ ਰੱਖਿਆ ਹੈ। ਜੇ ਅੱਜ ਤੁਸੀਂ ਇੰਗਲਿਸ਼ ਦਾ ਟੀਚਰ ਲੱਭਣ ਜਾਓ ਆਨਲਾਈਨ ਤੇ 1 ਘੰਟੇ ਦੇ $5 ਤੋਂ $6 ਮਿਨੀਮਮ ਪ੍ਰਾਈਸ ਜਿਹੜਾ ਹੈ ਉਹ ਮਿਲਦਾ ਹੈ। ਤੇ ਫਿਰ ਵੀ ਇਹਨਾਂ ਨੂੰ ਕਿਹਾ ਸੀ ਚਲੋ ਫਿਰ ਵੀ ਥੋੜਾ ਘੱਟ ਰੱਖਿਓ। ਫਿਰ ਉਹ ਜਿਹੜਾ ਇੱਕ ਪੈਨੀ ਹੈ, ਇੱਕ ਪੈਸਾ ਹੈ, ਉਹਦਾ ਹਿਸਾਬ ਰੱਖਿਆ ਜਾ ਰਿਹਾ ਹੈ। ਕੱਲ ਨੂੰ ਜਦੋਂ ਸਿਲੇਬਸ ਬਣਨਾ ਹੈ, ਸਾਰਾ ਕੁਝ ਕਰਕੇ ਵਾਪਸ ਜਾਂ ਤੇ ਇਹਨਾਂ ਬੱਚਿਆਂ ਤੇ ਹੀ ਲਾਉਣਾ ਹੈ, ਜਾਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਬੱਚਿਆਂ ਦੇ ਜ਼ਰੀਏ ਕੋਈ ਇਹਨਾਂ ਨੂੰ ਕੋਈ ਸਿਦਕ ਦਾ, ਸੰਤੋਖ ਦਾ ਜਿਹੜਾ ਹੈ ਉਹ ਰੰਗ ਦੇਣ ਵਾਸਤੇ ਕੱਲ ਨੂੰ ਕੋਈ ਹੋਰ ਵੀ ਪ੍ਰੋਜੈਕਟ ਜਿਹੜੇ ਨੇ, ਜੇ ਕੱਲ ਨੂੰ ਮੰਨ ਲਓ ਇੰਡੀਆ ਗਏ ਜਾਂ ਉਹੋ ਜਿਹੀ ਥਾਂ ਗਏ ਜੋ ਦਾਨ ਪੁੰਨ ਕਰਵਾ ਕੇ ਕਿ ਇਹ ਉਹ ਗਰੀਬ ਬੱਚਿਆਂ ਨੂੰ ਵੇਖ ਸਕਣ, ਇਹ ਉਹਨਾਂ ਨਾਲ ਰੰਗ ਮਾਣ ਸਕਣ, ਇਹਨਾਂ ਦੇ ਅੰਦਰ ਉਹ ਸਿਦਕ ਪੈਦਾ ਹੋ ਜੇ, ਇਹਨਾਂ ਦੀਆਂ ਜਿੱਦਾਂ ਘਟ ਜਾਣ, ਉਹ ਜਿਹੇ ਬੇਅੰਤ ਰੰਗ ਜਿਹੜੇ ਨੇ ਉਹ ਇਹਨਾਂ ਦੀ ਪਕੜ 'ਚ ਆਉਣਗੇ। ਹੁਣ ਵੇਖੋ ਕਈਆਂ ਬੱਚੇ, ਕਈ ਪੇਰੈਂਟਸ ਕਹਿੰਦੇ ਨੇ ਸਾਡੇ ਬੱਚੇ ਨੇ ਜਿਹੜੀ ਹੈ ਨਾ ਉਹ ਸਕੂਲ ਤੋਂ 10ਵੀਂ ਕਰ ਲਈ, ਪਰ ਤੁਸੀਂ ਸੋਚ ਕੇ ਵੇਖੋ, ਆਪਣੇ ਬੱਚੇ ਨੂੰ ਪੁੱਛ ਕੇ ਵੇਖੋ ਕਾਰਕ ਕੀ ਹੁੰਦਾ ਪੁੱਤ, ਤੇ ਉਹਨੂੰ ਕਾਰਕ ਨਹੀਂ ਪਤਾ ਕਿ ਕਾਰਕ ਕੀ ਹੁੰਦਾ। ਬੇਅੰਤ ਰੰਗ ਨੇ ਜਿਹੜੇ ਗੁਰਬਾਣੀ ਦੇ ਨੇ, ਜਿਹੜੇ ਇਹਨਾਂ ਨੂੰ ਸਿਖਾਉਣੇ ਨੇ, ਤੇ ਅਸੀਂ ਇੱਦਾਂ ਸੋਚਦੇ ਹਾਂ ਕਿ ਇਹਨਾਂ ਨੂੰ ਘੱਟੋ ਘੱਟ ਵੇਖੋ ਇੱਕ ਸੰਸਾਰੀ ਪੜ੍ਹਾਈ ਹੈ ਜਿਹੜੀ ਤੁਸੀਂ ਕਰਾ ਹੀ ਰਹੇ ਹੋ, ਜਿਹਦੇ ਤੇ ਸਾਡਾ ਸਾਰਿਆਂ ਦਾ ਜ਼ੋਰ ਲੱਗਾ ਕਿ ਪੁੱਤ ਡਾਕਟਰ ਬਣਨਾ, ਪੁੱਤ ਇੰਜੀਨੀਅਰ ਬਣਨਾ, ਪੁੱਤ ਵਕੀਲ ਬਣਨਾ, ਪੁੱਤ ਜੌਬ ਕਰਨੀ, ਪੁੱਤ ਪੈਸੇ ਚਾਹੀਦੇ। ਇਹ ਜਿਹੜੀ ਪੜ੍ਹਾਈ ਹੈ ਇਹਨੂੰ ਆਪਣੇ ਗੁਰੂ ਵਾਸਤੇ ਰੱਖੋ, ਇਹਨੂੰ ਆਪਣੀ ਬੰਦਗੀ ਬਣਾਓ। ਇਹ ਬੱਚੇ ਕੱਲ ਨੂੰ ਇਹ ਯੋਗ ਹੋਣ ਕਿ ਸਾਰੇ ਸੰਸਾਰ ਨੂੰ ਜਿਹੜਾ ਰੰਗ ਦੇ ਸਕਣ। ਅਸੀਂ ਸਿਰਫ ਕੁਝ ਕੁ ਲੈਸਨ ਪੜ੍ਹਾ ਕੇ ਉਹ ਜਾ ਕੇ ਖਾਲਸਾ ਸਕੂਲ ਵਾਲਿਆਂ ਦੇ ਦਿਵਾਲੇ ਹੋ ਜਾਣੇ, ਸਾਡੇ ਬੱਚੇ ਨੂੰ ਆ ਗਿਆ, ਇਹਨੂੰ ਅਗਲੀ ਕਲਾਸ 'ਚ ਕਰ ਦਿਓ। ਉਹ ਵੀ ਸਾਡੇ 'ਚ ਮੋਹ 'ਚ ਹੁੰਦੇ, ਉਹਨਾਂ ਨੂੰ ਲੱਗਦਾ ਜੇ ਇਹਨੂੰ ਨਾ ਕਰਾਇਆ ਤੇ ਇਹਨਾਂ ਨੇ ਬੱਚਾ ਹਟਾ ਕੇ ਕਿਤੇ ਦੂਜੇ ਸਕੂਲ ਨਾ ਲੈ ਜਾਣ, ਸਾਡੇ ਬੱਚੇ ਨਾ ਘਟ ਜਾਣ। ਉਹ ਵੀ ਸਾਡਾ ਕਹਿਣਾ ਮੰਨ ਲੈਂਦੇ, ਉਸੇ ਵੇਲੇ ਅਗਲੀ ਕਲਾਸ 'ਚ ਕਰ ਦਿੰਦੇ ਵੀ ਚਲੋ ਕਰ ਦਿਓ। ਪਰ ਇਹ ਖਾਲਸਾ ਸਕੂਲ ਵਾਲਾ ਸੇਮ ਕਾਰਜ ਇੱਥੇ ਨਹੀਂ ਚੱਲਣਾ ਆਪ ਜੀ ਦਾ। ਜੇ ਆਪ ਜੀ ਫਿਰ ਵੀ ਬੱਚੇ ਨੂੰ ਲੈ ਕੇ ਜਾਣਾ ਚਾਹੁੰਦੇ ਆ, ਪਹਿਲਾਂ ਤਾਂ ਹੀ ਹੱਥ ਜੋੜ ਕੇ ਬੇਨਤੀ ਕਰਦੇ ਕਿ ਨਾ ਲੈ ਕੇ ਜਾਇਓ। ਬੜੀ ਵੱਡੀ ਸੇਵਾ ਹੈ, ਇਹਨੂੰ ਖਵਾਇਓ ਨਾ। ਇਹ ਕਈ ਪੀੜ੍ਹੀਆਂ ਤੱਕ ਸੇਵਾ ਚੱਲਣੀ ਹੈ। ਆਪ ਜੀ ਦੇ ਬੱਚਿਆਂ ਨੇ ਬਾਅਦ 'ਚ ਉਹ ਰੰਗ ਜਦੋਂ ਉਸ ਭਾਸ਼ਾ ਨਾਲ, ਉਸ ਗੁਰੂ ਦੀ ਮੁਖੀ ਦੇ ਨਾਲ ਜਦੋਂ ਆਪ ਆਪਣਾ ਰੰਗ ਜੋੜਿਆ ਨਾ, ਤੇ ਉਹਨੇ ਖੁਦ ਵੰਡਣੀ ਹੈ, ਉਹਨੇ ਖੁਦ ਇਹਦੀ ਸੇਵਾ ਕਰਨੀ ਹੈ। ਗਾਂ ਉਹਦੇ ਅੱਗੇ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੇ ਕਰਨੀ ਹੈ। ਇਹ ਬਹੁਤ ਇਹ ਨਵੇਕਲਾ ਰੰਗ ਹੈ ਜਿਹੜਾ ਇਹਨਾਂ ਬੱਚਿਆਂ ਨੂੰ ਸਿਖਾਉਣਾ ਹੈ। ਗੁਰੂ ਦੇ ਮੁਖ ਤੋਂ ਜੋ ਸ਼ਬਦ ਉਚਾਰਨ ਹੋਇਆ ਹੈ, ਜੋ ਅੱਜ ਗੁਰੂ ਪਿਤਾ ਦਾ ਸਵਰੂਪ ਹੈ, ਉਹਦੇ ਨਾਲ ਇਸ਼ਕ ਸਿਖਾਉਣਾ ਹੈ। ਛੋਟੀ ਜੀ ਬਾਤ ਨਹੀਂ ਹੈ। ਹਾਂ, ਹੋ ਸਕਦਾ ਹੈ ਕੋਈ ਬੱਚਾ ਕਿਸੇ ਕਾਰਨ ਕਰਕੇ ਨਾ ਸਿੱਖ ਪਾਵੇ, ਪਰ ਆਪਣੇ ਵੱਲੋਂ ਹੀ ਸਾਰੇ ਜਾਣੇ ਰਲ ਕੇ ਹੰਬਲਾ ਤੇ ਮਾਰੀਏ, ਕੋਸ਼ਿਸ਼ ਤੇ ਕਰੀਏ।
ਪਰ ਜੇ ਫਿਰ ਵੀ ਆਪ ਜੀ ਨੂੰ ਲੱਗੇ ਕਿ ਨਹੀਂ ਬੱਚੇ ਨੂੰ ਲੈ ਕੇ ਜਾਣਾ, ਤੇ ਉਹ ਆਪ ਜੀ ਦੀ ਮੌਜ ਹੈ। ਸਾਨੂੰ ਬਹੁਤੀ ਭੀੜ ਨਹੀਂ ਚਾਹੀਦੀ। ਅਸੀਂ ਤੇ ਬਸ ਇੱਕੋ ਬਾਤ ਕਵਾਂਗੇ ਕਿ ਆਪਣਾ ਥੋੜ੍ਹਾ ਜਿਹਾ ਐਫਰਟ ਸਾਨੂੰ ਦਿਓ, ਆਪਣੇ ਬੱਚੇ ਦਿਓ। ਇਹਨਾਂ ਵਾਸਤੇ ਇੱਕ ਨਵੀਂ ਰੰਗ, ਇੱਕ ਨਵੀਂ ਦੁਨੀਆ ਸਿਰਜਦੇ ਹਾਂ ਬਹਿ ਕੇ, ਸੋਹਣਾ ਜੀਵਨ ਸਿਰਜਦੇ ਹਾਂ। ਤੇ ਜਿਹੜੇ ਵਾਕਈ ਗੁਰੂ ਪਿਤਾ ਦੀ, ਵੇਖੋ ਗੁਰਮੁਖੀ ਜੇ ਉੱਦਾਂ ਵੇਖੀਏ ਤੇ ਕੋਈ ਭਾਸ਼ਾ ਨਹੀਂ ਹੈ, ਪਰ ਸਾਰੀਆਂ ਭਾਸ਼ਾ ਨੂੰ ਆਪਣੇ ਅੰਦਰ ਸਮਾ ਲੈਣ ਵਾਲਾ ਇੱਕ ਮਹਾਰੰਗ ਹੈ। ਉਹਦੇ 'ਚ ਵੇਖੋ ਸੰਸਕ੍ਰਿਤ ਦੇ ਸ਼ਬਦ ਵੀ ਆਉਣਗੇ, ਉਹਦੇ 'ਚ ਫਾਰਸੀ ਦੇ ਸ਼ਬਦ ਵੀ ਆਉਣਗੇ, ਉਹਦੇ 'ਚ ਬ੍ਰਿਜ ਭਾਸ਼ਾ ਦੇ ਸ਼ਬਦ ਵੀ ਆਉਣਗੇ। ਬੇਅੰਤ ਰੰਗ ਨੇ ਜਿਹੜੇ ਸਮਝਣੇ ਪੈਣਗੇ। ਅੱਜ ਕੀ ਹੈ, ਅੱਜ ਹੋ ਕੀ ਰਿਹਾ ਹੈ? ਅੱਜ ਜਿਹੜਾ ਸਿੱਖ ਜਗਤ 'ਚ ਇੰਨਾ ਵਿਵਾਦ ਹੈ, ਅਸੀਂ ਸਾਰੇ ਜਾਣੇ ਵਿਵਾਦਾਂ ਦੀ ਤੇ ਗੱਲ ਕਰਦੇ, ਫਲਾਣਾ ਬਾਬਾ ਆਹ ਕਹਿ ਗਿਆ ਤਾਂ ਵਿਵਾਦ ਹੋ ਗਿਆ, ਫਲਾਣੇ ਕਥਾਵਾਚਕ ਨੇ ਆਹ ਕਹਿਤਾ ਤਾਂ ਵਿਵਾਦ ਹੋ ਗਿਆ। ਵਿਵਾਦ ਕਿਸੇ ਗੱਲ ਦਾ ਹੈ ਕਿਉਂਕਿ ਅਸੀਂ ਸਿਆਣੇ ਨਹੀਂ ਹੈਗੇ। ਉਹਨੇ ਜੇ ਸੋਚੋ ਕਿ ਸਾਡੇ ਬੱਚੇ ਸਕਾਲਰ ਹੋਣ, ਉਹ ਖੁਦ ਸਾਰਾ ਕੁਝ ਜਾਣਦੇ ਹੋਣ, ਤੇ ਜਿਹੜਾ ਮਰਜ਼ੀ ਸਾਡੇ ਵਰਗਾ ਆ ਕੇ ਉਲ ਜਲੂਲ ਜੋ ਮਰਜ਼ੀ ਬਾਣੀ ਦੇ ਕੋਈ ਆਪਣੇ ਅਰਥ ਕਰ ਗਿਆ, ਕੋਈ ਕਰ ਗਿਆ, ਕੋਈ ਕਰ ਗਿਆ, ਤੇ ਕੀ ਵਿਵਾਦ ਬਣ ਪਾਏਗਾ? ਕੋਈ ਵਿਵਾਦ ਨਹੀਂ ਹੈ ਕਿਸੇ ਬਾਬੇ ਦਾ, ਕਿਸੇ ਉਹ ਉਹਨਾਂ ਦੀ ਕਹਿ ਲਓ ਕਿ ਉਹਨਾਂ ਦੀ ਸਤਿਗੁਰੂ ਨੇ ਉਹਨਾਂ ਨੂੰ ਬੁੱਧ ਉਨੀ ਬਖਸ਼ੀ ਏ, ਤੇ ਸਾਡੀ ਨਪੜਤਾ ਦਾ ਜਿਹੜਾ ਹੈ ਉਹ ਵਿਵਾਦ ਹੈ ਸਾਰਾ। ਅਸੀਂ ਉਹਨੇ ਗੁਰੂ ਨਾਲ ਉਹਨਾਂ ਇਸ਼ਕ ਹੀ ਨਹੀਂ ਕਮਾਇਆ, ਗੁਰੂ ਨਾਲ ਕਦੀ ਬਹਿ ਕੇ ਉਹਨਾਂ ਰੰਗ ਹੀ ਨਹੀਂ ਕਮਾਇਆ, ਕਦੀ ਗੁਰੂ ਵਾਸਤੇ ਇੰਨੀ ਤਿਆਰੀ ਨਹੀਂ ਕੀਤੀ ਕਿ ਗੁਰੂ ਪਿਤਾ ਤੇਰਾ ਇੱਕ ਇੱਕ ਰੰਗ ਸਮਝ ਆ ਜੇ, ਇੰਨੀ ਤਿਆਰੀ ਕਰ ਸਕੀ। ਅਸੀਂ ਸਿਰਫ ਉੱਤੋਂ ਜੇ ਸਾਰਾ ਕਾਰਜ ਕੀਤਾ ਹੈ, ਬਿਲਕੁਲ ਉੱਤੋਂ ਜੇ। ਇਹ ਕਰਕੇ ਆਪ ਜੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਜਿਹੜੇ ਨੇ ਨਾ, ਉਹ ਤੇ ਜਦੋਂ ਵੀ ਆਪ ਜੀ ਨੇ ਕੋਈ ਸੁਜੈਸ਼ਨ ਲੈ ਕੇ ਆਉਣਾ ਹੈ, ਕੋਈ ਸਵਾਲ ਲੈ ਕੇ ਆਉਣਾ ਹੈ, ਕੋਈ ਵੀ ਚੀਜ਼ ਲੈ ਕੇ ਆਉਣਾ ਹੈ, ਇੱਕੋ ਹੀ ਚੀਜ਼ ਧਿਆਨ 'ਚ ਰੱਖਿਓ ਕਿ ਸੇਵਾ ਨੂੰ ਮੁੱਖ ਰੱਖ ਕੇ, ਆਉਣ ਵਾਲੀਆਂ ਕਈ ਪੀੜ੍ਹੀਆਂ ਦੀ ਸੇਵਾ ਨੂੰ ਮੁੱਖ ਰੱਖ ਕੇ। ਵੇਖੋ ਹੁਣ ਜਿਹੜੇ ਸਾਡੇ ਕੋਲ ਬੱਚੇ ਨੇ, ਉਹਨਾਂ ਨੂੰ ਅਸੀਂ ਆਪਸ 'ਚ ਹਮੇਸ਼ਾ ਕੋਸ਼ਿਸ਼ ਕਰਦੇ ਕਿ ਇੱਕ ਆਦਤ ਬਣਾਓ ਆਪਸ 'ਚੋਂ ਦੀ ਪੰਜਾਬੀ ਬੋਲਣੀ। ਜੇ ਇੰਗਲਿਸ਼ ਬੋਲਦੇ, ਇੰਗਲਿਸ਼ ਬੋਲੋ ਪੁੱਤ ਬਾਹਰ, ਤੁਸੀਂ ਫਰੈਂਚ ਸਿੱਖੋ, ਸਪੈਨਿਸ਼ ਸਿੱਖੋ, ਕੋਈ ਦਿੱਕਤ ਨਹੀਂ, ਬਾਹਰ ਬੋਲੋ, ਕੋਈ ਦਿੱਕਤ ਨਹੀਂ ਹੈ। ਤੁਸੀਂ ਕਦੀ ਨੋਟਿਸ ਕੀਤਾ ਕਈਆਂ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਨੇ, ਉਹ ਇੰਗਲਿਸ਼ 'ਚ ਹੀ ਗੱਲ ਕਰਦੇ, ਆਲਵੇਜ਼ ਇੰਗਲਿਸ਼ 'ਚ ਗੱਲ ਕਰਦੇ, ਮਾਂ ਨਾਲ ਪਿਤਾ ਨਾਲ। ਪਰ ਕਦੀ ਨੋਟਿਸ ਕੀਤਾ ਜੇ ਕਿਤੇ ਉਹਨਾਂ ਨੂੰ ਉਸੇ ਘਰ 'ਚ ਹੀ ਬਜ਼ੁਰਗ ਨਾਨਾ ਨਾਨੀ ਆ ਜਾਂਦੇ ਜਾਂ ਦਾਦਾ ਦਾਦੀ ਆ ਜਾਂਦੇ, ਉੱਥੇ ਉਹ ਪੰਜਾਬੀ 'ਚ ਹੀ ਗੱਲ ਕਰਦੇ, ਕਿਉਂਕਿ ਸਾਈਕੋਲੋਜੀਕਲੀ ਉਹਨਾਂ ਨੂੰ ਪਤਾ ਹੈ ਕਿ ਇਹਦੇ ਨਾਲ ਪੰਜਾਬੀ 'ਚ ਕਰਨੀ ਪੈਣੀ। ਅਸੀਂ ਆਪਸ਼ਨ ਦਿੱਤੀ ਹੈ, ਫਿਰ ਉਹ ਆਦਤਾਂ ਬਣ ਜਾਂਦੀਆਂ। ਜਦੋਂ ਆਦਤਾਂ ਬਣ ਜਾਂਦੀਆਂ ਫਿਰ ਉਹ ਬੰਦਾ ਬੋਲਦਾ ਨਹੀਂ, ਯੂਜ਼ ਟੂ ਨਹੀਂ ਹੁੰਦਾ। ਤੇ ਹੁਣ ਜਿਹੜੇ ਇੱਥੇ ਸਾਡੇ ਕੋਲ ਬੱਚੇ ਰਹਿੰਦੇ, ਉਹਨਾਂ ਨੂੰ ਸਿੰਪਲ ਹੀ ਰੱਖਿਆ ਹੈ ਕਿ ਜਦੋਂ ਇੰਗਲਿਸ਼ ਬੋਲਦੇ ਉਹਨਾਂ ਨੂੰ ਕਹਿੰਦੇ ਚਲੋ ਇੰਨੇ ਡੰਡ ਲਾਓ, ਚਲੋ ਇੰਨੀਆਂ ਬੈਠਕਾਂ ਲਾਓ, ਸਿਰਫ ਇਹ ਕਰਕੇ ਕਿ ਉਹਨਾਂ ਨੂੰ ਯਾਦ ਰਵੇ ਕਿ ਸਭ ਤੋਂ ਪਹਿਲਾਂ ਮੇਰੇ ਵਾਸਤੇ ਮੇਰੇ ਗੁਰੂ ਦੀ ਗੁਰਮੁਖੀ ਹੈ, ਤੇ ਮੈਨੂੰ ਉਹਦੇ ਨਾਲ ਹੀ ਇੱਕ ਰੰਗ ਜਿਹੜਾ ਇਹ ਕਮਾਉਣਾ ਪਵੇ। ਇਹ ਬੜੇ ਉੱਚੇ ਰੰਗ ਨੇ, ਕਦੀ ਸੋਚ ਕੇ ਵੇਖਿਓ ਪੰਜਵੇਂ ਪਿਤਾ ਨੇ ਕਿਉਂ ਚੁਣਿਆ ਹੋਏਗਾ, ਇਸੇ ਹੀ ਭਾਸ਼ਾ ਨੂੰ ਕਿਉਂ ਚੁਣਿਆ ਹੋਏਗਾ। ਚਲੋ ਕਦੀ ਟਰਾਈ ਕਰਕੇ ਦੇਖਿਓ। ਅੱਗੇ ਸਾਨੂੰ ਇੱਕ ਦਿਨ ਜਾਂ ਥੋੜੇ ਦਿਨ ਹੋਏ, ਕਿਸੇ ਨੇ ਦਰਬਾਰ ਸਾਹਿਬ ਦੀ ਰਿਕਾਰਡਿੰਗ ਚੋਂ ਕੋਈ ਫੋਟੋ ਖਿੱਚ ਕੇ ਭੇਜੀ ਸੀ, ਸੈਂਡ ਕੀਤੀ ਸੀ ਕਿ ਉੱਥੇ ਲੜ ਲਾਏ ਦਾ ਜਿਹੜਾ ਸ਼ਬਦ ਸੀ, ਮਾਂ ਨਾਲ ਸੰਬੰਧਿਤ ਗੁਰੂ ਮਹਾਰਾਜ ਨੂੰ ਇੱਕ ਸ਼ਬਦ ਸੀ, ਤੇ ਲੜ ਲਾਏ ਦਾ ਜਿਹੜਾ ਸੀ ਉਹ ਸ਼ਬਦ ਦੇ ਅਰਥ ਇੰਗਲਿਸ਼ ਦੇ ਵਿੱਚ ਸਕਰਟ ਕੀਤਾ ਸੀ। ਜਿਹੜਾ ਲੜ ਹੀ ਉਹਦਾ ਸਕਰਟ ਅਰਥ ਕੀਤਾ ਹੈ, ਉੱਥੇ ਸਕਰਟ ਲਿਖਿਆ। ਕਦੀ ਖੁਦ ਟਰਾਈ ਕਰਕੇ ਵੇਖਿਓ ਕਿ ਕੋਈ ਲੈਂਗੁਏਜ ਜਿਹੜੀ ਹੈ ਨਾ, ਉਹਨੂੰ ਪੰਜਾਬੀ 'ਚ ਪਾ ਕੇ ਵੇਖਿਓ, ਉਹ ਇਨ ਬਿਨ ਉੱਦਾਂ ਹੀ ਪੈ ਜਾਂਦੀ, ਉਹਦੇ ਰੰਗ ਪੈ ਜਾਂਦੇ, ਉਹਦੇ ਭਾਵ ਪੈ ਜਾਂਦੇ, ਫੀਲਿੰਗਸ ਪੈ ਜਾਂਦੀਆਂ, ਸਾਰਾ ਕੁਝ ਹੀ ਪੈ ਜਾਂਦਾ। ਪਰ ਪੰਜਾਬੀ ਦੇ ਕਦੀ ਮਹਾਰੰਗਾਂ ਨੂੰ ਦੂਜੀ ਲੈਂਗੁਏਜ 'ਚ ਪਾਓਗੇ ਤੇ ਉਹ ਮਿਸਿੰਗ ਹੋ ਜਾਂਦਾ ਬੜਾ ਕੁਝ। ਹੁਣ ਇੰਗਲਿਸ਼ ਦਾ ਹੀ ਵੇਖੀਏ, ਉਹਦੇ 'ਚ ਵੇਖੋ ਸਵਰਗ ਨਰਕ ਤੇ ਲੱਭ ਜਾਂਦਾ, ਸੱਚਖੰਡ ਮਿਲਦਾ ਹੀ ਨਹੀਂ। ਹੈਵਨ ਹੈਲ ਤੇ ਹੈਗਾ ਆ, ਸੱਚਖੰਡ ਕਿੱਥੇ ਹੈ? ਸੋਚ ਕੇ ਵੇਖੋ ਨਾ, ਹੈਲ ਦੀ ਗੱਲ ਕਰ ਲਾਂਗੇ, ਹੈਵਨ ਦੀ ਕਰ ਲਾਂਗੇ, ਸੱਚਖੰਡ ਦੀ ਕੀ ਕਰਾਂਗੇ ਜਦੋਂ ਸ਼ਬਦ ਹੀ ਨਹੀਂ ਹੈਗਾ ਉਹਦੇ 'ਚ? ਫਿਰ ਬੜੇ ਸਾਊਂਡ ਮਿਸਿੰਗ ਨੇ, ਹਨਾ। ਆਪ ਜੀ ਦਾ ਦੱਦਾ ਸਾਊਂਡ ਮਿਸਿੰਗ ਹੈ, ਘੱਗਾ ਸਾਊਂਡ ਮਿਸਿੰਗ ਹੈ, ਬੇਅੰਤ ਸਾਊਂਡ ਨੇ ਜਿਹੜੇ ਮਿਸਿੰਗ ਨੇ, 100 ਦੇ ਹਿਸਾਬ ਨਾਲ ਸਾਊਂਡ ਮਿਸਿੰਗ ਹੈ। ਇਹ ਸਾਡਾ ਕੀ ਹੈ ਕਿ ਅਸੀਂ ਪੜ੍ਹਦੇ ਨਹੀਂ, ਅਸੀਂ ਪੜ੍ਹਦੇ ਨਹੀਂ। ਬੜੀ ਵਾਰ ਇਹ ਬੇਨਤੀ ਕਰਦੇ, ਵੇਖੋ ਅੱਜ ਤੋਂ ਕਿੰਨੇ ਚਿਰ ਪਹਿਲਾਂ ਜਿਹੜਾ ਇਹ ਜਾਰਜ ਬਰਨਾਰਡ ਸ਼ਾਹ ਨੇ ਕਿਹਾ ਸੀ ਕਿ ਇਹ ਅਧੂਰੀ ਲੈਂਗੁਏਜ ਹੈ, ਪੂਰੀ ਲੈਂਗੁਏਜ ਨਹੀਂ ਹੈ, ਇਹਦੇ 'ਚ ਬੇਅੰਤ ਸਾਊਂਡ ਮਿਸਿੰਗ ਨੇ।
ਹੁਣ ਡੱਡਾ ਸਾਊਂਡ ਜਿਹੜਾ ਹੈ ਉਹ ਹੈਗਾ ਹੈ, ਦੱਦਾ ਨਹੀਂ ਹੈਗਾ। ਇਹ ਕਰਕੇ ਉਹ ਲਖਵਿੰਦਰ ਹਰਵਿੰਦਰ, ਉਹਨੂੰ ਸਿੱਧਾ ਹੀ ਲਖਵਿੰਦਰ ਹਰਵਿੰਦਰ ਡਵਿੰਦਰ ਇਹੋ ਚੱਲਦਾ। ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਅਸੀਂ ਥੋੜਾ ਜਿਹਾ ਕਿਸੇ ਰੰਗ ਨੂੰ ਸਮਝੀਏ। ਬੱਚਿਆਂ ਦੀ ਜੇ ਕਿਤੇ ਕਈ ਵਾਰ ਹੁਣ ਕਲਚਰਲ ਦੇ ਵਿੱਚ ਕਈ ਕੁਝ ਸਿਖਾਉਣਾ ਪੈਣਾ ਜਿਹੜਾ ਕੱਲ ਨੂੰ ਉਹਨਾਂ ਦੀ ਗੁਰਮੁਖੀ ਤੇ ਰੰਗਾਂ ਦੇ ਵਿੱਚ ਸਮਝ ਆਉਣਾ। ਇਤਿਹਾਸਕ ਹਿਸਟਰੀ ਵੀ ਇਹ ਬੇਅੰਤ ਰੰਗ ਹਿਸਟਰੀ ਦੇ ਨੇ ਜਿਹੜੇ ਸਿਖਾਉਣੇ ਪੈਣੇ ਨੇ। ਹੁਣ ਸਨਕ ਸਨੰਦਨ ਦੀ ਗੱਲ ਕਰਾਂਗੇ ਤੇ ਸਨਕ ਸਨੰਦਨ ਦੱਸਣਾ ਪੈਣਾ ਸਨਕ ਸਨੰਦਨ ਕੌਣ ਹੈ ਨਾ। ਜੇ ਬ੍ਰਹਮਾ ਦੀ ਗੱਲ ਗੁਰਬਾਣੀ ਚ ਆਏਗੀ ਤੇ ਬ੍ਰਹਮਾ ਦੱਸਣਾ ਪਏਗਾ ਕਿ ਬ੍ਰਹਮਾ ਦਾ ਮਿੱਥ ਕੀ ਹੈ ਜਾਂ ਕੀ ਸਟੋਰੀ ਉਹਨਾਂ ਨੇ ਕ੍ਰੀਏਟ ਕੀਤੀ, ਕਿਹਨੂੰ ਬ੍ਰਹਮਾ ਕਿਹਾ ਜਾਂਦਾ। ਉਹ ਸਾਰੀਆਂ ਬਾਤਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਉਹ ਸਮਝਾਉਣੀਆਂ ਪੈਣਗੀਆਂ, ਤਾਂ ਹੀ ਜਿਹੜਾ ਉਹਨਾਂ ਦਾ ਬ੍ਰੇਨ ਹੈ, ਉਹਨਾਂ ਦੀ ਜਿਹੜੀ ਮੱਤ ਹੈ, ਉਹ ਸਹੀ ਢੰਗ ਨਾਲ ਉਹਦੇ ਚੋਂ ਰੰਗ ਕੱਢ ਸਕਦੀ ਹੈ ਕਿ ਹਾਂ ਮੇਰੇ ਗੁਰੂ ਨੇ ਕਿਹਾ ਮਹਾਨ ਰੰਗ ਪੈਦਾ ਕੀਤਾ। ਇਹ ਕਰਕੇ ਸਭ ਤੋਂ ਪਹਿਲੀਆਂ ਜਿਹੜੀਆਂ ਬੇਨਤੀਆਂ ਨੇ, ਇੱਕ ਤੇ ਕਾਲੇ ਨਾ ਪਿਓ, ਇੱਕ ਜਿਹੜੀ ਆਸੇ ਪਾਸੇ ਸਕੂਲਾਂ ਵਾਲੀ ਮੱਤ ਹੈ ਉਹ ਇੱਥੇ ਨਾ ਲੈ ਕੇ ਆਇਓ, ਤੇ ਦੂਜੀ ਚੀਜ਼ ਹੈ ਮਿਹਨਤ ਕਰਿਓ। ਤੇ ਬਾਕੀ ਜਿਹੜਾ ਇਹ ਉਹ ਟੀਚਰਾਂ ਨੂੰ ਵੀ ਬੜਾ ਚੁਣ ਕੇ ਉਹਨਾਂ ਨੂੰ ਸਿਲੇਬਸ ਵੀ ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਤਰੀਕੇ ਨਾਲ ਅਜੇ ਤੇ ਹੌਲੀ ਹੌਲੀ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਬੜੀ ਡਿਟੇਲ 'ਚ ਲੈ ਕੇ ਆਉਣਾ ਹੈ। ਜਿੱਦਾਂ ਕਿ ਮੰਨ ਲਓ ਕਿ ਹੁਣ ਪੰਜਾਬੀ ਦੀ ਗ੍ਰਾਮਰ ਸ਼ੁਰੂ ਹੋ ਗਈ, ਪੰਜਾਬੀ ਲੈਂਗੁਏਜ, ਫਿਰ ਇਹ ਤੋਂ ਅੱਗੇ ਕਾਵਿਆਂ ਦਾ ਰੰਗ ਵੀ ਜਿਹੜਾ ਹੈ ਉਹਨਾਂ ਨੂੰ ਸਮਝਾਉਣਾ ਪੈਣਾ ਹੈ ਨਾ। ਉਹਨਾਂ ਨੂੰ ਭਾਸ਼ਾਈ ਰੰਗ ਵੀ ਜਿਹੜਾ ਹੈ ਉਹ ਦੱਸਣਾ ਪੈਣਾ। ਹੁਣ ਤੁਸੀਂ ਪੰਜਾਬ ਦੀ ਜਿਹੜੀ ਇਲਾਕਾਈ ਭਾਸ਼ਾਵਾਂ ਨੇ ਉਹਦੇ 'ਚ ਹੀ ਕਿੰਨਾ ਫਰਕ ਹੈ। ਤੁਸੀਂ ਮਾਝੇ ਵੱਲ ਜਾਓਗੇ ਉਹ ਰੌ ਕਹਿਣਗੇ, ਮਾਲਵੇ 'ਚ ਕਹੋਗੇ ਉਹ ਗੰਨੇ ਦਾ ਰਸ ਕਹਿਣਗੇ ਹੈ ਨਾ। ਮਾਲਵੇ 'ਚ ਚਲ ਜਾਓਗੇ ਉਹ ਬੱਠਲ ਕਹਿ ਦੇਣਗੇ ਬਾਲਟੇ ਨੂੰ, ਮਾਝੇ ਵੱਲ ਜਾਓਗੇ ਉਹ ਜਿਹੜਾ ਹੈ ਉਹ ਬਾਲਟਾ ਕਹਿਣਗੇ। ਤੇ ਬੇਅੰਤੀ ਚੀਜ਼ਾਂ ਨੇ ਜਿਹੜੀਆਂ ਸਾਡੀ ਭਾਸ਼ਾਈ ਬੋਲੀ 'ਚ ਵੀ ਜਿਹੜਾ ਇਹ ਫਰਕ ਹੈ ਉਹ ਵੀ ਉਹਨਾਂ ਨੂੰ ਰੰਗ ਸਮਝ ਆਉਣੇ। ਸਿੱਧੇ ਸ਼ਬਦਾਂ 'ਚ ਕਹੀਏ ਤੇ ਜਿਹਨੂੰ ਸਕਾਲਰ ਕਹਿੰਦੇ ਆ ਨਾ ਇਸ ਦੁਨੀਆ ਦਾ, ਉਹਦੇ ਤੋਂ ਵੀ ਕੋਈ ਉੱਚਾ ਰੰਗ ਦੇਣ ਦੀ ਕੋਸ਼ਿਸ਼ ਆ ਇਹਨਾਂ ਬੱਚਿਆਂ ਨੂੰ। ਤੇ ਇੱਥੇ ਕਿ ਜੇ ਰੁਕਣਾ ਨਹੀਂ ਹੈ, ਅਸੀਂ ਜਦੋਂ ਇੰਡੀਆ ਗਏ ਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਬੱਚਿਆਂ ਦੇ ਜਿਹੜੇ ਪੇਪਰ ਨੇ ਤੇ ਇਹਨਾਂ ਦੀ ਡਿਗਰੀ ਕਿਸੇ ਯੂਨੀਵਰਸਿਟੀ ਤੋਂ ਮਿਲ ਸਕੇ। ਅਸੀਂ ਤੇ ਸੋਚਦੇ ਹਾਂ ਕਿ ਇਹਨਾਂ ਚੋਂ ਕਈਆਂ ਨੂੰ ਜਿਹੜੇ ਕਰ ਸਕੇ ਉਹਨਾਂ ਨੂੰ PhD ਤੱਕ ਕਰਾਉਣੀ ਹੈ, ਗੁਰਮਤਿ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ PhD ਕਰਾਉਣੀ ਹੈ। ਤੇ ਆਪ ਜੀ ਜੇ ਸਤਿਗੁਰੂ ਨੇ ਆਪ ਜੀ ਦੇ ਬੱਚਿਆਂ ਨੂੰ ਸੇਵਾ ਦਿੱਤੀ ਹੈ ਤੇ ਤਗੜੇ ਹੋ ਜਾਓ। ਤੇ ਬਾਕੀ ਅਮਰਦੀਪ ਖਾਲਸਾ ਜੀ ਆਪ ਜੀ ਜਦੋਂ ਕਈ ਵਾਰ ਪੇਰੈਂਟਸ ਇੱਦਾਂ ਵੀ ਆਉਂਦੇ ਨੇ ਕਿ ਨਾਲ ਦੇ ਜੀ ਨੂੰ ਉਹ ਵੇਖ ਲੈਂਦੇ ਕਿ ਉਹਨਾਂ ਦੇ ਬੱਚੇ ਹੁਣ ਇੱਦਾਂ ਪੜ੍ਹਨ ਡੇ, ਇੱਦਾਂ ਉਹ ਚੰਗਾ ਲੱਗਦਾ, ਉਹ ਅੱਗੇ ਗੱਲ ਕਰਦੇ, ਪਰ ਉਹਨਾਂ ਨੂੰ ਤੁਸੀਂ ਜਦੋਂ ਆਉਣਾ ਹੈ ਉਦੋਂ ਹੀ ਸਾਰੀ ਡਿਟੇਲ ਖੋਲ੍ਹ ਕੇ ਦੱਸਿਆ ਕਰੋ ਕਿ ਇੱਦਾਂ ਇੱਦਾਂ ਆਹ ਗੱਲ ਹੈ, ਆਹ ਗੱਲ ਹੈ, ਤੇ ਇੱਦਾਂ ਚੱਲਣਾ ਹੈ। ਠੀਕ ਹੈ। ਤੇ ਬਾਕੀ ਹੁਣ ਹੋਰ ਕਿਸੇ ਦਾ ਸਵਾਲ ਹੈਗਾ ਏ, ਕੋਈ ਕੁਐਸਚਨ ਹੈਗਾ ਏ ਤੇ ਉਹ ਪੁੱਛ ਲਿਓ ਤੇ ਫਿਰ ਅਸੀਂ ਉਹਦਾ ਜਵਾਬ ਦੇਣ ਵਾਲੇ ਬਣੀਏ। ਹਾਂਜੀ, ਸਾਰੇ ਪੇਰੈਂਟਸ ਨੂੰ ਬੇਨਤੀ ਹੈ ਜੀ, ਜਿਹੜੇ ਵੀ ਆਪ ਜੀ ਦੇ ਜਵਾਬ ਨੇ, ਇੱਕ ਫਿਰ ਦੁਬਾਰਾ ਬੇਨਤੀ ਕਰਦੀ ਹੈ, ਜਿਹੜੇ ਪੇਰੈਂਟਸ ਆਪਣਾ ਵੀਡੀਓ ਔਨ ਕਰ ਸਕਦੇ ਨੇ ਜ਼ਰੂਰ ਕਰਿਓ। ਜਿਹੜੇ ਵੀ ਪੇਰੈਂਟਸ ਆਪਣਾ ਵੀਡੀਓ ਔਨ ਕਰ ਸਕਦੇ ਨੇ, ਸੋ ਜੇ ਆਪ ਜੀ ਹੱਥ ਖੜਾ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਆਪ ਜੀ ਉਹ ਰੇਜ਼ ਹੈਂਡ ਵਾਲੀ ਆਪਸ਼ਨ ਜਿਹੜੀ ਜ਼ੂਮ ਦੇ ਵਿੱਚ ਹੈਗੀ ਆ ਉਹ ਕਰ ਸਕਦੇ ਹੋ। ਸੋ ਜੋ ਵੀ ਸਵਾਲ ਹੈਗੇ ਨੇ ਆਪ ਜੀ ਦਾ ਸਮਾਂ ਹੈ ਜੀ। ਗੁਰਤਾਜ ਸਿੰਘ ਨੇ ਰੇਜ਼ ਹੈਂਡ ਕੀਤਾ ਜੀ। ਗੁਰਤਾਜ ਸਿੰਘ ਤੁਸੀਂ ਅਨਮਿਊਟ ਕਰਕੇ ਪੁੱਛ ਸਕਦੇ ਹੋ ਭੈਣ ਜੀ। ਹਾਂਜੀ ਭੈਣ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਟਾਈਮ ਕਨਫਰਮ ਕਰਨਾ ਸੀ ਵੀ ਫਾਈਨਲਾਈਜ਼ ਤੁਸੀਂ ਕਰ ਲਿਆ ਕਲਾਸ ਦਾ ਟਾਈਮ ਵੀਕਡੇਜ਼ ਚ ਕਦੋਂ ਹੋਇਆ ਕਰੇਗਾ? ਜਿਹੜੀ ਨਵੀਂ ਕਲਾਸ ਦੀ ਗੱਲ ਕਰਦੇ ਆ ਆਪ ਜੀ? ਹਾਂਜੀ ਹਾਂਜੀ ਹਾਂਜੀ, ਨਵੀਂ ਕਲਾਸ ਤਾਂ ਸਾਡੀ ਥੋੜੀ ਜਿਹੀ ਡਿਸਕਸ਼ਨ ਹੋਈ ਸੀ ਪ੍ਰਿੰਸੀਪਲ ਸਾਹਿਬ ਨਾਲ, ਖਾਲਸਾ ਜੀ ਦੇ ਘਰੋਂ ਆਪਣੇ ਭੈਣ ਜੀ ਨੇ ਤੇ ਪੰਜਾਬ ਦੇ ਵਿੱਚ ਉਹ ਪ੍ਰਿੰਸੀਪਲ ਨੇ ਉਹ ਸਾਰਾ ਟੇਕ ਕੇਅਰ ਕਰਦੇ ਨੇ। ਤੇ ਇੱਕ ਵਾਰੀ ਬੱਚਿਆਂ ਦੇ ਨਾਲ ਉਹਨਾਂ ਦਾ ਅਸੀਂ ਵੀਡੀਓ ਰਾਹੀਂ ਗੱਲਬਾਤ ਵੀ ਕਰਵਾ ਦੇਵਾਂਗੇ ਜਿਹੜੀ ਨਵੀਂ ਕਲਾਸ ਦੇ ਬੱਚੇ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ 1 ਮਹੀਨੇ ਦੀ ਅਸੀਂ ਛੁੱਟੀ ਕਰਨੀ ਹੈ ਜੁਲਾਈ ਦੀ, ਸੋ ਅਸੀਂ ਸੋਚਦੇ ਸੀ ਜੁਲਾਈ ਦੇ ਮਹੀਨੇ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ ਪੰਜਾਬੀ ਕਲਾਸ। ਠੀਕ ਹੈ। ਹਾਂਜੀ, ਉਸ ਕਰਕੇ ਥੋੜਾ ਜਿਹਾ ਡਿਲੇ ਸੀਗਾ, ਟੀਚਰ ਦੇ ਨਾਲ ਤਕਰੀਬਨ ਉਹਨਾਂ ਦੀ ਗੱਲਬਾਤ ਹੋਈ ਆ। ਸੋ ਜੁਲਾਈ ਦੇ ਮਹੀਨੇ ਤੋਂ ਬਾਅਦ ਫਿਰ ਛੁੱਟੀਆਂ ਤੋਂ ਬਾਅਦ ਹੀ ਕਰਾਂਗੇ ਜੀ ਕਲਾਸ ਸ਼ੁਰੂ। ਧੰਨਵਾਦ ਜੀ।
ਠੀਕ ਹੈ ਜੀ। ਦੂਸਰੀ ਚੀਜ਼, ਇੱਕ ਹੱਥ ਤੇ ਕਿਸੇ ਜੀ ਨੇ ਉੱਦਾਂ ਤੇ ਕੋਈ ਕੁਐਸਚਨ ਕਰ ਨਹੀਂ ਰਿਹਾ, ਚਲੋ ਫਿਰ ਇੱਕ ਦੋ ਬਾਤ ਕਹਿ ਕੇ ਅਸੀਂ ਸਮਾਪਤੀ ਕਰੀਏ। ਕਈ ਵਾਰ ਇੱਦਾਂ ਹੁੰਦਾ ਹੈ ਕਿ ਕਈ ਜੀ ਜਿਹੜੇ ਨੇ ਨਾ ਉਹ ਇਹ ਕਹਿੰਦੇ ਨੇ ਕਿ ਕਲਾਸ ਦੇ ਵਿੱਚ ਬੱਚਿਆਂ ਦੀ ਗਿਣਤੀ 8 ਤੋਂ 9 ਇਹ ਥੋੜ੍ਹੇ ਹੋਣੇ ਚਾਹੀਦੇ ਨੇ ਜਾਂ ਕੁਝ ਨਾ ਕੁਝ। ਹਾਂ, ਆਪ ਜੀ ਸੁਜੈਸ਼ਨ ਬੜੇ ਪ੍ਰੇਮ ਨਾਲ ਆਪ ਜੀ ਨੂੰ ਕੱਲ੍ਹ ਆਉਣ ਵਾਲੇ ਸਮੇਂ 'ਚ ਕੋਈ ਕਹਿ ਲਓ ਕਿ ਜਦੋਂ ਵੀ ਹੋ ਸਕਿਆ ਇੱਕ ਆਪ ਜੀ ਨੂੰ ਈਮੇਲ ਦਿੱਤੀ ਜਾਏਗੀ, ਉਹਦੇ 'ਚ ਆਪ ਜੀ ਕੋਈ ਵੀ ਸੁਜੈਸ਼ਨ ਭੇਜ ਸਕਦੇ ਹੋ ਅਤੇ ਉਹ ਜੇ ਕਹਿ ਲਓ ਕਿ ਤਿਆਰ ਕਰਨਾ ਨੇ ਗੁਰਸਿੱਖਾਂ ਨੇ ਅਤੇ ਉਹ ਆਪ ਜੀ ਨੂੰ ਭੇਜ ਦੇਣਗੇ, ਫਿਰ ਉਹ 'ਚ ਭੇਜ ਦਿਓ। ਪਰ ਇੱਕ ਚੀਜ਼ ਹੈ ਕਿ ਥੋੜ੍ਹਾ ਜਿਹਾ ਵੇਟ ਕਰਿਓ, ਜਿੱਦਾਂ ਕਿਸੇ ਚੀਜ਼ ਦਾ ਸਾਲ ਖੰਡ ਵੇਟ ਕਰਿਓ। ਜੇ ਫਿਰ ਆਪ ਜੀ ਨੂੰ ਲੱਗੇ ਨਾ ਕਿ ਬੱਚੇ 'ਚ ਇੰਪਰੂਵਮੈਂਟ ਨਹੀਂ ਆਈ ਜਾਂ ਬੱਚੇ ਨੇ ਉਹ ਤੋਂ ਪਹਿਲਾਂ ਜਿਹੜਾ ਹੈ ਉਹ ਓਨਾ ਰੰਗ ਨਹੀਂ ਆਇਆ ਬੱਚੇ 'ਚ, ਬੱਚਾ ਤੁਰਿਆ ਨਹੀਂ, ਅਤੇ ਫਿਰ ਜਿਹੜਾ ਹੈ ਫਿਰ ਉਹ ਜਾਇਜ਼ ਹੈ ਆਪ ਜੀ ਦੀ ਹਰ ਚੀਜ਼ ਜਿਹੜੀ ਹੈ ਸ਼ਿਕਾਇਤ ਹੈ ਕਿ ਹਾਂ ਆਹ ਬੱਚਾ 1 ਸਾਲ ਹੋ ਗਿਆ ਇਹਨੇ ਇੱਦਾਂ ਨਹੀਂ ਕੀਤਾ ਜਾਂ ਆਹ ਗੱਲ ਇੱਦਾਂ ਹੈ, ਫਿਰ ਆਪ ਜੀ ਡਿਸਕਸ਼ਨ ਕਰ ਸਕਦੇ ਹੋ। ਕਈ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਛੇਤੀ ਛੇਤੀ ਕਾਹਲੀ ਪੈ ਜਾਂਦੇ, ਅਤੇ ਵੇਖੋ ਇਹ ਸੇਵਾ ਹੈ, ਇਹਦੇ 'ਚੋਂ ਕਿਸੇ ਨੇ ਨਹੀਂ ਆ ਵੇਖੋ ਅਮਰਦੀਪ ਖਾਲਸਾ ਜੀ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਲੈਣਾ ਹੈ ਨਾ, ਸਿਰਫ ਅਤੇ ਸਿਰਫ ਜਿਹੜੇ ਇੰਡੀਆ ਟੀਚਰ ਨੇ ਉਹਨਾਂ ਨੂੰ ਪੇ ਕਰਨ ਡਏ ਆ ਹੈ ਨਾ। ਉਹ ਵੀ ਜੇ ਕਿਤੇ ਵਲੰਟੀਅਰ ਟੀਚਰ ਸਾਨੂੰ ਇੱਦਾਂ ਦੇ ਮਿਲ ਜਾਣ ਜਿਹੜੇ ਡੈਡੀਕੇਟਡ ਹੋਣ, ਪਰ ਇੰਨੇ ਡੈਡੀਕੇਟਡ ਟੀਚਰ ਮਿਲਦੇ ਨਹੀਂ ਹੁੰਦੇ, ਉਹ ਮਿਲਦੇ ਵੀਕਐਂਡ 'ਤੇ ਹਫਤੇ 'ਚ 1 ਦਿਨ ਮਿਲ ਜਾਣਗੇ, ਪਰ ਰੋਜ਼ ਨਹੀਂ ਮਿਲਦਾ ਕੋਈ, ਅਤੇ ਸਿਰਫ ਉਹਨਾਂ ਨੂੰ ਪੇ ਕਰਦੇ ਆ। ਬਾਕੀ ਸਾਰੇ ਕਹਿ ਲਓ ਕਿ ਜਿਹੜੀ ਮਾਇਆ ਵੀ ਹੈ ਉਹ ਵੀ ਸਾਂਭ ਕੇ ਰੱਖਣ ਡਏ ਆ ਕਿ ਉਹਨੂੰ ਕਿੱਦਾਂ ਬੱਚਿਆਂ 'ਤੇ ਲਾਉਣਾ ਹੈ, ਬੱਚਿਆਂ 'ਤੇ ਗਾੜੀ ਕਿੱਦਾਂ ਕਰਨਾ। ਅਤੇ ਜੇ ਇਹ ਵਿਚਾਰੇ ਦਿਨ ਰਾਤ ਅਮਰਦੀਪ ਖਾਲਸਾ ਜੀ ਦੀ ਲਾ ਲਈਏ ਕਿ ਦਿਨ ਰਾਤ ਇਹ ਸੇਵਾ 'ਤੇ ਨੇ, ਕਦੀ ਕਿਸੇ ਪੇਰੈਂਟਸ ਨਾਲ ਗੱਲ ਕਰਦੇ, ਕਦੀ ਕਿਸੇ ਨਾਲ ਕਰਦੇ, ਜਿਹੜਾ ਇਸ਼ੂ ਹੈ ਉਹ ਟੀਚਰਾਂ ਨਾਲ ਕਰਦੇ ਹੈ ਨਾ। ਅਤੇ ਆਪ ਜੀ ਤਗੜੇ ਹੋ ਕੇ ਅਸੀਂ ਇੱਕੋ ਹੀ ਬੇਨਤੀ ਵਾਸਤੇ ਆਏ ਹਾਂ ਕਿ ਆਪ ਜੀ ਸਾਥ ਦਿਓ, ਕਾਹਲੇ ਨਾ ਪਿਓ ਛੇਤੀ ਨਾਲ। ਬਾਕੀ ਵੇਖੋ ਜਿਹੜੀ ਇੰਪਰੂਵਮੈਂਟ ਵਾਲੀਆਂ ਚੀਜ਼ਾਂ ਨੇ ਉਹ ਆਪ ਜੀ ਨੂੰ ਆਪੇ ਪਤੀ ਲੱਗੀ ਜਾਣੀਆਂ ਹੈ ਨਾ। ਹੁਣ ਗ੍ਰੈਮਰ ਹੀ ਲਾ ਲਓ, ਹੁਣ ਆਪ ਜੀ ਦੀ ਇਹ ਨਹੀਂ ਕਿ ਇਹ ਜਿਹੜੀ ਲੈਂਗੁਏਜ ਇਹ ਸਿਰਫ ਰੂਹਾਨੀਅਤ ਤੱਕ ਹੀ ਚੱਲਣਾ, ਇਹਨੇ ਸੰਸਾਰੀ ਸੁੱਖਾਂ 'ਚ ਵੀ ਕਈ ਥਾਂ ਸਾਥ ਦੇਣਾ ਹੈ। ਹੁਣ ਗ੍ਰੈਮਰ ਦੀ ਇਹ ਹੋ ਸਕਦਾ ਹੈ ਬੱਚਿਆਂ ਨੂੰ ਗ੍ਰੈਮਰ ਉੱਦਾਂ ਨਾ ਸਮਝ ਆਉਂਦੀ ਹੋਵੇ, ਪਰ ਜਦੋਂ ਗ੍ਰੈਮਰ ਪੰਜਾਬੀ ਦੀ ਸਿਖਾਈ ਇੰਗਲਿਸ਼ ਦੀ ਆਪਣੇ ਆਪ ਸਮਝ ਆਉਣੀ, ਕਿਉਂਕਿ ਹੁਣ ਵੇਖੋ ਨਾਊਨ ਪ੍ਰਨਾਊਨ ਚੱਲਦੇ ਨੇ, ਨਾਮ ਪੜਨਾਮ ਇੰਗਲਿਸ਼ 'ਚ ਵੀ ਉਹੋ ਹੀ ਨੇ ਹੈ ਨਾ, ਉਹੋ ਹੀ ਐਡਜੈਕਟਿਵ ਅਤੇ ਐਡਵਰਬ ਬਣ ਜਾਣੇ ਜਿਹੜੇ ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਨੇ ਉੱਧਰ ਹੈ ਨਾ। ਇਹ ਕਰਕੇ ਆਪ ਜੀ ਦੇ ਸਾਰੇ ਰੰਗ ਜਿਹੜੇ ਨੇ ਉਹਦੇ 'ਚੋਂ ਬੇਅੰਤ ਸੰਸਾਰੀ ਰੰਗ ਵੀ ਮਿਲਣੇ ਨੇ। ਜਦੋਂ ਬੱਚਾ ਹੀ ਆਪ ਜੀ ਦਾ ਸੋਝੀਵਾਨ ਹੋਇਆ, ਵੇਖੋ ਉਹਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਤੇ ਮਿਹਨਤ ਕਰੀ ਦੀ ਹੈ ਨਾ, ਕਿ ਉਹਦਾ ਜਿਹੜਾ ਹੈ ਉਹਦੀ ਇਮੈਜੀਨੇਸ਼ਨ ਕਿੱਦਾਂ ਇੰਪਰੂਵ ਹੋਵੇ, ਉਹਦਾ ਜਿਹੜਾ ਹੈ ਉਹਦੀ ਯਾਦ ਕਿੱਦਾਂ ਕਰ ਸਕੇ, ਉਹਦੀ ਜਿਹੜੀ ਉਹਦੀ ਬੁੱਧ ਹੈ ਉਹਦਾ ਦਾਇਰਾ ਕਿੱਦਾਂ ਵਜੇ, ਉਹਦੀ ਜਿਹੜੀ ਟਾਈਮ ਲਿਮਟ ਉਹਨੇ ਕੀਤੀ ਹੈ ਕਿ ਪੜ੍ਹਿਆ ਤੇ ਭੁੱਲ ਗਿਆ, ਉਹ ਯਾਦ ਕਿੱਦਾਂ ਰਵੇ। ਹੁਣ ਅਸੀਂ ਆਪਣਾ ਦੇਖੀਏ ਕਿ ਸਾਨੂੰ ਅਜੇ ਤੱਕ ਯਾਦ ਹੈ ਕਿ ਇਹ ਕਲਾਸ 'ਚ ਆਹ ਵਾਲਾ ਚੈਪਟਰ ਪੜ੍ਹਾਇਆ ਸੀ, ਇਹ ਕਲਾਸ 'ਚ ਆਹ ਵਾਲਾ ਚੈਪਟਰ ਪੜ੍ਹਾਇਆ ਸੀ। ਕਈ ਵਾਰ ਇਸ ਤਰ੍ਹਾਂ ਬੈਠੇ ਗੱਲ ਕਰਦੇ ਕਿ ਸਾਡੇ ਇੱਕ ਨਾ 9ਵੀਂ 10ਵੀਂ 'ਚ ਇੱਕ ਆਹ ਵਾਲਾ ਪੰਜਾਬੀ ਦਾ ਆਇਆ ਸੀ, ਬੜਾ ਸੋਹਣਾ ਸੀ। ਅਤੇ ਕਈ ਵਾਰ ਬੱਚੇ ਹੁਣ ਉਹ ਪੜ੍ਹਦੇ ਨੇ ਅਤੇ ਉਹ ਕਹਿਣਗੇ ਖਾਲਸਾ ਜੀ ਸਾਨੂੰ ਵੀ ਪੜ੍ਹਾਇਆ ਉਹ ਵਾਲਾ, ਅਤੇ ਉਹ ਯਾਦ ਤਾਂ ਹੋਣੀ ਰਹਿਣੀ ਚਾਹੀਦੀ ਹੈ ਨਾ। ਜਿਹੜੀਆਂ ਚੰਗੀਆਂ ਚੀਜ਼ਾਂ ਤੁਸੀਂ ਪੜ੍ਹੀਆਂ ਨੇ ਉਹ ਆਪ ਜੀ ਦੇ ਬੱਚੇ ਦੀ ਬੁੱਧ ਵੀ ਉਹਦੇ ਨਾਲ ਇੰਪਰੂਵ ਹੋਏਗੀ, ਸਾਰਾ ਕੁਝ ਹੋਏਗਾ। ਬਸ ਇੱਕੋ ਹੀ ਹੈ ਕਿ ਕਾਹਲੇ ਨਾ ਪਿਓ। ਕਈ ਵਾਰ ਅਸੀਂ ਇਹ ਮੀਟਿੰਗ ਵੀ ਸ਼ਾਇਦ ਤਾਂ ਕਰਕੇ ਕੀਤੀ, ਇੱਕ ਭੈਣਾਂ ਨੇ ਸਾਡੇ ਉਹਨਾਂ ਦਾ ਵੀ ਬੱਚਾ ਆਉਂਦਾ ਸੀ ਅਤੇ ਉਹਨੇ ਵੇਖਿਆ ਤਾਂ ਉਹ ਕਹਿੰਦੀ ਕਿ ਨਹੀਂ ਇਹੋ ਹੀ ਕਰਾਈ ਜਾਂਦੇ, ਉਹਨੇ ਬੱਚਾ ਹਟਾ ਲਿਆ, ਮੈਂ ਨਹੀਂ ਇੱਥੇ ਕਰਾਉਣਾ ਹੈ ਨਾ, ਇਹ ਬਾਰ ਰਿਪੀਟ ਕਰਾਈ ਜਾਂਦੇ। ਪਰ ਉਹਨੂੰ ਇਹ ਨਹੀਂ ਪਤਾ ਕਿ ਰਿਪੀਟ ਇਹ ਕਰਕੇ ਨਹੀਂ ਕਰਾ ਰਹੇ ਕਿ ਉਹਨੂੰ ਸ਼ਬਦ ਜਿਹੜੇ ਨੇ, ਸ਼ਬਦ ਤੇ ਬੜਾ ਕੁਝ ਹੈ, ਉਹ ਤੇ ਫਿਰ ਸਿਲੇਬਸ ਹੀ ਜੇ ਇਕੱਲਾ ਮੁਕਾਉਣਾ ਹੈ, ਉਹ ਖਾਲਸਾ ਸਕੂਲ ਵਾਂਗੂ ਉਹ ਤੇ ਛੇਤੀ ਮੁਕਾ ਕੇ ਤੇ ਤੁਹਾਨੂੰ ਕਹੀਏ 10ਵੀਂ ਹੋ ਗਈ ਤੇ ਤੁਸੀਂ ਖੁਸ਼ ਹੋ ਜਾਓ। ਪਰ ਅਸੀਂ ਤੁਹਾਨੂੰ ਖੁਸ਼ ਕਰਨ ਵਾਸਤੇ ਨਹੀਂ ਆ ਹੈ ਨਾ। ਤੁਹਾਡੀ ਖੁਸ਼ੀ ਆਪਣੇ ਆਪ ਆ ਜਾਣੀ ਜਦੋਂ ਬੱਚਾ ਉਹ ਰੰਗ 'ਤੇ ਗਿਆ। ਅਸੀਂ ਤੇ ਆਪਣੇ ਗੁਰੂ ਦੀ ਖੁਸ਼ੀ ਵਾਸਤੇ ਤੇ ਬੱਚਿਆਂ ਦੇ ਉਹ ਰੰਗ ਵਾਸਤੇ ਆ ਬਸ। ਤੇ ਆਪ ਜੀ ਨੇ ਆਪੇ ਖੁਸ਼ ਹੋ ਜਾਣਾ ਜਦੋਂ ਆਪ ਜੀ ਨੇ ਉਹ ਫਰਕ ਦੇਖਿਆ। ਤੇ ਇਹ ਕਰਕੇ ਜਿਵੇਂ ਉਹ ਭੈਣ ਗਈ, ਅਸੀਂ ਇਹੋ ਬਸ ਸੋਚਦੇ ਹਾਂ ਕਿ ਚਲੋ ਆਪ ਜੀ ਕਾਹਲੇ ਨਾ ਛੇਤੀ ਨਾ ਪਿਓ, ਸਾਲ ਖੰਡ ਲਾ ਕੇ ਜੇ ਬੱਚੇ ਦੀ ਇੰਪਰੂਵਮੈਂਟ ਨਹੀਂ ਹੋਏਗੀ ਫਿਰ ਵੇਖਿਓ ਕਿ ਹਾਂ, ਫਿਰ ਸਾਡੇ ਨਾਲ ਗੱਲ ਕਰ ਲਿਓ, ਅਮਰਦੀਪ ਖਾਲਸਾ ਜੀ ਨਾਲ ਕਰ ਲਿਓ ਕਿ ਖਾਲਸਾ ਜੀ ਬੱਚੇ ਦੀ ਆਹ ਦਿੱਕਤ ਆਉਂਦੀ, ਅਜੇ ਤੱਕ ਹੋਇਆ ਨਹੀਂ ਆਹ ਵਾਲੀ ਚੀਜ਼। ਤੇ ਪਹਿਲੀ ਗੱਲ ਤੇ ਇਦਾਂ ਹੋਏਗਾ ਨਹੀਂ, ਕਿਉਂਕਿ ਇੱਕ ਬੱਚੇ ਤੇ ਧਿਆਨ ਦਿੱਤਾ ਜਾਂਦਾ। ਇਸ ਟਾਈਮ ਤੇ ਵੀ ਜਿਹੜੇ ਬੱਚੇ ਘੱਟ ਪਰਫਾਰਮ ਕਰਨ ਡਏ ਨੇ ਉਹਨਾਂ ਦੀ ਹੁਣ ਛੁੱਟੀਆਂ ਤੋਂ ਬਾਅਦ ਕਲਾਸ ਚੇਂਜ ਕਰਨੀ ਹੈ। ਉਹਨਾਂ ਨੂੰ ਜਿਹੜਾ ਹੈ ਉਹ ਟੀਚਰ ਚੇਂਜ ਕਰਕੇ ਇੱਕ ਵਧੀਆ ਟੀਚਰ ਹੋਰ ਥੋੜ੍ਹਾ ਜਿਹਾ ਦੇਣਾ ਹੈ
ਜਿਹੜਾ ਉਹਨਾਂ ਨੂੰ ਕਿਸੇ ਢੰਗ ਨਾਲ ਉਹਨਾਂ ਤੇ ਸਪੈਸ਼ਲ ਜਿਹੜਾ ਕਹਿ ਲਓ ਕਿ ਇੱਕ ਕਲਾਸ ਜਿਹੜੀ ਸ਼ੁਰੂ ਕਰਨੀ ਹੈ ਉਹਨਾਂ ਦੀ। ਤੇ ਉਹਨਾਂ ਦਾ ਵੇਖੋ ਕਿਆ ਹੁਣੇ ਛੁੱਟੀਆਂ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਦੇ ਨਾਮ ਲਿਖੇ ਜਾਣ ਡੇ ਨੇ, ਉਹਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਬੱਚੇ ਘੱਟ ਜਿਹੜੇ ਨੇ ਉਹ ਪਰਫਾਰਮ ਕਰਨ ਦੇ ਨੇ। ਤੇ ਇਸ ਕਰਕੇ ਵੇਖੋ ਸਾਡੇ ਵਾਸਤੇ ਆਪ ਜੀ ਸਾਰੇ ਹੀ ਗੁਰੂ ਦੇ ਬੱਚੇ ਹੋ ਤੇ ਇਹ ਸਾਰੇ ਬੱਚੇ ਸਾਡੇ ਆਪਣੇ ਬੱਚੇ ਨੇ। ਤੇ ਜੇ ਇੱਕ ਗੱਲ ਅਸੀਂ ਕਹਿਣੀ ਚਾਹੀਏ ਨਾ ਤੇ ਬੇਝਿਜਕ ਅਸੀਂ ਇਹ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਹੁਣ ਆਪ ਜੀ ਦੀ ਈਗੋ ਨੂੰ ਇਹ ਗੱਲ ਕਹਿੰਦਿਆਂ ਸੱਟ ਲੱਗੇ, ਪਰ ਸਾਡਾ ਇਹ ਮਤਲਬ ਨਹੀਂ ਹੈ ਤੇ ਨਾ ਹੀ ਅਸੀਂ ਇਸ ਤਰੀਕੇ ਨਾਲ ਕਹਿਣ ਲੱਗੇ, ਸਿਰਫ ਪ੍ਰੇਮ ਨਾਲ ਕਹਿਣ ਲੱਗੇ, ਇਹਨੂੰ ਸਮਝ ਲਿਓ ਹੈ ਨਾ। ਤੇ ਹੋ ਸਕਦਾ ਹੈ ਆਪ ਜੀ ਤੋਂ ਜ਼ਿਆਦਾ ਜਿਹੜਾ ਹੈ ਉਹ ਇਹਨਾਂ ਦਾ ਭਲਾ ਚਾਹੁੰਦੇ ਹੋਈਏ, ਆਪ ਜੀ ਤੋਂ ਦੂਰ ਦੇਸ਼ੀ ਤੱਕ ਜਿਹੜਾ ਹੈ ਦੂਰ ਤੱਕ ਸੋਚਦੇ ਹੋਈਏ ਕਿ ਕਿੱਦਾਂ ਚੱਲੇਗਾ। ਤੇ ਸਿਰਫ ਇਹਨਾਂ ਦਾ ਹੀ ਕਿਉਂ, ਇਹਨਾਂ ਦੇ ਆਉਣ ਵਾਲੀ ਪੀੜ੍ਹੀ ਦਾ ਵੀ ਜਿਹੜਾ ਹੈ ਉਹ ਵੀ ਸੋਚਦੇ ਹੋਈਏ ਕਿ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਦਾ ਕੀ ਬਣੇਗਾ, ਉਹਨਾਂ ਦੀ ਅਗਲੀ ਪੀੜ੍ਹੀ ਦਾ ਕੀ ਬਣੇਗਾ। ਇਸ ਕਰਕੇ ਇਹ ਗੁਰੂ ਦੇ ਮਹਾਰੰਗਾਂ ਨੂੰ ਜਿਹੜਾ ਹੈ ਨਾ, ਇਹ ਸਿਰਫ ਉਹ ਗੁਰੂ ਅੰਗਦ ਪਾਤਸ਼ਾਹ ਦਾ ਜਿਹੜਾ ਉਹ ਰੰਗ ਹੈ ਜਿਹੜਾ ਸਤਿਗੁਰੂ ਨੇ ਆਪ ਸ਼ੁਰੂ ਕੀਤਾ, ਜਿਹੜਾ ਹਰ ਗੁਰੂ ਸਾਹਿਬਾਨ ਨੇ ਆਪ ਇਹ ਜਿਹੜੀ ਇਹ ਵਿਦਿਆ ਆਪ ਜਿਹੜੀ ਇਹ ਸਿਖਾਈ। ਇਸ ਰੰਗ ਨੂੰ ਜਿਹੜਾ ਇਹ ਜੇ ਆਪ ਜੀ ਉਹਦੀ ਹਿੱਸਾ ਬਣੇ ਹੋ ਤੇ ਤਗੜੇ ਹੋ ਕੇ ਕਿਤੇ ਮਾਣ ਕਰਿਓ ਕਿ ਸਤਿਗੁਰੂ ਨੇ ਆਪ ਜੀ ਨੂੰ ਚੁਣਿਆ। ਤੇ ਦੂਜੀ ਬਾਤ ਹੈ ਰੀਝ ਨਾ ਇਹ ਨਿਭਾਇਓ, ਇਹਨੂੰ ਇੱਕ ਬੰਦਗੀ ਦੇ ਰੂਪ 'ਚ ਰੀਝ ਨਾ ਇਹ ਸੇਵਾ ਕਰੇ। ਸੇਵਾ ਸਿਰਫ ਇੰਨੀ ਨਹੀਂ ਹੁੰਦੀ ਕਿ ਗੁਰੂ ਘਰ ਜਾ ਕੇ ਭਾਂਡੇ ਧੋ ਲੈਣੇ, ਹਾਂ ਉਹ ਇੱਕ ਸੇਵਾ ਜ਼ਰੂਰ ਹੈ, ਪਿਆਰੀ ਸੇਵਾ ਹੈ। ਜਾਂ ਗੁਰੂ ਘਰ ਜਾ ਕੇ ਜਿਹੜਾ ਹੈ ਉਹ ਸੋਨਾ ਚੜਾਉਣਾ ਜਾਂ ਉੱਥੇ ਜਾ ਕੇ ਝਾੜੂ ਮਾਰਉਣਾ ਹੈ ਨਾ। ਸੇਵਾ ਤੇ ਉਹ ਵੀ ਹੈ ਕਿ ਮੇਰੇ ਗੁਰੂ ਦੇ ਮਹਾਰੰਗ ਜਿਹੜੇ ਨੇ ਉਹ ਕਿੱਦਾਂ ਸੰਭਾਲੇ ਜਾਣ, ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਸੰਸਕਾਰ ਉਹਨਾਂ ਦੇ ਅੰਦਰ ਪਾ ਕੇ, ਕਿਵੇਂ ਉਹ ਰੰਗ ਉਹਦੇ ਅੰਦਰ ਪਾ ਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਹੜੇ ਉਹ ਰੰਗ ਅੱਗੇ ਚਲਾ ਸਕੀਏ। ਤੇ ਬਾਕੀ ਇਹ ਬੜੇ ਬੜੇ ਸੋਹਣੇ ਰੰਗ ਨੇ। ਜਦੋਂ ਆਪ ਜੀ ਦੇ ਬੱਚੇ ਉਹਨਾਂ ਮਹਾਰੰਗਾਂ ਨੂੰ ਮੰਨਣਗੇ ਫਿਰ ਤੇ ਐਵੇਂ ਜਿਹੜਾ ਆ ਕੇ ਇਹਨਾਂ 'ਚ ਵਿਵਾਦ ਨਹੀਂ ਖੜਾ ਕਰ ਸਕਦਾ। ਦੂਜਾ ਜਿਹੜਾ ਅਸੀਂ ਹੌਲੀ ਹੌਲੀ ਹੁਣ ਛੱਡੀ ਜਾਂਦੇ ਆ ਕਿ ਬਸ ਖਾਲਸਾ ਸਕੂਲ ਤੋਂ 10ਵੀਂ ਕਰ ਲਈ ਤੇ ਇਨਫ ਹੈ, ਇੰਨੀ ਕੁ ਪੰਜਾਬੀ ਬਹੁਤ ਹੈ ਨਾ। ਉਹਦਾ ਲੈਵਲ ਵੀ ਇਹਨਾਂ ਬੱਚਿਆਂ ਨੇ ਕੱਲ੍ਹ ਨੂੰ ਜਦੋਂ ਇਹੋ ਬੱਚੇ PhD ਕਰਨਗੇ ਤੇ ਇਹਨਾਂ ਦੇਸ਼ਾਂ 'ਚ ਜਾਂ ਇੰਡੀਆ ਦੇ ਵਿੱਚ ਜਿਹੜਾ ਇਹ ਆਪਣੇ ਆਪ ਇੱਕ ਲੋਕ ਲਹਿਰ ਚੱਲੇਗੀ ਵੀ ਲੈ ਯਾਰ 10ਵੀਂ ਕਰਕੇ ਕੋਈ ਵੱਡੀ ਗੱਲ ਥੋੜ੍ਹੀ ਆ, ਬੱਚੇ ਤੇ PhD ਕਰਨ ਡਏ ਆ। ਉਹ ਆਪਣਾ ਵੱਖਰਾ ਪੜ੍ਹਦੇ ਨੇ, ਜਿਹੜੇ ਪੜ੍ਹਾਈ ਜਿਹੜੀ ਉਹ ਜਿਹਦੇ ਵਾਸਤੇ ਉਹਨਾਂ ਨੇ ਕਿਰਤ ਕਰਨੀ ਹੈ, ਜਿੱਥੋਂ ਪੈਸੇ ਆਉਣੇ ਨੇ, ਆਪਣੇ ਗੁਰੂ ਵਾਸਤੇ ਆਪਣੇ ਗੁਰੂ ਦੀ ਜਿਹੜੀ ਉਹ ਵੱਖਰੀ ਕਰਦੇ ਨੇ। ਤੇ ਇਹ ਉਹ ਇੱਕ ਜਿਹੜਾ ਇਹ ਇੱਕ ਕਹਿ ਲਓ ਕਿ ਇੱਕ ਕੌਮ ਦੇ ਵਿੱਚ ਜਿਹੜਾ ਇਹ ਉਹ ਪੜ੍ਹਿਆਂ ਲਿਖਿਆਂ ਦਾ ਇੱਕ ਜਿਹੜਾ ਇੱਕ ਯੁੱਗ ਚੱਲੇਗਾ, ਇੱਕ ਖੇਡ ਚੱਲੇਗੀ। ਤੇ ਜਿਹੜੇ ਦੁਨੀਆ ਦੇ ਮਹਾਨ ਲੋਕ ਹੁੰਦੇ ਨਾ, ਕਦੀ ਉਹਨਾਂ ਦੀਆਂ ਆਟੋਬਾਇਓਗ੍ਰਾਫੀਜ਼ ਜਾਂ ਉਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਦੇਖਿਓ, ਉਹਨਾਂ ਨੇ ਇੱਕ ਨਹੀਂ ਕਿੰਨੀਆਂ ਤੇ ਉਹ PhDਆਂ ਕਰ ਛੱਡਦੇ। ਉਹ ਕਈ ਵਾਰ ਵੈਲ ਸੈਟਲਡ ਹੁੰਦੇ, ਉਸ ਤੋਂ ਬਾਵਜੂਦ ਵੀ ਉਹ ਪੜ੍ਹਦੇ ਰਹਿੰਦੇ, ਕੁਝ ਨਾ ਕੁਝ ਲਰਨ ਕਰਦੇ ਰਹਿੰਦੇ, ਸਿੱਖਦੇ ਰਹਿੰਦੇ ਹਨ। ਹੁਣ ਵੇਖੋ ਬੱਚਿਆਂ ਨੂੰ ਬੇਅੰਤ ਚੀਜ਼ਾਂ ਨਿੱਕੀਆਂ ਸਿਖਾਈਆਂ ਜਾਂਦੀਆਂ। ਹੁਣ ਸੇਵਾ ਦਾ ਹੀ ਰੰਗ ਵੇਖ ਲਈਏ ਤੇ ਹੁਣ ਵੀ ਇਹਨਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਸਿਰਫ ਜਿਹੜਾ ਇਹ ਸੇਵਾ ਉਹ ਗੁਰੂ ਘਰ ਜਾ ਕੇ ਭਾਂਡੇ ਧੋਣੇ ਨਹੀਂ ਹੁੰਦੀ। ਸੇਵਾ ਦੇ ਵਾਸਤੇ ਸੇਵਾ ਹੁੰਦੀ ਕੀ ਹੈ ਨਾ, ਇੱਕ ਕਰਮ ਹੈ। ਜਦੋਂ ਉਹਨੂੰ ਕਰਨ ਦਾ ਤੁਸੀਂ ਚੰਗੀ ਤਰ੍ਹਾਂ ਚੱਜ ਸਿੱਖ ਲੈਂਦੇ, ਢੰਗ ਸਿੱਖ ਲੈਂਦੇ, ਉਹਦੇ 'ਚ ਆਪਣੀ ਡੈਡੀਕੇਸ਼ਨ ਪਾਉਣੇ, ਸਮਰਪਣ ਪਾਉਣੇ, ਸਕਿੱਲਸ ਪਾਉਣੇ ਆ ਹੈ ਨਾ, ਤੇ ਉਹਨੂੰ ਜਦੋਂ ਬਹੁਤ ਸੋਹਣਾ ਬਣਾ ਲੈਂਦੇ, ਜਦੋਂ ਉਹ ਆਰਟ ਬਣ ਜਾਂਦਾ, ਕਲਾ ਬਣ ਜਾਂਦੀ, ਫਿਰ ਉਸ ਕਲਾ ਨੂੰ ਜਦੋਂ ਆਪਣੇ ਗੁਰੂ ਵਾਸਤੇ ਭੇਟ ਕਰਦੇ, ਉਹਦੀ ਲਕਾਈ ਨੂੰ ਭੇਟ ਕਰਦੇ ਤੇ ਉਹ ਸੇਵਾ ਹੁੰਦੀ, ਆਰਟ ਨੂੰ ਭੇਟ ਕਰਨਾ। ਤੇ ਜਿੱਦਾਂ ਹੁਣ ਇਹ ਬੱਚੇ ਆਪਣੀ ਪੜ੍ਹਨ ਵੀ ਡਏ ਨੇ ਤੇ ਹੁਣ ਵੀ ਇਹਨਾਂ ਨੂੰ ਕਹਿੰਦੇ ਪੁੱਤ ਡਾਕਟਰ ਬਣਨਾ ਹੈ, ਬੇਸ਼ੱਕ ਬਣ, ਪਰ ਇੰਨਾ ਕੁ ਮਾਹਰ ਬਣ, ਇੰਨਾ ਕੁ ਵਧੀਆ ਬਣ ਹੈ ਨਾ। ਤੇ ਬਾਅਦ 'ਚ ਜਦੋਂ ਉਹ ਡਾਕਟਰੀ ਦੇ ਜਿਹੜੇ ਤੇਰੇ ਸਕਿੱਲ ਨੇ, ਉਹ ਜਿਹੜਾ ਤੇਰਾ ਆਰਟ ਹੈ, ਉਹ ਜਦੋਂ ਗੁਰੂ ਦੇ ਚਰਨਾਂ 'ਚ ਭੇਟ ਕਰੇਗਾ ਤੇ ਉਹ ਸੇਵਾ 'ਚ ਹੋਣਾ। ਬੇਅੰਤ ਰੰਗਾਂ ਦੀਆਂ ਸੇਵਾਵਾਂ ਨੇ, ਬੇਅੰਤ ਰੰਗਾਂ ਦੀਆਂ। ਤੇ ਜਦੋਂ ਗੁਰੂ ਪਿਤਾ ਨਾਲ ਵੇਖੋ, ਹੁਣ ਬੇਅੰਤ ਗੁਰਸਿੱਖ ਨੇ, ਕਈ ਸਾਧੂ ਨੇ ਜਿਹੜੇ ਗੁਰੂ ਪਿਤਾ ਕੋ ਬਹਿੰਦੇ ਨੇ, ਤੇ ਉਹਨਾਂ ਨੇ ਗੁਰੂ ਪਿਤਾ ਦਾ ਇੱਕ ਜਿਹੜਾ ਰੰਗ ਹੈ ਤੇ ਉਹਨਾਂ ਲਾਗੇ ਜਿਹੜਾ ਹੈ ਨਾ, ਹੁਣ ਵੀ ਕਈ ਵਾਰ ਬੱਚਿਆਂ ਕੋ ਬਹਿੰਦੇ ਆ ਤੇ ਉਹ ਸ਼ਬਦ ਗਾ ਦਿੰਦੇ, ਕੀਰਤਨ ਕਰਨਾ ਆਉਂਦਾ, ਬੜਾ ਸੋਹਣਾ ਰੰਗ ਸ਼ਬਦ ਕੀਰਤਨ ਕਰਦੇ। ਤੇ ਕਈ ਵਾਰ ਅਸੀਂ ਬਾਅਦ 'ਚ ਪੁੱਛ ਲੈਂਦੇ ਕਿ ਪੁੱਤ ਤੈਨੂੰ ਪਤਾ ਆ ਗੁਰੂ ਮਹਾਰਾਜ ਨੇ
ਕੀ ਕਿਹਾ ਇਹਦੇ ਵਿੱਚ, ਕਿਉਂਕਿ ਤੂੰ ਜਦੋਂ ਗਾਇਆ ਤੇਰੇ ਕੋਲ ਰੰਗ ਨਹੀਂ ਆਇਆ, ਤੂੰ ਖੁਦ ਉਹ ਰੰਗ 'ਚ ਗਵਾਚਾ ਨਹੀਂ ਹੈ ਨਾ। ਜਿਹੜਾ ਰੰਗ ਤੇਰੇ ਆਬੇ 'ਚੋਂ ਪ੍ਰਗਟ ਹੋਣਾ ਚਾਹੀਦਾ ਸੀ, ਜਿਹਦੇ ਨਾਲ ਉਹਦੇ ਨਾਲ ਇੱਕ ਤਾਰ ਜੁੜਨੀ ਸੀ, ਜਿਹਦੇ ਨਾਲ ਉਹਦੇ ਨਾਲ ਇੱਕ ਇਸ਼ਕ ਜੁੜਨਾ ਸੀ, ਉਹ ਜੁੜਿਆ ਨਹੀਂ ਤੇਰੇ ਗਾਉਣ ਦੇ ਵਿੱਚ। ਤੇ ਰੰਗ ਕਿਉਂ ਨਹੀਂ ਆਇਆ? ਤੈਨੂੰ ਪਤਾ ਇਹਦੇ ਸ਼ਬਦ ਦਾ ਮੀਨਿੰਗ ਕੀ ਹੈ? ਤੇ ਕਹਿਣਗੇ ਨਹੀਂ ਪਤਾ ਨਹੀਂ। ਤੇ ਕਿੱਥੇ ਕਿਸੇ ਗੁਰਸਿੱਖ ਲਾਗੇ ਕਿਸੇ ਉਹ ਜਿਹੜਾ ਗੁਰੂ ਮਹਾਰਾਜ ਦੇ ਰੰਗ ਮਾਣਦਾ ਉਹਦੇ ਲਾਗੇ ਬਸ ਇੱਕ ਪੰਕਤੀ ਪਾ ਦੇ ਬੋਲਦੇ ਹੋ ਤੇ ਉਹਦੀ ਉਸੇ ਵੇਲੇ ਅੱਖਾਂ ਬੰਦ ਹੋ ਜਾਂਦੀਆਂ ਤੇ ਉਸੇ ਵੇਲੇ ਉਹ ਇੱਕ ਰੰਗ 'ਚ ਚਲਿਆ ਜਾਂਦਾ, ਕਿਉਂਕਿ ਉਹਨੂੰ ਪਤਾ ਹੈ ਗੁਰੂ ਨੇ ਕੀ ਕਿਹਾ, ਉਹਨੂੰ ਗੁਰੂ ਨਾਲ ਬਾਤ ਕਰਨੀ ਆ ਗਈ। ਤੇ ਗੁਰੂ ਪਿਤਾ ਦਾ ਤੇ ਬੜਾ ਬੇਅੰਤ ਰੰਗ ਹੈ, ਬੜੀਆਂ ਹੀ ਚੀਜ਼ਾਂ ਨੇ ਜਿਹੜੀਆਂ ਰਮਜ਼ਾਂ 'ਚ ਨੇ। ਜੇ ਸਿਆਣੇ ਹੋਣਗੇ, ਵਿਦਵਾਨ ਹੋਣਗੇ ਤੇ ਇਹਨਾਂ ਨੂੰ ਆਪਣੇ ਆਪ ਰਮਜ਼ਾਂ ਦਾ ਜਿਹੜਾ ਹੈ ਉਹ ਖੁੱਲ੍ਹਣੀ ਆ ਜਾਣੀ ਹੈ, ਇਹਨਾਂ ਨੂੰ ਪਿਆਰੇ ਦੀਆਂ ਰਮਜ਼ਾਂ ਨਾਲ ਖੇਡਣਾ ਆ ਜਾਣਾ। ਇਸ ਕਰਕੇ ਇੱਕੋ ਹੀ ਬੇਨਤੀ ਹੈ ਕਿ ਇਹ ਜਿਹੜਾ ਰੰਗ ਆਪ ਜੀ ਨੂੰ ਮਿਲਿਆ ਹੈ, ਜਿਹੜਾ ਕਈ ਪੀੜ੍ਹੀਆਂ ਤੱਕ ਸੇਵਾ ਦਾ ਰੰਗ ਬਣਨਾ ਹੈ ਇਹਨਾਂ ਬੱਚਿਆਂ ਦੇ ਥਰੂ, ਇਹਨੂੰ ਖਵਾਇਓ ਨਾ। ਤੇ ਇਹਦੇ ਵਿੱਚ ਕੋਈ ਵੀ ਆਪਣੀ ਹਉਮੈ ਦੀ, ਕਈ ਵਾਰ ਅਸੀਂ ਇੱਦਾਂ ਵੀ ਕਰਦੇ ਕਿ ਕੁਝ ਦੱਸਣ ਜਾਣਾ ਹੁੰਦਾ ਤੇ ਅਸਲ 'ਚ ਉੱਥੇ ਕੋਈ ਗੱਲ ਨਹੀਂ ਹੁੰਦੀ, ਸਵਾਲ ਨਹੀਂ ਹੁੰਦਾ, ਸਿਰਫ ਅਸੀਂ ਆਪਣੀ ਹਉਮੈ ਕਰਕੇ ਸਿਰਫ ਦੱਸਣਾ ਹੁੰਦਾ। ਪਰ ਇਹਨੂੰ ਬਿਲਕੁਲ ਪਾਕ ਸੇਵਾ ਦੇ ਰੰਗ ਵਾਂਗੂ ਜਾਣਿਓ ਤੇ ਪਾਕ ਸੇਵਾ ਦੇ ਰੰਗ ਵਾਂਗੂ ਕਰਿਓ ਤੇ ਤਗੜੇ ਹੋ ਕੇ ਕਰਿਓ ਬਸ। ਤੇ ਚਲੋ ਫਿਰ ਹੁਣ ਜੇ ਕੋਈ ਸਵਾਲ ਹੈਗਾ ਤੇ ਪੁੱਛ ਲਓ। ਹਾਂਜੀ, ਕੁਝ ਪੇਰੈਂਟਸ ਦੇ ਸਵਾਲ ਆਪਾਂ ਇਕੱਠੇ ਲੈ ਲਏ ਨੇ। ਪਹਿਲਾਂ ਬੇਨਤੀ ਹੈ ਜੀ, ਜੈਗ, ਤੁਹਾਡਾ ਨਾਮ ਜੈਗ ਲਿਖਿਆ ਆ ਰਿਹਾ ਸੀਗਾ, ਤੇ ਉਸ ਤੋਂ ਬਾਅਦ ਮਨਦੀਪ ਭੈਣ ਜੀ ਆਪਣੇ ਇੱਥੋਂ ਮੰਡੀਕੇ ਤੋਂ, ਫਰੈਂਚ ਤੋਂ। तो पहला जैक भाजी तो ले लेने। जैक भाजी ਤੁਹਾਡਾ ਕੀ ਸਵਾਲ ਹੈ ਜੀ? ਨਿਕਲ ਜੈਕ ਭਾਜੀ ਸ਼ਾਇਦ ਮਿਊਟ। ਮਨਦੀਪ ਭੈਣ ਜੀ ਤੁਸੀਂ ਹੈਗੇ ਹੋ? ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਸੀਂ ਤਾਂ ਭਾਜੀ ਬਾਬਾ ਜੀ ਹੋਰਾਂ ਦਾ, ਖਾਲਸੇ ਜੀ ਦਾ ਧੰਨਵਾਦ ਕਰਦੇ ਹਾਂ ਜੀ। ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਜੀ, ਜਿਹੜੀ ਸਾਨੂੰ ਤੁਹਾਡੀ ਕਲਾਸ ਮਿਲੀ ਹੈ ਜੀ। ਅਸਲੀ ਜੀਵਨ ਜਾਂਚ ਦਾ ਤੁਸੀਂ ਸਿਖਾ ਰਹੇ ਹੋ ਜੀ ਬੱਚਿਆਂ ਨੂੰ, ਤੇ ਸਾਡੇ ਕੋਲੇ ਤਾਂ ਇੰਨਾ ਸਮਾਂ ਹੀ ਨਹੀਂ ਹੁੰਦਾ। ਅਸੀਂ ਰੀਅਲੀ ਆਪਣੇ ਬੱਚਿਆਂ ਦੇ ਵਿੱਚ ਬਹੁਤ ਪੰਜਾਬੀ ਦੇ ਅੱਖਰਾਂ ਨੂੰ ਲੈ ਕੇ ਇਹਨਾਂ ਦੇ ਜੀਵਨ ਵਿੱਚ ਬਹੁਤ ਦੇਖਿਆ ਆ ਬਦਲਾਅ। ਜਿਹੜੇ 2-3 ਮਹੀਨਿਆਂ ਦੇ ਵਿੱਚ ਇਹੋ ਜਿਹੇ ਸ਼ਬਦ ਸੀਗੇ ਜਿਹੜੇ ਬੱਚਿਆਂ ਨੂੰ ਅਸੀਂ ਕਦੇ ਦੱਸੇ ਹੀ ਨਹੀਂ ਸੀਗੇ, ਜਿਹੜੇ ਇਹਨਾਂ ਨੂੰ ਅਰਥ ਇਹਨਾਂ ਨੇ ਮੈਨੂੰ ਆ ਕੇ ਸਗੋਂ ਦੱਸਣੇ। ਫਿਰ ਮੈਂ ਤਾਂ ਬਹੁਤ ਜ਼ਿਆਦਾ ਸਰਪ੍ਰਾਈਜ਼ ਸੀਗੀ ਵੀ ਬਹੁਤ ਚੇਂਜ ਆਇਆ ਇਹਨਾਂ ਦੇ ਵਿੱਚ ਨਾ ਜੀ। ਤੇ ਬਹੁਤ ਕਰਮਾਂ ਵਾਲੇ ਤੇ ਭਾਗਾਂ ਵਾਲੇ ਸਮਝਦੇ ਆ ਜੀ। ਅਸਲੀ ਜੀਵਨ ਦੀ ਸਿੱਖਿਆ ਤਾਂ ਤੁਸੀਂ ਦੇ ਰਹੇ ਆ ਜੀ, ਤੇ ਧੰਨਵਾਦ ਹੀ ਕਰ ਸਕਦੇ ਹਾਂ ਤਹਿ ਦਿਲੋਂ ਜੀ ਤੁਹਾਡਾ। ਤੇ ਤੁਸੀਂ ਏਦਾਂ ਦਾ ਮੇਰ ਭਰਿਆ ਹੱਥ ਰੱਖਿਓ ਜੀ ਬੱਚਿਆਂ ਦੇ ਸਿਰ ਤੇ ਜੀ, ਤੁਹਾਡਾ ਸਾਥ ਮਿਲਦਾ ਰਹੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮਨਵਿੰਦਰ ਭੈਣ ਜੀ ਤੁਹਾਡਾ ਕੀ ਸਵਾਲ? ਮਨਵਿੰਦਰ ਭੈਣ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਵੀ ਬਸ ਏਦਾਂ ਹੀ ਸਾਂਝਾ ਕਰਨਾ ਚਾਹੁੰਦੀ ਹਾਂ ਜੀ, ਜਿੱਦਾਂ ਮਨਦੀਪ ਭੈਣ ਜੀ ਨੇ ਕਿਹਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਖਾਲਸਾ ਜੀ ਦਾ ਪੈਸਾ ਤੁਹਾਡਾ ਵੀ। ਤੇ ਇੰਡੀਆ ਵਾਲੇ ਜਿਹੜੇ ਟੀਚਰ ਨੇ ਉਹ ਵੀ ਮੈਂ ਸੁਣਦੀ ਹੁੰਦੀ ਅੰਮ੍ਰਿਤ ਵੇਲੇ 6:30 ਵਜੇ ਜਿਵੇਂ ਬੱਚਿਆਂ ਦੀ ਕਲਾਸ ਹੁੰਦੀ ਹੈ, ਉਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ ਜੀ। ਤੇ ਅਸੀਂ ਵੀ ਜਿੱਦਾਂ ਬਹੁਤ ਲੱਕੀ ਸਮਝਦੇ ਹਾਂ ਜੀ। ਮੈਂ ਆਪ ਜਿੱਦਾਂ ਇੰਡੀਆ 'ਚ 2 ਸਾਲ ਹੀ ਪੰਜਾਬੀ ਸਿੱਖੀ ਸੀ ਜੀ, ਕਨਵੈਂਟ ਪੇਰੈਂਟਸ ਨੇ ਪਾਤਾ, ਤੇ ਹੁਣ ਆ ਕੇ ਸੋਚਦੇ ਆ ਵੀ ਕਿੰਨੇ ਪਿੱਛੇ ਆ। ਜਦੋਂ ਗੁਰਬਾਣੀ ਪੜ੍ਹਨ ਲੱਗਦੇ ਆ ਬਹੁਤ ਔਖੀ ਲੱਗਦੀ ਹੈ। ਤੇ ਚਾਹੁੰਦੇ ਆ ਵੀ ਬੱਚੇ ਮਤਲਬ ਵੱਡੇ ਮਤਲਬ ਇਸ ਉਮਰ 'ਚ ਸਿੱਖਦੇ ਨੇ ਪੰਜਾਬੀ, ਬਹੁਤ ਲੱਕੀ ਨੇ। ਤੇ ਭਾਈ ਸਾਹਿਬ ਜੀ, ਮੈਂ ਇੱਕ ਹੋਰ ਬੇਨਤੀ ਕਰਨੀ ਸੀ ਜੀ। ਥੋੜੇ ਸਮਾਂ ਪਹਿਲਾਂ ਖਾਲਸਾ ਜੀ ਨੇ ਬੱਚਿਆਂ ਦਾ ਕੈਂਪ ਲਿਆ ਸੀਗਾ ਜੀ। ਇਸ ਬੜੀ ਥੋੜਾ ਜਿਹਾ ਸਮੇਂ ਹੈਗਾ ਜੀ, ਜੇ ਕੋਈ ਏਦਾਂ ਦਾ ਹੋ ਸਕਦਾ ਹੈ ਕੈਂਪ ਜਿਹੜੇ ਲੋਕਲ ਬੱਚੇ ਨੇ ਜੀ। ਠੀਕ ਹੈ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜਰੂਰ ਜੀ। ਆਪਾਂ 2 ਸਵਾਲ ਹੋਰ ਵੀ ਲੈ ਲੈਣੇ, ਫਿਰ ਖਾਲਸਾ ਜੀ ਸਾਰਿਆਂ ਦੇ ਇਕੱਠਿਆਂ ਦਾ ਜਵਾਬ ਦੇ ਦੇਣਗੇ। ਆਪਣੇ ਗੁਰਪ੍ਰੀਤ ਸਿੰਘ ਜੀ, ਜਵਾਦ ਸਿੰਘ ਦੇ ਪਿਤਾ ਜੀ। ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਫਤਿਹ ਵੀਰ ਜੀ। ਵੀਰ ਜੀ ਮੇਰੇ ਨਾਲ 2-3 ਕੁਐਸਚਨ ਹੈਗੇ ਸੀ। ਕੁਐਸਚਨ ਪਹਿਲਾ ਹੈਗਾ ਸੀ ਕਿ ਜਿੱਦਾਂ ਜੁਗਾਦ ਦਾ ਫਸਟ ਡੇ ਹੈਗਾ ਵੇ ਇੱਥੇ, ਠੀਕ ਹੈ ਵੀ ਇਹਦੀ ਮੰਥਲੀ ਪੇਮੈਂਟ ਆਪਾਂ ਕਿੱਦਾਂ, ਮੈਨੂੰ ਕੋਈ ਆਈਡੀਆ ਨਹੀਂ ਵੀ ਪੇਮੈਂਟ ਕਿੱਦਾਂ ਕਰਨੀ ਹੁੰਦੀ ਹੈ, ਵੀ ਆਟੋਮੈਟਿਕ ਪੇਮੈਂਟ ਹੋਏਗੀ, ਕਿੰਨੀ ਫੀਸ ਹੋਏਗੀ, ਕੀ ਹਿਸਾਬ ਕਿਤਾਬ ਹੈਗਾ, ਕਿ ਐਵਰੀ ਮੰਥ ਮੈਨੂੰ ਮੈਨੂਅਲ ਟ੍ਰਾਂਜੈਕਸ਼ਨ ਕਰਨਾ ਪੈਣਾ ਹੈਗਾ? ਠੀਕ ਹੈ ਜੀ, ਠੀਕ ਹੈ। ਸੈਕਿੰਡ ਕੁਐਸਚਨ ਵੀਰ ਜੀ ਮੇਰਾ ਇਹ ਹੈਗਾ ਵੇ,
ਇਨ ਕੇਸ ਸਾਨੂੰ ਕੋਈ ਐਮਰਜੈਂਸੀ ਪੈਂਦੀ ਹੈਗੀ, ਅਗਰ ਬੱਚਾ ਕਲਾਸ ਅਟੈਂਡ ਨਹੀਂ ਕਰ ਪਾਉਂਦਾ ਹੈਗਾ 2-3 ਦਿਨ ਵਾਸਤੇ, ਉਸ ਕੇਸ ਇਸ ਸਿਲੇਬਸ ਦਾ ਮਤਲਬ ਕਿ ਤੁਸੀਂ ਜਦ ਬੱਚਾ ਵਾਪਸ ਆਏਗਾ ਤੇ ਆਪਣਾ ਫਿਰ ਉਹ 3-4 ਦਿਨ ਦਾ ਹੋਮਵਰਕ ਨਾਲ ਦੋਗੇ, ਠੀਕ ਹੈ ਵੀ ਉਸ ਕੰਡੀਸ਼ਨ ਵਿੱਚ ਆਪਾਂ ਕਿੱਦਾਂ ਮਤਲਬ ਕਿ ਉਸ ਚੀਜ਼ ਨੂੰ ਹੈਂਡਲ ਕਰਾਂਗੇ। ਠੀਕ ਹੈ ਜੀ। ਤੇ ਵੀਰ ਜੀ ਤੀਜਾ ਕੁਐਸਚਨ ਮੇਰਾ ਹੈਗਾ ਵੇ ਵੀ ਜਿੱਦਾਂ ਹੁਣ ਅੱਜ ਜੁਗਾੜ ਦਾ ਫਸਟ ਡੇ ਸ਼ੁਰੂ ਹੋਇਆ ਹੈਗਾ ਵੇ ਜੁਗਾੜ ਸਿੰਘ ਦਾ, ਤੇ ਮੈਂ ਪੁੱਛਣਾ ਸੀ ਵੀ ਇਹ ਜਿਹੜਾ ਖਾਲਸਾ ਜੀ ਦਾ ਆਪਣਾ ਪੰਜਾਬੀ ਸਕੂਲ ਹੈਗਾ, ਇਹਦੇ ਚ ਗ੍ਰੇਡਿੰਗ ਸਿਸਟਮ ਇਨ ਦਾ ਸੈਂਸ ਵੀ ਜਿੱਦਾਂ ਹੁਣ ਅੱਜ ਉਹ ਸ਼ੁਰੂ ਹੋਇਆ ਵੀ ਉਹ ਫਸਟ ਗ੍ਰੇਡ ਵਿੱਚ ਜਾਏਗਾ, ਨੈਕਸਟ ਈਅਰ ਸੈਕੰਡ ਗ੍ਰੇਡ ਵਿੱਚ ਜਾਏਗਾ, ਫਿਰ ਥਰਡ ਗ੍ਰੇਡ ਵਿੱਚ ਜਾਏਗਾ, ਕਿ ਇਹਨਾਂ ਦੇ ਵੀ ਇਸ ਜਿੱਦਾਂ ਆਪਣਾ ਫਰੀਮਨ ਗੁਰੂ ਘਰ ਖਾਲਸਾ ਸਕੂਲ ਚੱਲਦਾ ਉਸ ਹਿਸਾਬ ਨਾਲ ਹੁੰਦਾ ਹੈਗਾ ਕਿ ਵੀ ਕਿੱਦਾਂ ਇਸ ਚੀਜ਼ ਨੂੰ ਹੁੰਦਾ ਹੈਗਾ ਵੇ? ਠੀਕ ਹੈ, ਪਰ ਵੀਰ ਜੀ ਇਹ ਤਿੰਨ ਕੁਐਸਚਨ ਹੈਗੇ। ਠੀਕ ਹੈ, ਧੰਨਵਾਦ ਜੀ। ਨਾਲ ਹੀ ਆਪਾਂ ਜਸਪਾਲ ਭੈਣ ਜੀ ਉਹਨਾਂ ਦਾ ਲੈ ਲੈਂਦੇ ਹਾਂ ਸਵਾਲ। ਹਾਂਜੀ ਜਸਪਾਲ ਭੈਣ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਪੁਖਰਾਜ ਬਾਰੇ ਹੀ ਸ਼ੇਅਰ ਕਰਨਾ ਸੀਗਾ ਖਾਲਸਾ ਜੀ ਨਾਲ। ਜਿੱਦਾਂ ਹੁਣ ਪੜ੍ਹਨ ਦੇ ਵਿੱਚ ਠੀਕ ਹੈ, ਇਹਦਾ ਮਨ ਵੀ ਬਹੁਤ ਹੈਗਾ ਹੈ, ਮੈਨੂੰ ਕਹਿੰਦਾ ਵੀ ਬਹੁਤ ਵਧੀਆ ਮੈਨੂੰ ਲੱਗਦਾ ਹੈਗਾ, ਸਮਝ ਲੱਗਦੀ ਹੈ ਬਹੁਤ ਵਧੀਆ। ਤੇ ਥੋੜਾ ਜਿਹਾ ਖੇਡਣ ਵੱਲੋਂ ਇਹਨੂੰ ਹੁੰਦਾ ਹੈ ਵੀ ਮੈਂ ਖੇਡਣਾ ਵੀ ਹੈ, ਵੀ ਮੈਂ ਖੇਡ ਵੀ ਨਹੀਂ ਛੱਡਣੀ ਆਪਦੀ, ਤੇ ਪੜ੍ਹਨਾ ਵੀ ਹੈਗਾ, ਮੇਰੇ ਕੋਲ ਹੀ ਬੈਠਾ ਹੈਗਾ। ਹੁਣ ਮੈਨੂੰ ਕਹਿੰਦਾ ਸੀ ਤੁਸੀਂ ਪੁੱਛੋ ਵੀ ਕੁਛ ਵੀ ਕਿੱਦਾਂ ਹੋ ਸਕਦਾ ਹੈਗਾ। ਮੈਨੂੰ ਤਾਂ ਏਦਾਂ ਹੀ ਹੁੰਦਾ ਹੈ ਵੀ ਜਦੋਂ ਵੀ ਉਹਦੇ ਕੋਲ ਟਾਈਮ ਹੋਵੇ ਵੀ ਪ੍ਰੋਪਰ ਟਾਈਮ ਇਹ ਲਾਵੇ ਕਲਾਸ ਦੇ ਵਿੱਚ, ਪਰ ਇਹ ਥੋੜਾ ਜਿਹਾ ਖਿੱਚ ਉਧਰ ਨੂੰ ਕਰਦਾ ਹੈਗਾ ਇਹ ਖੇਡਣ ਵੱਲ ਨੂੰ ਜ਼ਿਆਦਾ। ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਜ਼ਰੂਰ ਆਪ ਜੀ ਪੁਖਰਾਜ ਨੂੰ ਵੈਸੇ ਕੈਮਰੇ ਦੇ ਅੱਗੇ ਲੈ ਦਰਸ਼ਨ ਕਰ ਲੈਂਦੇ। ਪੁਖਰਾਜ ਸਿੰਘ ਦਾ ਜਿੰਨਾ ਸਾਨੂੰ ਪਤਾ ਕਿ ਸੌਕਰ ਕਲਾਸ ਹੁੰਦੀ ਹੈ ਤੇ ਸੌਕਰ 'ਚ ਕਾਫੀ ਇੰਟਰਸਟਿਡ ਆ, ਤੇ ਉਸ ਕਰਕੇ ਇਹ ਸੌਕਰ ਦਾ ਟਾਈਮਿੰਗ ਜਿਹੜਾ ਤੁਹਾਡਾ ਟੈਕਸਸ 'ਚ ਤੁਸੀਂ ਹੋਣ ਕਰਕੇ ਟਾਈਮਿੰਗ ਅਸੀਂ ਅਰਲੀ ਰੱਖਿਆ ਸੀ। ਜੇ ਜ਼ਿਆਦਾ ਲੇਟ ਕਰਦੇ ਆ ਤੇ ਫਿਰ ਉਹਦਾ ਉਸ ਹਿਸਾਬ ਨਾਲ ਆਉਂਦਾ ਸੀਗਾ ਸਾਰਿਆਂ ਦੀ ਸਲਾਹ ਨਾਲ, ਪਰ ਕੋਈ ਨਹੀਂ, ਇਹਦੇ ਬਾਰੇ ਵੀ ਖਾਲਸਾ ਜੀ ਆਪ ਜੀ ਦੇ ਨਾਲ ਗੱਲ ਕਰ ਲੈਂਦੇ। ਸੋ ਹੋਰ ਕੋਈ ਰਹਿ ਗਿਆ ਹੋਵੇ? ਜੈਗ ਸਿੰਘ ਜੇ ਤੁਸੀਂ ਹੈਗੇ ਹੋ ਠੀਕ ਹੈ, ਨਹੀਂ ਤਾਂ ਫਿਰ ਇਹਨਾਂ ਸਵਾਲਾਂ ਦੇ ਨਾਲ ਅੱਜ ਫਿਰ ਆਪਾਂ, ਜੇ ਕੋਈ ਵੀ ਆਪ ਜੀ ਨੂੰ ਫਿਰ ਵੀ ਕਦੇ ਲੱਗਦਾ ਮੈਨੂੰ ਟੈਕਸਟ ਕਰ ਦਿਓ। ਇੱਕ ਸਵਾਲ ਸੀਗਾ ਕਿ ਐਗਜ਼ਾਮ ਜੂਨ ਵਿੱਚ ਹੋਣੇ ਨੇ ਕਿ ਨਹੀਂ ਹੋਣੇ। ਇੱਕ ਮੈਨੂੰ ਮੈਸੇਜ ਆਇਆ ਸੀ ਟਰੈਕ ਪਰਮ ਉਹਨਾਂ ਦਾ ਨਾਮ ਲਿਖਿਆ ਹੋਇਆ। ਸੋ ਇਹ ਸਾਰਿਆਂ ਦਾ ਖਾਲਸਾ ਜੀ ਆਪ ਜੀ ਦੇ ਨਾਲ ਵਿਚਾਰ ਕਰ ਲੈਣਗੇ। ਗੁਰਪ੍ਰੀਤ ਸਿੰਘ ਜੀ ਤੁਹਾਡਾ ਕੋਈ ਹੋਰ ਰਹਿ ਗਿਆ ਲਾਸਟ ਮਿੰਟ? ਹਾਂਜੀ ਹਾਂਜੀ ਵੀਰ ਜੀ, ਇੱਕ ਮੇਰਾ ਹੋਰ ਕੁਐਸਚਨ ਹੈਗਾ ਵੇ, ਮੈਂ ਪੁੱਛਣਾ ਹੈਗਾ ਸੀ ਵੀ ਜਿੱਦਾਂ ਆਪਣਾ ਖਾਲਸਾ ਜੀ ਦਾ ਪੰਜਾਬੀ ਸਕੂਲ ਹੈਗਾ ਵੇ ਆਪਣਾ, ਇਹਦੇ ਤੁਸੀਂ ਬੱਚਿਆਂ ਨੂੰ ਮਤਲਬ ਕਿ ਪੰਜਾਬੀ ਲਿਖਣੀ ਤੇ ਆਪਣਾ ਲਿਖਣੀ ਅੱਛੀ ਤਰ੍ਹਾਂ ਫਲੋ 'ਚ ਉਹ ਵੀ ਸਿਖਾਉਂਦੇ ਹੋ, ਤੇ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਵੀ ਦੱਸਦੇ ਹੋ ਕਿ ਲਿਖਣੀ ਪੜ੍ਹਨੀ ਤੇ ਇਹ ਚੀਜ਼ਾਂ, ਕਿ ਆਪਣੇ ਦੱਸੋ ਗੁਰੂਆਂ ਦੀ ਮਤਲਬ ਕੀ ਕਹਿੰਦੇ ਹਿਸਟਰੀ ਬਾਰੇ ਵੀ ਦੱਸਦੇ ਵੀ ਉਹਨਾਂ ਨੇ ਕੀ ਕੀ ਆਪਣੇ ਰਿਲੀਜੀਅਨ ਵਾਸਤੇ ਕੀਤਾ ਹੈਗਾ, ਉਹ ਵੀ ਚੀਜ਼ਾਂ ਦੱਸਦੇ ਹੈਗੇ ਦੂਜੇ ਪਾਸੇ? ਠੀਕ ਹੈ, ਉਹਦੇ ਲਈ ਜਿਹੜਾ ਆਪ ਜੀ ਗੁਰਪ੍ਰੀਤ ਵੀਰ ਜੀ ਜਿਹੜੀ ਪੇਮੈਂਟ ਦਾ ਹੈਗਾ, ਪੇਮੈਂਟ ਦੀ ਇਨਫੋਰਮੇਸ਼ਨ ਮੈਂ ਆਪ ਜੀ ਨੂੰ ਕੱਲ ਦਊਂਗਾ ਬਾਅਦ ਕਾਲ ਤੋਂ ਬਾਅਦ। ਉਹ ਜਿਹੜੀ ਹੁੰਦੀ ਆ ਜਿਹੜੀ ਤੁਹਾਡੀ ਐਮਰਜੈਂਸੀ ਹੋਮਵਰਕ ਦੇ ਰਿਲੇਟਡ ਹੈਗਾ, ਉਹ ਵੀ ਮੈਂ ਤੁਹਾਨੂੰ ਉਹਦੇ ਇੰਸਟਰਕਸ਼ਨਸ ਭੇਜ ਦਊਂਗਾ। ਗ੍ਰੇਡਿੰਗ ਦੇ ਬਾਰੇ ਖਾਲਸਾ ਜੀ ਗੱਲ ਕਰ ਲੈਣਗੇ ਆਪ ਜੀ ਦੇ ਨਾਲ, ਤੇ ਜਿਹੜਾ ਗੁਰਬਾਣੀ ਇਤਿਹਾਸ ਦੇ ਨਾਲ ਰਿਲੇਟਡ ਜਿਹੜੀ ਹੈਗੀ ਆ, ਤੇ ਜਿਹੜੇ ਇੱਕ ਆਪਣੇ ਜਸਪਾਲ ਭੈਣ ਜੀ ਉਹਨਾਂ ਦੇ ਪੁਖਰਾਜ ਉਹਨਾਂ ਦਾ ਸੀਗਾ। ਸੋ ਬਾਕੀ ਜਿਹੜੇ ਦੋ ਭੈਣਾਂ ਨੇ ਸਾਂਝੇ ਕੀਤੇ, ਵੈਸੇ ਤਾਂ ਬਹੁਤ ਸਾਰੇ ਪੇਰੈਂਟਸ ਨੇ, ਅਸੀਂ ਵੀ ਉਹਨਾਂ ਦੇ ਵਿੱਚ ਇਨਕਲੂਡਡ ਹਾਂ ਕਿ ਅਸੀਂ ਆਪਣੇ ਬੱਚਿਆਂ ਦਾ ਦੇਖੀਏ ਕਿ ਜਿਹੜੀ ਲਿਖਾਈ ਸਾਡੇ ਖਾਸ ਕਰ ਗੁਰਜੋਤ ਸਿੰਘ ਦੀ ਜਦੋਂ ਉਹਨੇ ਸਟਾਰਟ ਕੀਤਾ ਸੀਗਾ, ਉਹਦੀ ਲਿਖਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਬਾਕੀ ਉਹਦੀ ਇਮੈਜੀਨੇਸ਼ਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਬੇਅੰਤ ਨੇ ਇੱਦਾਂ ਦੇ ਫੀਡਬੈਕ ਆਪ ਜੀ ਨੂੰ ਜਿੱਦਾਂ ਈਮੇਲ ਦਿੱਤੀ ਜਾਏਗੀ ਉਸ ਵਿੱਚ ਆਪ ਜੀ ਸਾਂਝੇ ਕਰ ਸਕਦੇ ਹੋ। ਮਨਵਿੰਦਰ ਭੈਣ ਜੀ ਦਾ ਲਾਸਟ ਕੁਐਸਚਨ ਲੈ ਕੇ ਫਿਰ ਆਪਾਂ ਖਾਲਸਾ ਜੀ ਨੂੰ ਬੇਨਤੀ ਕਰਦੇ ਹਾਂ। ਹਾਂਜੀ ਮਨਵਿੰਦਰ ਭੈਣ ਜੀ, ਤੁਸੀਂ ਰੇਜ਼ ਦੁਬਾਰਾ ਕੀਤਾ ਹੈਂਡ? ਨਹੀਂ ਜੀ, ਸੌਰੀ ਜੀ। ਠੀਕ ਹੈ, ਚੜ੍ਹਦੀ ਕਲਾ। ਹਾਂਜੀ ਖਾਲਸਾ ਜੀ। ਚਲੋ, ਸਭ ਤੋਂ ਪਹਿਲਾਂ ਤੇ ਜਿਹੜੀਆਂ ਉਹ ਦੋ ਭੈਣਾਂ ਨੇ ਧੰਨਵਾਦ ਕੀਤਾ, ਤੇ ਜਾਂ ਉਹਦੇ ਨਾਲ ਜਿਹੜੀ ਹੋਰ ਵੀ ਸੰਗਤ ਦਿਲੋਂ ਕਹਿ ਲਓ ਕਿ ਕਰਨਾ ਚਾਹੁੰਦੀ ਏ, ਸਭ ਤੋਂ ਪਹਿਲਾਂ ਤੇ ਇਹੀ ਕਹਾਂਗੇ ਕਿ ਆਪ ਜੀ ਸਾਰਿਆਂ ਦਾ ਧੰਨਵਾਦ। ਬਾਕੀ ਉਹ ਇੱਦਾਂ ਦੀ ਖੇਡ ਹੈ ਕਿ ਉਹ ਜਿਹੜਾ ਸਾਹਿਬ ਹੈ ਨਾ, ਉਹ ਸੇਵਾ ਬਖਸ਼ਦਾ ਏ,
ਤੇ ਉਹ ਸੇਵਾ ਬੜੇ ਮਹਾਰੰਗ ਹੁੰਦੇ ਨੇ। ਤੇ ਉਹਦੇ 'ਚ ਸਾਡੇ ਵਰਗੇ ਸਰੀਰ ਜਿਹੜੇ ਹੁੰਦੇ ਨਾ ਉਹ ਮਖੌਟਾ ਹੀ ਹੁੰਦੇ। ਖੇਡ ਉਹਦੀ ਆਪਣੀ, ਉਹਨੇ ਆਪੇ ਰਚ ਲੈਣੀ, ਆਪੇ ਕਰ ਲੈਣੀ, ਆਪੇ ਸਾਰਾ ਰੰਗ ਬਣਾ ਲੈਣਾ। ਤੇ ਫਿਰ ਵੀ ਚਲੋ, ਜੇ ਉਹ ਪਿਆਰਾ ਆਪ ਜੀ ਦੇ ਅੰਦਰ ਇਹ ਪ੍ਰੇਮ ਬਣਦਾ ਹੈ ਤੇ ਅਸੀਂ ਉਹਨੂੰ ਵੀ ਨਮਸਕਾਰ ਕਰਦੇ ਹਾਂ। ਤੇ ਦੂਜੀ ਬਾਤ, ਜਿਹੜਾ ਇਹ ਪਿਆਰਿਆਂ ਨੇ ਸਵਾਲ ਪੁੱਛਿਆ ਹੈ ਕਿ ਬੱਚਿਆਂ ਨੂੰ ਕੀ ਹਿਸਟਰੀ ਵੀ ਸਿਖਾਈ ਜਾਏਗੀ, ਤੇ ਅਸੀਂ ਆਪ ਜੀ ਨੂੰ ਜਿਵੇਂ ਪਹਿਲਾਂ ਬਿਆਨ ਕੀਤਾ ਹੈ ਕਿ ਸਾਰਾ ਕੁਝ ਹੀ ਸਿਖਾਇਆ ਜਾਏਗਾ ਉਹਨਾਂ ਨੂੰ ਇਕੱਲੀ ਹਿਸਟਰੀ ਨਹੀਂ, ਉਹਨਾਂ ਨੂੰ ਹਿਸਟਰੀ ਦੇ ਨਾਲ ਨਾਲ ਕਾਵਿਆ ਸੰਗ੍ਰਹਿ ਵੀ ਸਿਖਾਇਆ ਜਾਣਾ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤੇ ਵੀ ਬੇਅੰਤ ਕੁਝ ਜਿਹੜਾ ਹੈ ਉਹਨਾਂ ਨੂੰ ਸਿਖਾਉਣਾ ਹੈ। ਵੀ ਵੇਖੋ, ਹੁਣ ਕਈ ਵਾਰ ਗੁਰੂ ਮਹਾਰਾਜ ਦੀ ਇੱਕ ਪੰਕਤੀ ਆਉਂਦੀ ਹੈ, ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ। ਤੇ ਧਿਆਨ ਨਾਲ ਦੇਖੋਗੇ ਨਾ, ਉੱਥੇ ਰਾਮ ਦੇ ਜਿਹੜਾ ਇੱਕ ਸ਼ਬਦ ਹੈ ਨਾ, ਉਹਦੇ ਮੰਮੇ ਨੂੰ ਔਂਕੜ, ਦੂਜੇ ਦੇ ਨੂੰ ਨਹੀਂ ਹੈ। ਇੱਕੋ ਪੰਕਤੀ 'ਚ 2 ਵਾਰ ਰਾਮ ਆ ਰਿਹਾ ਹੈ, ਸਿਰਫ ਇੱਕ ਸ਼ਬਦ ਵਿੱਚ ਫਰਕ ਹੈ, ਰਾਮ ਪਿਆਰਾ ਹੀ ਹੈ ਵਿੱਚ ਤੇ ਫਿਰ ਰਾਮ ਹੈ, ਪਰ ਇੱਕ ਰਾਮ ਨੂੰ ਔਂਕੜ, ਇੱਕ ਰਾਮ ਨੂੰ ਔਂਕੜ ਨਹੀਂ ਹੈ। ਹੁਣ ਜੇ ਇਹਨੂੰ ਤੁਸੀਂ ਗ੍ਰਾਮਰ ਦੇ ਵਿੱਚ ਚੱਲਾਂਗੇ ਕਿ ਗ੍ਰਾਮਰ ਦੇ ਵਿੱਚ, ਲਿਪੀ ਦੀ ਗ੍ਰਾਮਰ ਦੇ ਵਿੱਚ ਜਾ ਕੇ ਲੱਭੀਏ ਇਹਦੇ ਅਰਥ ਕੀ ਨੇ, ਤੇ ਨਹੀਂ ਲੱਭਣਗੇ। ਪਰ ਜੇ ਤੁਸੀਂ ਕਾਵਿਆ ਸੰਗ੍ਰਹਿ ਦੇ ਵਿੱਚ ਇਹਦੇ ਅਰਥ ਲੱਭੋਗੇ ਤੇ ਫਿਰ ਮਿਲਣਗੇ, ਕਿਉਂਕਿ ਰਾਗ ਦੇ ਵਿੱਚ ਤੇ ਕਾਵਿਆ ਦੇ ਵਿੱਚ ਮਾਤਰਾਵਾਂ ਪੂਰੀਆਂ ਕਰਨੀਆਂ ਪੈਂਦੀਆਂ ਹੁੰਦੀਆਂ। ਉੱਥੇ ਮਾਤਰਾਵਾਂ ਹੁੰਦੀਆਂ ਨੇ, ਤੇ ਉਹ ਮਾਤਰਾ ਕਿਵੇਂ ਔਂਕੜ ਲੱਗਦੀ ਹੈ, ਕਿਵੇਂ ਨਹੀਂ ਲੱਗਦੀ, ਉਹ ਵੀ ਬੱਚਿਆਂ ਨੂੰ ਸਿਖਾਇਆ ਜਾਏਗਾ। ਹਿਸਟਰੀ ਵੀ ਸਿਖਾਈ ਜਾਏਗੀ। ਉਹਨਾਂ ਨੂੰ ਦੱਸਣ ਦੇ ਕਿ ਭਾਸ਼ਾ, ਉਪ ਭਾਸ਼ਾਵਾਂ ਵੀ ਜਿਹੜੀਆਂ ਦੱਸੀਆਂ ਜਾਣਗੀਆਂ। ਬੇਅੰਤ ਰੰਗ ਨੇ ਜਿਹੜੇ, ਕਹਿ ਲਓ ਕਿ ਸਿਰਫ ਸ਼ਾਬਦਿਕ ਅਰਥ ਨਹੀਂ, ਉਹਦੇ ਭਾਵ ਅਰਥ ਅੱਗੇ ਗਾਂ ਚਲਦਿਆਂ ਬਹੁਤ ਕੁਝ ਜਿਹੜਾ ਸਿਖਾਇਆ ਜਾਏਗਾ ਉਹਨਾਂ ਨੂੰ। ਤੇ ਦੂਜੀ ਚੀਜ਼ ਜਿਹੜੀ ਆਪ ਜੀ ਨੇ ਦੂਜਾ ਸਵਾਲ ਪੁੱਛਿਆ ਸੀ ਕਿ ਗ੍ਰੇਡ ਕਿਵੇਂ ਨੇ, ਤੇ ਜਿਹੜਾ 10ਵੀਂ ਤੱਕ ਹੈ ਅਜੇ ਤੇ ਇਹਨਾਂ ਨੂੰ ਅਸੀਂ ਇੱਦਾਂ ਲੈ ਕੇ ਚੱਲਦੇ ਹਾਂ ਕਿ ਬੱਚੇ ਦੀ ਜਿਹੜੀ ਉਹ ਇੱਕ ਇੰਟਰਵਿਊ ਹੁੰਦੀ ਜਦੋਂ ਵੀ ਉਹ ਆਉਂਦਾ ਹੈ, ਫਿਰ ਉਹਨੂੰ ਦੇਖਿਆ ਜਾਂਦਾ ਕਿ ਉਹ ਕਿੱਥੇ ਕੁ ਜੇ ਆ। ਕਈ ਵਾਰ ਹੁਣ ਸਾਡੇ ਜਿਹੜੇ ਜ਼ਿਆਦਾ ਬੱਚੇ ਨੇ ਉਹ ਇੱਦਾਂ ਆਉਂਦੇ ਨੇ ਕਿ ਉਹਨਾਂ ਨੂੰ ਦੂਜਿਆਂ ਸਕੂਲਾਂ ਤੋਂ ਕਿਤਿਓਂ 10ਵੀਂ ਕਰਾਈ ਹੈ, ਕਿਤਿਓਂ ਉਹਨਾਂ ਨੂੰ ਕਹਿਤਾ ਕਿ ਤੁਸੀਂ 8ਵੀਂ ਕਰ ਗਏ ਹੋ, ਪਰ ਜਦੋਂ ਅਸੀਂ ਉਹਨਾਂ ਦਾ ਟੈਸਟ ਲਈਦਾ ਹੈ ਤੇ ਉਦੋਂ ਕਈ ਵਾਰ ਬੱਚਾ ਜਿਹੜਾ ਜੇ ਚੰਗੀ ਤਰ੍ਹਾਂ ਦੂਸਰੀ ਕਲਾਸ ਵੀ ਨਹੀਂ ਕੀਤੀ ਹੁੰਦੀ ਹੈ ਨਾ, ਪਰ ਪ੍ਰੋਬਲਮ ਇਹ ਕਿ ਉਹਨੇ ਥੋੜ੍ਹਾ 6ਵੀਂ 7ਵੀਂ 8ਵੀਂ ਦਾ ਵੀ ਸਿੱਖਿਆ ਹੁੰਦਾ, ਜਿਹੜਾ ਥੋੜ੍ਹਾ ਕਰਾ ਕੇ ਉਹਨੂੰ 10ਵੀਂ ਕਰਾ ਦਿੰਦੇ। ਫਿਰ ਇਸ ਕਰਕੇ ਅਸੀਂ ਅਜੇ ਉਹਨੂੰ ਗ੍ਰੇਡ ਪੇਰੈਂਟਸ ਨੂੰ ਕਈ ਵਾਰ ਦੱਸਦੇ ਨਹੀਂ ਆ ਵੀ ਇਹ ਕਿਹੜੇ ਗ੍ਰੇਡ 'ਚ ਹੈ ਜਾਂ ਕਿੱਦਾਂ ਆ। ਤੇ ਉਹ ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਉਹ ਤੁਸੀਂ ਸਾਡੇ ਤੇ ਛੱਡ ਦਿਓ। ਜਦੋਂ ਇਹਨਾਂ ਦੇ 10ਵੀਂ ਦੇ ਕਿਸੇ ਬੋਰਡ ਦੇ, ਜਿੱਦਾਂ ਪੰਜਾਬ ਬੋਰਡ ਦੇ ਪੇਪਰ ਕਰਾਵਾਂਗੇ ਨਾ, ਜਦੋਂ ਵੀ ਉੱਥੇ ਉਹ ਪੇਪਰ ਦੇਣਗੇ, ਉੱਥੋਂ ਸਰਟੀਫਿਕੇਟ ਕਿਸੇ ਰਜਿਸਟਰਡ ਕਹਿ ਲਓ ਕਿ ਆਥੋਰਾਈਜ਼ ਕਿਸੇ ਸਿਸਟਮ ਵੱਲੋਂ ਮਿਲੇਗਾ। ਫਿਰ ਜਦੋਂ ਕਾਲਜ 'ਚ ਉਹਨਾਂ ਦੀ BA ਦੇ ਪੇਪਰ ਹੋਣਗੇ, ਕੋਰਸਪੌਂਡੈਂਸ, ਜਾਂ ਇੱਥੇ ਕੋਸ਼ਿਸ਼ ਕਰਾਂਗੇ ਕਿ ਐਮਬੈਸੀ ਦੇ ਵਿੱਚ ਜਾਂ ਇੱਥੇ ਇੱਕ ਅਮਰੀਕਾ ਦੇ ਵਿੱਚ ਸੈਂਟਰ ਡਿਵੈਲਪ ਕੀਤਾ ਜਾਵੇ ਜਿੱਥੇ ਬੱਚੇ ਪੜ੍ਹ ਕੇ ਆਪਣੇ ਪੇਪਰ ਦੇ ਸਕਣ, ਤੇ ਉਹਨਾਂ ਨੂੰ ਉਹਦੀ ਗ੍ਰੈਜੂਏਸ਼ਨ ਦੇ, ਪੋਸਟ ਗ੍ਰੈਜੂਏਸ਼ਨ ਦੇ, ਫਿਰ ਅੱਗੇ PhD ਦੇ ਜਿਹੜੇ ਨੇ ਉਹ ਪੂਰਾ ਪ੍ਰੋਪਰ ਜਿਹੜਾ ਹੈ। ਆਪ ਜੀ ਬਸ ਜਿਹੜਾ ਅਸੀਂ ਇਹੋ ਕਹਿੰਦੇ ਕਿ ਆਪ ਜੀ ਤਗੜੇ ਹੋ ਕੇ ਮਿਹਨਤ ਕਰਿਓ, ਅਸੀਂ ਬੱਚੇ ਨੂੰ PhD ਤੱਕ ਲੈ ਕੇ ਜਾਣਾ ਹੈ ਨਾ। ਇਹ ਕਰਕੇ ਅਸੀਂ ਕੁਝ ਵੀ ਕਹਿ ਦਾਂਗੇ, ਅਸੀਂ ਆਪ ਜੀ ਨੂੰ ਕੁਛ ਕਰਨ ਵਾਸਤੇ ਕਹਿ ਦਾਂਗੇ ਨਹੀਂ ਜੀ ਅਸੀਂ ਆਹ ਕਲਾਸ 'ਚ ਕਰਤਾ ਤੁਹਾਡਾ ਬੱਚਾ, ਅਸੀਂ ਇੱਦਾਂ ਦਾ ਕੁਝ ਨਹੀਂ ਕਰਨਾ। ਅਸੀਂ ਉਹ ਇੱਕ ਡਿਗਰੀ ਤੇ ਨਾਲ ਉਹਦੀ ਜਿਹੜੀ ਆਪਣੀ ਕਾਬਿਲਤਾ ਹੈ, ਉਹਦੀ ਆਪਣੀ ਪਰਸਨੈਲਿਟੀ ਜਿਹੜੀ ਹੈ, ਜਿਹੜੇ ਉਹਦੇ ਆਪਣੇ ਗੁਣ ਨੇ, ਉੱਥੋਂ ਤੱਕ ਬੱਚੇ ਨੂੰ ਲੈ ਕੇ ਜਾਣਾ। ਤੇ ਉਸ ਤੋਂ ਇਲਾਵਾ ਇੱਥੇ ਇੱਕ ਸਾਡਾ ਸ਼ੇਰ ਹੀ ਜਿਹੜਾ ਸੌਕਰ ਪਲੇਅਰ ਹੈ ਹਾਂਜੀ, ਪੁਖਰਾਜ ਸਿੰਘ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਵਤਾਰ ਸਿੰਘ ਹੁਣੀ ਜਿਹੜੇ ਕੁਵੈਤ ਤੋਂ ਫੌਜਾਂ ਨੇ, ਉਹਨਾਂ ਨੇ ਰੈਫਰ ਕੀਤਾ। ਹਾਂਜੀ, ਮਾਮਾ ਜੀ ਨੇ ਮੇਰੇ ਖਿਆਲ। ਹਾਂਜੀ। ਇੱਕ ਸਿੰਪਲ ਜੀ ਬਾਤ ਹੈ, ਖੇਡਣਾ ਵੀ ਜ਼ਰੂਰੀ ਹੈ, ਬੱਚੇ ਨੂੰ ਖੇਡਣਾ ਵੀ ਚਾਹੀਦਾ ਹੈ, ਪਰ ਇਹ ਆ ਕਿ ਉਹਨੂੰ ਪੜ੍ਹਾਈ ਦੀ ਟਾਈਮ ਤੇ ਪੜ੍ਹਾਈ, ਆਪਣੀ ਇੱਕ ਰੂਟੀਨ ਬਣਾ ਲਓ, ਆਪਣੀ ਇੱਕ ਟਾਈਮਿੰਗ ਦਾ ਜਿਹੜਾ ਹੈ ਸਹੀ ਕਰ ਲਓ, ਹੈ ਨਾ। ਤੇ ਉਸੇ ਢੰਗ ਦੇ ਨਾਲ ਜਿਹੜਾ ਹੈ, ਵੇਖੋ ਹੁਣ ਇੱਥੇ ਵੀ ਅਸੀਂ ਬੱਚੇ ਕੋਲ ਹੁੰਦੇ ਆ ਤੇ ਉਹਨਾਂ ਨੂੰ, ਬੱਚਿਆਂ ਨੂੰ ਖਿਡਾਈ ਦਾ ਵੀ ਹੈ। ਤੇ ਕਈ ਵਾਰ ਹਸਾਉਂਦੇ, ਵੇਖੋ ਗੁਰੂ ਪਾਸ਼ਾ ਦੇ ਜੀਵਨ ਕਾਲਾਂ 'ਚ ਚਲੇ ਜਾਈਏ ਤੇ ਕਈ ਘਰਾਂ ਦੇ ਵਿੱਚ, 6ਵੇਂ ਘਰ ਦੇ ਵਿੱਚ, ਦੂਜੇ ਘਰ ਦੇ ਵਿੱਚ ਮੱਲ ਅਖਾੜੇ ਹੀ ਗੁਰੂ ਪਿਤਾ ਕੋ ਕੁਸ਼ਤੀਆਂ ਕਰਦੇ ਹੀ, ਖੇਡਦੇ ਹੀ, ਸ਼ਸਤਰ ਵਿਦਿਆ ਸਿੱਖਦੇ ਹੀ। ਇਹ ਬੇਅੰਤ ਰੰਗ ਹੀ। ਇਹ ਕਰਕੇ ਸਰੀਰ ਦੀ, ਵੇਖੋ ਜੇ ਸਰੀਰ ਦੇ ਸੁੱਖ ਮੰਨਣੇ ਨੇ ਤੇ ਸਰੀਰ ਦੇ ਸੁੱਖ ਵਾਸਤੇ ਇੱਕ ਚੀਜ਼ ਇਹ ਵੀ ਸ਼ਾਮਿਲ ਹੋਣੀ, ਇੱਕ ਚੀਜ਼। ਹਾਂ, ਦੂਜੀ ਰੂਹਾਨੀਅਤ, ਉਹ ਦੂਜੀ ਚੀਜ਼ ਤੇ ਸ਼ਾਮਿਲ ਹੋਣੀ,
ਪਰ ਇੱਕ ਚੀਜ਼ ਇਹ ਵੀ ਸ਼ਾਮਲ ਹੋਣੀ ਹੈ ਕਿ ਸਰੀਰ ਦਾ ਸੰਯਮ ਕੀ ਹੈ, ਖਾਣ ਪੀਣ ਦਾ, ਹਨ, ਤੇ ਸਰੀਰ ਦੀ ਕਸਰਤ ਕੀ ਹੈ। ਦੂਜੇ ਪਾਸੇ ਜੇ ਮਨ ਦਾ ਸੁੱਖ ਪਾਉਣਾ ਹੈ ਤੇ ਉਹਦੇ ਸੰਯਮ ਕੀ ਨੇ, ਤੇ ਉੱਥੇ ਜਿਹੜੀ ਇਹ ਕਿੰਨਾ ਅਭਿਆਸ ਹੈ, ਕਿੰਨੀ ਅਸੀਂ ਗੁਣਾਂ ਦੀ ਕਮਾਈ ਕਰਨ ਰਹੇ ਹਾਂ, ਕਿੰਨੇ ਔਗਣਾਂ ਨੂੰ ਅਸੀਂ ਗੁਣਾਂ 'ਚ ਬਦਲ ਲਿਆ, ਉਹ ਵੀ ਕਮਾਈ। ਆ ਵੇਖੋ ਕੱਲ੍ਹ ਪਰਸੋਂ ਹੀ ਹੱਸਣ ਡੇ ਹਾਂ ਬੱਚਿਆਂ ਨਾਲ, ਕਈ ਵਾਰ ਬੱਚਿਆਂ ਨਾਲ ਹੱਸਦੇ ਆ ਕਿ ਪੋਤਾ ਜਿਹੜਾ ਤੁਸੀਂ ਜਨਮ ਦਿਨ ਮਨਾਉਣੇ ਨਾ, ਕੇਕ ਕੱਟਦੇ, ਕਦੀ ਇੱਕ ਦੂਜੇ ਦੇ ਮੂੰਹ ਤੇ ਮਲ ਦਿੰਦੇ, ਕਦੀ ਮੋਮਬੱਤੀਆਂ ਬੁਝਾਉਂਦੇ ਰਹਿੰਦੇ ਆ, ਹੈ। ਇਹ ਗੜਬੜ ਕਰਦੇ ਹੋ। ਉਹਦਾ ਜਨਮ ਦਿਨ ਮਨਾਇਆ ਕਰੋ, ਕੋਈ ਦਿੱਕਤ ਨਹੀਂ ਹੈਗੀ, ਪਰ ਉਹਨੂੰ ਸੋਹਣੇ ਢੰਗ ਨਾਲ, ਹੈ ਨਾ। ਜਦੋਂ ਜਨਮ ਦਿਨ ਆਵੇ ਉਦੋਂ ਬਹਿ ਕੇ ਵਿਚਾਰਿਆ, ਇੱਕ ਕਾਪੀ ਲੈ ਲਈ, ਉੱਤੇ ਲਿਖੀ ਗਏ ਕਿ ਮੈਂ ਇਹ ਸਾਲ ਜਿੰਨਾ ਪਿਛਲੇ ਸਾਲ ਮਾਂ ਨਾਲ ਬੁਰਾ ਵਿਵਹਾਰ ਕੀਤਾ ਸੀ, ਕਿ ਐਰਕਾ ਇੰਪਰੂਵ ਹੋਇਆ, ਮੇਰੇ 'ਚ ਕਿੰਨੇ ਗੁਣ ਜਿਹੜੇ ਨੇ ਉਹ ਇੰਪਰੂਵ ਹੋਵੇ, ਮੈਂ ਪਿਤਾ ਨਾਲ ਕਿੱਦਾਂ ਦਾ ਵਿਵਹਾਰ ਕਰਦਾ, ਮੈਂ ਪਿਛਲੇ ਸਾਲ ਨਾਲੋਂ ਵਿਗੜਿਆ ਆ ਕਿ ਘਟਿਆ ਆ, ਕੀ ਮੇਰੀ ਉਹਨਾਂ ਨਾਲ ਮੁਹੱਬਤ ਵਧੀ ਆ ਕਿ ਘਟੀ ਹੈ ਨਾ, ਮੇਰਾ ਸੇਵਾ ਭਾਵ ਵਧਿਆ ਹੈ ਕਿ ਘਟਿਆ ਆ, ਮੇਰੀ ਬੰਦਗੀ, ਮੇਰਾ ਸਹਿਜ 'ਚ ਰਹਿਣਾ, ਮੇਰਾ ਸ਼ਾਂਤ ਰਹਿਣਾ, ਮੇਰਾ ਉਹ ਘਟਿਆ ਆ ਕਿ ਵਧੀਆ ਆ। ਉਹ ਹਿਸਾਬ ਲਾਉਣਾ ਹਰ ਸਾਲ 'ਚੋਂ ਸੋਹਣੀ ਚੀਜ਼ ਹੈ, ਤਾਂ ਹੀ ਤੇ ਉਹ ਪਰਸਨੈਲਿਟੀ ਦੀ ਗਰੋਥ ਹੁੰਦੀ। ਜਿਵੇਂ ਥੋੜ੍ਹੇ ਦਿਨ ਪਹਿਲਾਂ ਉਹ ਸਾਡੇ ਇੱਕ ਮਿੱਤਰ ਨੇ, ਉਹਨਾਂ ਦੀ ਐਨਵਰਸਰੀ ਸੀ, ਅਤੇ ਅਸੀਂ ਉਹਨਾਂ ਨਾਲ ਵੀ ਹੱਸਣ ਡਏ ਹਾਂ ਵੀ ਅੱਜ ਤੁਸੀਂ ਗੁਰੂ ਪਿਤਾ ਕੋਲ ਗਏ ਦੋਵੇਂ ਜਾਣੇ। ਇਹ ਥੋੜ੍ਹੀ ਹੁੰਦਾ ਕਿ 4 ਜਾਣੇ ਸੱਦ ਲਓ, ਉੱਧਰੋਂ ਲਾਲਾ ਕਰ ਲਓ, ਕੁਝ ਖਾ ਲਓ, ਫਿਰ ਘਰ ਨੂੰ ਚੱਲ ਜਾਓ। ਇਹ ਤਾਂ ਬੜੀ ਸੋਹਣੀ ਚੀਜ਼ ਹੈ ਕਿ ਦੋਵੇਂ ਜਾਣਿਆਂ ਨੇ ਬਹਿ ਕੇ ਵਿਚਾਰਨਾ ਕਿ ਹਾਂ ਅਸੀਂ ਦੋਵੇਂ ਜਾਣੇ ਜਿਹੜੇ ਆ ਕਿੰਨੇ ਸੋਹਣੇ ਜਿਹੜੇ ਪਲ ਨੇ, ਜੇ ਗੁਰੂ ਪਿਤਾ ਨੇ ਨਾਤਾ ਜੋੜਿਆ ਅਤੇ ਕਿੰਨੇ ਸੋਹਣੇ ਪਲ ਮਾਣੇ, ਹੈ ਨਾ। ਕਿੱਥੇ ਕਿੱਥੇ ਖਟਾਸ ਆਈ, ਕਿਹੜੀਆਂ ਕਿਹੜੀਆਂ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ। ਅਸੀਂ ਇੱਕ ਦੂਜੇ ਕੋ ਪਤੀ ਪਤਨੀ ਵੀ ਉਹ ਇੱਕ ਦੂਜੇ ਤੋਂ ਨਹੀਂ ਪੁੱਛਦੇ ਕਿ ਭਾਈ ਪਿਛਲੇ ਸਾਲ ਨਾਲੋਂ, ਕਿਉਂਕਿ ਸੁਭਾਅ ਬਦਲਦੇ ਨੇ, ਸੁਭਾਅ ਬਦਲਿਆ ਕਿ ਨਹੀਂ। ਅਸੀਂ ਇੱਕ ਦੂਜੇ ਨਾਲ ਲੜਦੇ ਹਾਂ ਅਤੇ ਫਿਰ ਸਮਝ ਆਉਂਦੀ ਇਹਨੇ ਇਹ ਗੱਲੋਂ ਲੜਾਈ ਕੀਤੀ, ਇਹਦਾ ਆਹ ਸੁਭਾਅ ਹੁਣ ਬਦਲ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ, ਖੇਡਣਾ ਵੀ ਜ਼ਰੂਰੀ ਹੈ, ਪਰ ਇਹ ਆ ਕਿ ਬੜੇ ਸੋਹਣੇ ਢੰਗ ਦੇ ਨਾਲ ਉਹਦਾ ਇੱਕ ਵੇਖੋ, ਸਿਆਣਾ ਮਨੁੱਖ ਤੇ ਉਹ ਹੀ ਹੈ ਨਾ ਜਿਹੜਾ 24 ਘੰਟੇ ਪਰਮਾਤਮਾ ਨੇ ਇੱਕ ਦਿਨ ਦੇ ਦਿੱਤੇ ਨੇ, ਅਤੇ ਉਹਦੀ ਸਹੀ ਯੂਟੀਲਾਈਜੇਸ਼ਨ ਜਿਹੜੀ ਸਭ ਤੋਂ, ਇੱਥੇ ਤੇ ਇਹਨਾਂ ਗੋਰਿਆਂ ਦੀ ਦੁਨੀਆ ਦੇ ਵਿੱਚ ਤੇ ਟਾਈਮ ਇਜ਼ ਮਨੀ ਕਹਿੰਦੇ ਨੇ, ਅਤੇ ਉਹਦੀ ਸਹੀ ਯੂਟੀਲਾਈਜੇਸ਼ਨ ਜਿਹੜੀ ਸਹੀ ਵਰਤੋਂ ਜਿਹੜੀ ਇਹ ਉਹ ਕਰਨੀ ਤਗੜੇ ਹੋ ਕੇ। ਖੇਡਣ ਨੂੰ ਖੇਡਣ ਦਾ ਟਾਈਮ ਦੇਣਾ, ਇੱਥੇ ਵੀ ਹੁਣ ਬੱਚਿਆਂ ਨੂੰ ਖੇਡਣ ਦਾ ਟਾਈਮ ਦਿੰਦੇ ਆ, ਪਰ ਦੂਜੇ ਟਾਈਮ 'ਤੇ ਉਹਨਾਂ ਨੂੰ ਕਹਿੰਦੇ ਆ ਕਿ ਆਪਣਾ ਹੋਮਵਰਕ ਕਰੋ। ਇਹ ਨਹੀਂ ਵੀ 24 ਘੰਟੇ ਤੁਸੀਂ ਖੇਡਦੇ ਹੀ ਰਹੋ, ਹੈ ਨਾ। ਅਤੇ ਬਾਕੀ ਟਾਈਮ ਕੱਢ ਕੇ ਕੁਝ ਨਾ ਕੁਝ ਕਰਨਾ ਪੈਂਦਾ, ਐਫਰਟ ਲਾਉਣੇ ਪੈਂਦੇ, ਮਿਹਨਤ ਕਰ, ਜਿਨ੍ਹਾਂ ਨੇ ਕਿਤੇ ਪਹੁੰਚਣਾ ਹੈ ਉਹਨਾਂ ਨੂੰ ਐਫਰਟ ਲਾਉਣੇ ਪੈਣੇ, ਮਿਹਨਤਾਂ ਕਰਨੀਆਂ ਪੈਣੀਆਂ, ਅਤੇ ਤਗੜੇ ਹੋ ਕੇ ਕਰਿਓ। ਅਤੇ ਹੋਰ ਕੋਈ ਸਵਾਲ ਰਹਿ ਤਾਂ ਨਹੀਂ ਗਿਆ, ਸਾਰੇ ਸਵਾਲਾਂ ਦੇ ਜਵਾਬ ਦੇ ਹੀ ਦਿੱਤੇ ਗਏ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਜੀ ਕੋਈ ਚੱਲਦਾ ਮੇਰਾ ਤੁਹਾਡੇ ਲਈ, ਤੁਹਾਡੀ ਜਿਹੜੀ ਸੇਵਾ ਇਹ ਮੁਲਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਤਾ ਜੀ, ਇਹ ਗੁਰੂ ਅੰਗਦ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ, ਅਤੇ ਉਹਨਾਂ ਦੀ ਸੇਵਾ ਹੈ ਤੇ ਬਹੁਤ ਅਮੋਲਕ ਹੈ। ਸਾਡੇ ਵਰਗੇ ਜਿਹੜੇ ਨਿਰਗੁਣੇ ਆ ਰਹੇ ਨੇ ਉਹ ਤੇ ਬਸ ਕੋਸ਼ਿਸ਼ ਹੀ ਕਰ ਰਹੇ ਨੇ ਕਿ ਸ਼ਾਇਦ ਉਹ ਸੇਵਾ ਜਿਹੜੀ ਹੈ ਉਹ ਹੋ ਸਕੇ। ਤੇ ਜਦੋਂ ਕਿਤੇ ਆਪਣੇ ਪਿਆਰੇ ਕੋ ਬਈਏ ਤੇ ਉਹ ਕੁੱਟ ਕੇ ਗੱਲ ਨਾ ਲਾ ਲੇ, ਥਾਪੜਾ ਦੇ ਦੇ ਕਿ ਨਹੀਂ ਤੂੰ ਪੁੱਤ ਕੁਝ ਕਰਕੇ ਆਇਆ। ਬਾਕੀ ਚਲੋ ਅਸੀਂ ਥੋੜ੍ਹੇ ਜਿਹੇ ਭਾਵਕ ਹੁੰਦੇ ਜਾਣ ਨੇ। ਗੁਰੂ ਪਿਤਾ ਸਭਨਾਂ 'ਤੇ ਮਿਹਰ ਰੱਖੇ, ਤਗੜੇ ਹੋ ਕੇ ਸੇਵਾ ਨੂੰ ਨਿਭਾਇਓ, ਕਮਾਇਓ, ਬੰਦਗੀ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ।